ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ CDP ਦਾ ਮੈਰਾਥਨ ਸੈਸ਼ਨ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ CDP ਦੇ ਨਾਲ ਰਿਲੇਟਡ 100 MCQ ਕਵਰ ਕਰਾਂਗੇ। ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ। ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਜੇਕਰ ਤੁਸੀਂ CDP ਨੂੰ ਡਿਟੇਲ ਦੇ ਵਿੱਚ ਕਵਰ ਕਰਨਾ ਚਾਹੁੰਦੇ ਹੋ ਤਾਂ ਆਪਣੇ CDP ਦੇ ਬਹੁਤ ਸਾਰੇ ਸੈਸ਼ਨ ਆ ਜਿਹੜੇ ਉਹ ਆਲਰੇਡੀ ਅਪਲੋਡ ਹੋ ਚੁੱਕੇ ਨੇ, ਤਾਂ ਤੁਸੀਂ ਉਹ ਜਾ ਕੇ ਅਟੈਂਡ ਕਰ ਸਕਦੇ ਹੋ। ਜੇਕਰ ਤੁਸੀਂ ਆਪਣੀ SST ਦੀ ਤਿਆਰੀ ਵਧੀਆ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਆਪਣੇ ਪੋਲਿਟੀ, ਮਾਡਰਨ ਹਿਸਟਰੀ, ਜੋਗਰਾਫੀ ਦੇ ਬੈਚ ਆਲਰੇਡੀ ਅਪਲੋਡਡ ਨੇ, ਤੁਸੀਂ ਜਾ ਕੇ ਦੇਖ ਸਕਦੇ ਹੋ। ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੋਲਿਟੀ, ਜੋਗਰਾਫੀ, ਮਾਡਰਨ ਹਿਸਟਰੀ, ਪੰਜਾਬ GK ਅਤੇ CDP ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ, ਕਿਉਂਕਿ ਤੁਹਾਡੇ ਲਈ ਬਹੁਤ ਵਧੀਆ ਕੰਟੈਂਟ ਔਨ ਦੀ ਵੇ ਹੈ। ਅੱਜ ਦਾ ਜੋ ਆਪਣਾ ਸੈਸ਼ਨ ਹੈ ਤੁਹਾਡੇ ਲਈ ਬਹੁਤ ਇੰਪੋਰਟੈਂਟ ਰਹਿਣ ਵਾਲਾ ਹੈ। ਇਹਦੇ ਵਿੱਚੋਂ ਇੱਕ ਵੀ ਕੁਐਸਚਨ ਨੂੰ ਮਿਸ ਨਾ ਕਰਿਓ, ਕਿਉਂਕਿ ਇਹਨਾਂ ਦੇ ਵਿੱਚੋਂ ਹੀ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲਣਗੇ। ਜੇ ਇਹ ਜਿਹੜੇ ਆਪਣੇ CDP ਦੇ ਸੈਸ਼ਨ ਨੇ ਇਹ ਸਿਰਫ PS ਟੈਟ ਦੇ ਲਈ ਹੀ ਨਹੀਂ, ਸਗੋਂ ਆਉਣ ਵਾਲੇ ਸਾਰੇ ਐਗਜ਼ਾਮ ਜਿਨ੍ਹਾਂ ਦੇ ਵਿੱਚ CTET, HTET, KVS ਦੇ ਐਗਜ਼ਾਮ ਜਾਂ ਉਹ ਐਗਜ਼ਾਮ ਜਿਨ੍ਹਾਂ ਦੇ ਵਿੱਚ CDP ਬਾਰੇ ਪੁੱਛਿਆ ਜਾਂਦਾ ਹੈ, ਉਹ ਸਭ ਲਈ ਆਪਣੀਆਂ ਵੀਡੀਓ ਬਹੁਤ ਇੰਪੋਰਟੈਂਟ ਨੇ। ਠੀਕ ਹੈ ਜੀ। ਤਾਂ ਆਪਣਾ ਇਹ ਮੈਰਾਥਨ ਸੈਸ਼ਨ ਹੈ। ਮੈਰਾਥਨ ਦਾ ਮਤਲਬ ਇਹ ਨਹੀਂ ਕਿ ਆਪਾਂ ਕੋਈ 6-7 ਘੰਟਿਆਂ ਦੀ ਕਲਾਸ ਕਰਨੀ ਹੈ। ਇਹਦਾ ਮਤਲਬ ਮੈਂ ਕਲਾਸ ਦਾ ਕੋਈ ਟਾਈਮ ਪੀਰੀਅਡ ਸਪੈਸੀਫਿਕ ਨਹੀਂ ਰੱਖਿਆ ਕਿ ਮੈਂ 2 ਘੰਟਿਆਂ ਦੀ ਕਰਨੀ ਹੈ, 3 ਘੰਟਿਆਂ ਦੀ ਕਰਨੀ ਹੈ। ਠੀਕ ਹੈ ਜੀ। ਜਿੰਨੇ ਵੀ ਟਾਈਮ ਦੀ ਹੋਈ, 1 ਘੰਟੇ ਦੀ ਹੋਈ, 1.5 ਘੰਟੇ ਦੀ ਹੋਈ, ਠੀਕ ਹੈ, ਤਾਂ ਉਹ ਆਪਾਂ ਤੁਹਾਡੇ ਲਈ ਅਵੇਲੇਬਲ ਕਰ ਦਾਂਗੇ। ਠੀਕ ਹੈ ਜੀ। ਆਪਣਾ ਮਕਸਦ ਇਹ ਹੈ ਕਿ ਤੁਹਾਨੂੰ ਇੱਕ ਕਲਾਸ ਦੇ ਵਿੱਚ ਇੱਕੋ ਸਿਟਿੰਗ ਦੇ ਵਿੱਚ ਤੁਹਾਡੀ ਵਧੀਆ ਰਿਵੀਜ਼ਨ ਹੋ ਜੇ। ਠੀਕ ਹੈ ਜੀ। ਤਾਂ ਕਰਕੇ ਆਪਾਂ 100 MCQ ਲੈ ਕੇ ਆਏ ਹਾਂ। ਠੀਕ ਹੈ। ਇਹਦਾ ਕੋਈ ਸਪੈਸੀਫਿਕ ਟਾਈਮ ਨਹੀਂ, 1 ਘੰਟੇ ਦੀ ਬਣਦੀ ਹੈ ਵੀਡੀਓ, 1.5 ਘੰਟੇ ਦੀ ਬਣਦੀ ਹੈ। ਠੀਕ ਹੈ। ਤੁਸੀਂ ਸਾਰੀ ਵੀਡੀਓ ਨੂੰ ਅਟੈਂਡ ਕਰਿਓ ਤਾਂ ਇਹ ਤੁਹਾਨੂੰ ਬਹੁਤ ਫਾਇਦਾ ਦੇਊਗੀ ਆਉਣ ਵਾਲੇ ਸਾਰੇ ਐਗਜ਼ਾਮਸ ਦੇ ਵਿੱਚ। ਠੀਕ ਹੈ। ਤਾਂ ਇਹਦੇ ਵਿੱਚੋਂ ਡਾਇਰੈਕਟ ਕੁਐਸਚਨ ਤੁਹਾਨੂੰ ਪੁੱਟ ਕੀਤੇ ਜਾਣਗੇ। ਦੂਸਰੀ ਗੱਲ, ਇਹਦੇ ਵਿੱਚ ਆਪਾਂ ਜਿਹੜੇ ਕੁਐਸਚਨ ਰੱਖੇ ਨੇ ਉਹ ਜਿਹੜੇ ਆਪਾਂ ਆਲਰੇਡੀ ਆਪਣੇ ਸੈਸ਼ਨ ਅਪਲੋਡਡ ਨੇ ਉਹਨਾਂ ਦੇ ਵਿੱਚੋਂ ਹੀ ਰੱਖੇ ਨੇ, ਕਿਉਂਕਿ ਜਿਹੜੇ CDP ਦਾ ਜਿਹੜਾ ਆਪਣਾ ਜਿੰਨਾ ਕੁ ਆਪਣਾ ਸਿਲੇਬਸ ਹੈ ਉਹਦੇ ਵਿੱਚੋਂ ਹੀ ਕੁਐਸਚਨ ਆਉਂਦੇ ਨੇ। ਠੀਕ ਹੈ ਜੀ। ਇਹ ਕੁਐਸਚਨ ਸੇਮ ਹੀ ਹੁੰਦੇ ਨੇ, ਬਟ ਇਹਨਾਂ ਨੂੰ ਪੁੱਛਣ ਦਾ ਥੋੜ੍ਹਾ ਜਿਹਾ ਤਰੀਕਾ ਬਦਲ ਜਾਂਦਾ। ਠੀਕ ਹੈ ਜੀ। ਤਾਂ ਇਹ ਤੋਂ ਬਾਹਰ ਤੁਹਾਨੂੰ ਇੱਕ ਵੀ ਕੁਐਸਚਨ ਦੇਖਣ ਨੂੰ ਨਹੀਂ ਮਿਲਣਾ। ਠੀਕ ਹੈ। ਤਾਂ ਆਪਾਂ ਸਾਰਾ ਸਿਲੇਬਸ ਆ ਜਿਹੜਾ ਉਹਦੇ ਵਿੱਚੋਂ ਹੀ ਕੁਐਸਚਨ ਪਾਏ ਨੇ। ਠੀਕ ਹੈ। ਤਾਂ ਸਾਰਾ ਸੈਸ਼ਨ ਆਪਣਾ ਤੁਸੀਂ ਅਟੈਂਡ ਕਰਿਓ। ਤਾਂ ਸਟਾਰਟ ਕਰਦੇ ਹਾਂ ਆਪਣਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਪਹਿਲਾ ਜਿਹੜਾ ਆਪਣਾ ਕੁਐਸਚਨ ਹੈ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸ਼ਾਮਲ ਕਰਨਾ ਕੀ ਅਖਵਾਉਂਦਾ। ਇਨਕਲੂਜ਼ਨ ਆਫ ਚਿਲਡਰਨ ਵਿਦ ਸਪੈਸ਼ਲ ਨੀਡਸ ਇਜ਼ ਐਨ ਅਨਰੀਅਲਿਸਟਿਕ ਗੋਲ, is detrimental to children without disabilities, will increase the burden on school, requires a change in attitude, content and approach to teaching। ਇਹ ਕੁਐਸਚਨ ਆਪਾਂ ਪਹਿਲਾਂ ਵੀ ਅਟੈਂਪਟ ਕੀਤੇ ਹੋਏ ਨੇ। ਠੀਕ ਹੈ ਜੀ। ਇਹ ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ। ਤਾਂ ਆਪਾਂ ਤੁਹਾਡੀ ਰਿਵੀਜ਼ਨ ਕਰਾਉਣੀ ਹੈ, ਤੁਹਾਡੀ ਰਿਵੀਜ਼ਨ ਚੰਗੇ ਤਰੀਕੇ ਨਾਲ ਹੋ ਜੇ ਇੱਕੋ ਕਲਾਸ ਦੇ ਵਿੱਚ, ਇੱਕੋ ਸਿਟਿੰਗ ਦੇ ਵਿੱਚ, ਤਾਂ ਕਰਕੇ ਆਪਾਂ ਇਹ ਸੈਸ਼ਨ ਤੁਹਾਡੇ ਲਈ ਲੈ ਕੇ ਆਏ ਹਾਂ। ਠੀਕ ਹੈ। ਤਾਂ ਇੰਨੇ ਕੁਐਸਚਨ ਜਿਹੜੇ ਆਪਾਂ ਕਰ ਲਏ ਇੰਨੇ ਇਨਫ ਨੇ। ਠੀਕ ਹੈ। ਤੁਹਾਡੇ ਸਿਲੇਬਸ ਦੇ ਵਿੱਚੋਂ ਹੀ ਇਹ ਕੁਐਸਚਨ ਨੇ, ਇਸ ਤੋਂ ਬਾਹਰ ਤੁਹਾਨੂੰ ਇੱਕ ਵੀ ਕੁਐਸਚਨ ਨਹੀਂ ਆਉਣਾ। ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਪਣਾ ਬੈਸਟ ਆਨਸਰ ਆਪਾਂ ਚੁਣਨਾ ਹੈ। ਠੀਕ ਹੈ ਜੀ। ਤਾਂ ਜਿਹੜੇ ਆਪਣੇ ਪਹਿਲੇ 3 ਆਪਸ਼ਨ ਨੇ ਇਹ ਨੈਗੇਟਿਵ ਸੈਂਸ ਦਿੰਦੇ ਨੇ। ਇਜ਼ ਐਨ ਅਨਰੀਅਲਿਸਟਿਕ ਗੋਲ, ਕਿ ਮਤਲਬ ਇਹ ਇੱਕ ਅਨਰੀਅਲਿਸਟਿਕ ਗੋਲ ਹੈ। ਠੀਕ ਹੈ। ਜਿਹਨੂੰ ਆਪਾਂ ਗੈਰ ਜ਼ਿੰਮੇਵਾਰ ਆਪਾਂ ਕਹਿ ਸਕਦੇ ਹਾਂ। ਠੀਕ ਹੈ। ਜਾਂ ਮਤਲਬ ਆਪਣੇ ਨਾਲ ਰਿਲੇਟਡ ਨਹੀਂ ਹੈਗਾ, ਆਪਾਂ ਇਹਨੂੰ ਇੱਕ ਅਲੱਗ ਤੋਂ ਆਪਾਂ ਇਹ ਗੋਲ ਸੈੱਟ ਕਰ ਰਹੇ ਹਾਂ। ਠੀਕ ਹੈ। ਤਾਂ ਇਹ ਇੱਕ ਨੈਗੇਟਿਵ ਸੈਂਸ ਦਿੰਦਾ ਇਹ ਆਪਸ਼ਨ, ਇਹ ਨਹੀਂ ਆਉਣਾ। ਅਗਲਾ ਜਿਹੜਾ ਆਪਣਾ ਆਪਸ਼ਨ ਹੈ ਉਹ ਇਜ਼ ਡੈਟਰੀਮੈਂਟਲ ਟੂ ਚਿਲਡਰਨ ਵਿਦਆਊਟ ਡਿਸੇਬਿਲਿਟੀਜ਼। ਠੀਕ ਹੈ ਜੀ। ਆਪਾਂ ਜਿਹੜੇ ਵਿਦਆਊਟ ਡਿਸੇਬਿਲਿਟੀਜ਼ ਵਾਲੇ ਚਿਲਡਰਨ ਹੈ ਸਿਰਫ ਉਹਨਾਂ ਨੂੰ ਹੀ ਰੱਖਣਾ। ਵਿਲ ਇਨਕਰੀਜ਼ ਦੀ ਬਰਡਨ ਔਨ ਸਕੂਲ, ਕੀ ਇਹ ਸਕੂਲ ਦੇ ਉੱਤੇ ਦਬਾਅ ਪੈਦਾ ਕਰਦੇ ਨੇ। ਤਾਂ ਇਹ ਤਿੰਨੋਂ ਆਪਸ਼ਨ ਗਲਤ ਨੇ। ਤਾਂ ਜਿਹੜਾ ਆਪਣਾ ਆਨਸਰ ਆਉਣਾ ਉਹ ਆਉਣਾ D, ਰਿਕੁਆਇਰਸ ਅ ਚੇਂਜ ਇਨ ਐਟੀਟਿਊਡ, ਕੰਟੈਂਟ ਐਂਡ ਅਪਰੋਚ ਟੂ ਟੀਚਿੰਗ। ਠੀਕ ਹੈ ਜੀ। ਤਾਂ ਜੇ ਆਪਾਂ ਨੂੰ ਵਿਸ਼ੇਸ਼ ਲੋੜ ਵਾਲੇ ਬੱਚਿਆਂ ਨੂੰ ਜਿਹੜਾ ਆਪਾਂ ਸ਼ਾਮਲ ਕਰਨਾ ਹੈ ਤਾਂ ਉਹਨਾਂ ਦੇ ਲਈ ਆਪਾਂ ਨੂੰ ਇਹ ਚੀਜ਼ ਕਰਨੀ ਪਊਗੀ ਕਿ ਇੱਕ ਤਾਂ ਆਪਣੇ ਐਟੀਟਿਊਡ ਦੇ ਵਿੱਚ ਚੇਂਜ ਕਰਨਾ ਪਊਗਾ, ਦੂਜਾ ਜਿਹੜਾ ਆਪਣਾ ਕੰਟੈਂਟ ਹੈ ਉਹਦੇ ਵਿੱਚ ਚੇਂਜ ਕਰਨਾ ਪਊਗਾ, ਅਤੇ ਇੱਕ ਆਪਣੀ ਜਿਹੜੀ ਟੀਚਿੰਗ ਦੀ ਅਪਰੋਚ ਹੈ ਉਹਦੇ ਵਿੱਚ ਚੇਂਜ ਕਰਨਾ ਪਊਗਾ। ਠੀਕ ਹੈ। ਇਹਨਾਂ ਲਈ ਆਪਾਂ ਨੂੰ ਇੰਨਾ ਕੁ ਕਰਨਾ ਪਊਗਾ। ਠੀਕ ਹੈ। ਵਿਸ਼ੇਸ਼ ਲੋੜਾਂ ਵਾਲੇ ਬੱਚੇ ਕਿਹੜੇ ਹੁੰਦੇ ਨੇ, ਜਿਨ੍ਹਾਂ ਨੂੰ ਕੋਈ ਨਾ ਕੋਈ ਡਿਸੇਬਿਲਿਟੀ ਹੁੰਦੀ, ਇਹ ਤੁਸੀਂ ਯਾਦ ਰੱਖਿਓ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ D ਆਊਗਾ। ਠੀਕ ਹੈ ਜੀ। ਤਾਂ ਐਂਡ ਤੱਕ ਬਣੇ ਰਹਿਓ, ਪੇਸ਼ੈਂਸ ਬਣਾ ਕੇ ਰੱਖਿਓ। 100 ਕੁਐਸਚਨ ਆਪਾਂ ਕੰਪਲੀਟ ਕਰਨਾ ਹੈ। ਠੀਕ ਹੈ ਜੀ। ਤਾਂ ਇੱਕ ਕੁਐਸਚਨ ਆਪਣਾ ਬਹੁਤ ਇੰਪੋਰਟੈਂਟ ਹੈ, ਤਾਂ ਸਾਰੇ ਕੁਐਸਚਨ ਤੁਸੀਂ ਅਟੈਂਡ ਕਰਿਓ। ਇਹਦੇ ਵਿੱਚ ਇਹ ਨਹੀਂ ਹੈਗਾ ਕਿ ਸਾਰੇ ਕੁਐਸਚਨ ਆਪਾਂ ਪੁਰਾਣੇ ਹੀ ਪਾਏ ਨੇ, ਇਹ 'ਚ ਨਵੇਂ ਕੁਐਸਚਨ ਵੀ ਨੇ। ਇਹਦੇ ਵਿੱਚ ਇੰਪੋਰਟੈਂਟ ਬੁੱਕਸ ਵੀ ਮੈਂ ਰੱਖੀਆਂ ਨੇ ਜਿਹੜੀਆਂ ਤੁਹਾਨੂੰ ਸਾਈਕੋਲੋਜੀ ਦੇ ਵਿੱਚ ਪੁੱਛ ਲਈਆਂ ਜਾਂਦੀਆਂ, ਜਿਵੇਂ ਜੀਨ ਪਿਆਜ਼ੇ ਦੀਆਂ ਬੁੱਕਸ ਨੇ, ਵਾਈਗੋਸਕੀ ਦੀਆਂ। ਠੀਕ ਹੈ। ਤਾਂ ਉਹ ਮੈਂ ਆਪਾਂ ਸਾਰੀਆਂ ਇਹਦੇ ਵਿੱਚ ਰੱਖੀਆਂ ਹੋਈਆਂ। ਸੈਸ਼ਨ ਨੂੰ ਐਂਡ ਤੱਕ ਅਟੈਂਡ ਕਰਿਓ। ਬਹੁਤ ਕੁਐਸਚਨ ਤੁਹਾਨੂੰ ਨਵੇਂ ਵੀ ਮਿਲਣਗੇ ਅਤੇ ਬਹੁਤ ਕੁਐਸਚਨ ਆਪਣੇ ਸੈਸ਼ਨ ਦੇ ਵਿੱਚੋਂ ਵੀ ਮਿਲਣਗੇ। ਠੀਕ ਹੈ ਜੀ। ਜਿੰਨੇ ਆਪਾਂ ਕਰਵਾਏ ਹੋਏ ਨੇ।
ਤਾਂ ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੱਚੇ ਦੇ ਵਿਕਾਸ ਲਈ ਸਭ ਤੋਂ ਔਖੀ ਉਮਰ ਕਿਹੜੀ ਹੁੰਦੀ ਹੈ? ਦੀ ਮੋਸਟ ਡਿਫੀਕਲਟ ਏਜ ਫॉर ਦੀ ਡਿਵੈਲਪਮੈਂਟ ਆਫ ਅ ਚਾਈਲਡਹੁੱਡ, ਅਰਲੀ ਚਾਈਲਡਹੁੱਡ, ਇਨਫੈਂਸੀ ਜਾਂ ਟੀਨਏਜ। ਔਖੀ ਉਮਰ ਦਾ ਮਤਲਬ ਇਹ ਹੈ ਕਿ ਬੱਚੇ ਲਈ ਇਹ ਸਭ ਤੋਂ ਮਤਲਬ ਇੱਕ ਚਿੰਤਾ ਦਾ ਵਿਸ਼ਾ ਹੁੰਦਾ। ਇੱਥੇ ਆ ਕੇ ਬੱਚੇ ਨੂੰ ਐਨਗਜ਼ਾਈਟੀ ਹੋ ਜਾਂਦੀ ਹੈ, ਠੀਕ ਹੈ ਜੀ। ਤਾਂ ਚਿੰਤਾ ਦੇ ਵਿੱਚ ਰਹਿਣ ਲੱਗ ਜਾਂਦਾ ਉਹ, ਕਿਉਂਕਿ ਇਹ ਉਹਦਾ ਟ੍ਰਾਂਜੀਸ਼ਨਲ ਪੀਰੀਅਡ ਹੁੰਦਾ। ਇੱਥੋਂ ਉਹ ਵਿਗੜ ਵੀ ਸਕਦਾ, ਸੁਧਰ ਵੀ ਸਕਦਾ। ਇਹ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਕਰਵਾਤਾ ਜਿਹੜੇ ਆਪਾਂ ਸੈਸ਼ਨ ਆਪਣੇ ਹੋਏ ਨੇ, ਠੀਕ ਹੈ ਜੀ। ਤਾਂ ਇੱਕ ਤਾਂ ਮੈਂ ਤੁਹਾਨੂੰ ਸੁਜੈਸ਼ਨ ਦਿੰਦਾ ਕਿ ਜਦੋਂ ਤੁਸੀਂ ਕੁਐਸਚਨ ਅਟੈਂਪਟ ਕਰਨਾ, ਕੁਐਸਚਨ ਨੂੰ ਚੰਗੀ ਤਰ੍ਹਾਂ ਪੜ੍ਹਨਾ, ਚਾਰੋਂ ਆਪਸ਼ਨ ਨੂੰ ਚੰਗੀ ਤਰ੍ਹਾਂ ਪੜ੍ਹਨਾ, ਠੀਕ ਹੈ ਜੀ। ਤਾਂ ਪੂਰੇ ਧਿਆਨ ਦੇ ਨਾਲ ਤੁਸੀਂ ਟਿਕ ਲਾਉਣਾ ਆਨਸਰ 'ਤੇ, ਠੀਕ ਹੈ ਜੀ। ਕਿਉਂਕਿ ਆਪਣੇ ਕੋਲੇ OMR ਸ਼ੀਟ ਹੋਊ, ਆਪਣੇ ਕੋਲੇ ਕੰਪਿਊਟਰ ਨਹੀਂ ਹੋਣਾ, ਠੀਕ ਹੈ। ਕਿਉਂਕਿ ਜੇ ਤੁਸੀਂ CTET ਦਾ ਦੇ ਰਹੇ ਹੋ ਤਾਂ ਉਹਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ। CTET ਦੇ ਐਗਜ਼ਾਮ ਦੇ ਵਿੱਚ ਆਪਾਂ ਕੰਪਿਊਟਰਾਈਜ਼ਡ ਐਗਜ਼ਾਮ ਹੁੰਦਾ, ਉਹ ਕੰਪਿਊਟਰ ਬੇਸਡ ਹੁੰਦਾ। ਉੱਥੇ ਆਪਾਂ ਆਪਸ਼ਨ ਨੂੰ ਦੁਬਾਰਾ ਵੀ ਸੈੱਟ ਕਰ ਸਕਦੇ ਹਾਂ, ਠੀਕ ਹੈ। ਜੇ ਆਪਣੇ ਤੋਂ ਗਲਤੀ ਹੋ ਗਈ ਤਾਂ ਆਪਾਂ ਨੂੰ ਦੁਬਾਰਾ ਵੀ ਸਹੀ ਕਰ ਸਕਦੇ ਹਾਂ। ਬਟ OMR 'ਤੇ ਤੁਸੀਂ ਇੱਕ ਵਾਰੀ ਜੇ ਫਿਲ ਕਰਤਾ ਆਨਸਰ ਤਾਂ ਦੁਬਾਰਾ ਤੁਸੀਂ, ਆਪਾਂ ਨੂੰ ਪਤਾ ਹੀ ਹੈ ਕਿ ਉਹ ਸਹੀ ਆਪਾਂ ਨਹੀਂ ਕਰ ਸਕਦੇ। ਤਾਂ ਤੁਸੀਂ ਪੂਰੇ ਧਿਆਨ ਦੇ ਨਾਲ ਪੇਪਰ ਕਰਨਾ। ਪੇਪਰ ਦਾ ਸਿਰਫ ਇਹ ਨਹੀਂ ਹੁੰਦਾ ਕਿ ਆਪਾਂ ਤਿਆਰੀ ਕਰਕੇ ਚੱਲ ਗਏ, ਤਾਂ ਤੁਹਾਨੂੰ ਸਟ੍ਰੈਟਜੀ ਵੀ ਪਤਾ ਹੋਣੀ ਚਾਹੀਦੀ ਹੈ ਪੇਪਰ ਕਰਨ ਦੀ, ਠੀਕ ਹੈ ਜੀ। ਤਾਂ ਪੂਰੇ ਧਿਆਨ ਦੇ ਨਾਲ, ਪੂਰੇ ਮਤਲਬ ਪੈਨਿਕ ਨਹੀਂ ਹੋਣਾ ਪੇਪਰ ਕਰਨ ਦੇ ਲਈ, ਪੈਨਿਕ ਨਹੀਂ ਹੋਣਾ, ਆਰਾਮ ਨਾਲ ਪੇਪਰ ਕਰਨਾ। ਜਿਹੜੀਆਂ ਚੀਜ਼ਾਂ ਪਹਿਲਾਂ ਆਉਂਦੀਆਂ ਉਹ ਤੁਸੀਂ ਪਹਿਲਾਂ ਅਟੈਂਪਟ ਕਰਨੀਆਂ। ਤਾਂ ਔਖੀ ਉਮਰ ਕਿਹੜੀ ਹੈ? ਤਾਂ ਇਹਦਾ ਆਨਸਰ ਆਊਗਾ ਟੀਨਏਜ, ਠੀਕ ਹੈ ਜੀ। ਜਿਹੜੀ ਯੌਵਨ ਦੀ ਉਮਰ ਹੁੰਦੀ ਹੈ, ਜਿਹਨੂੰ ਆਪਾਂ ਅਡੋਲੇਸੈਂਸ ਵੀ ਕਹਿ ਦਿੰਦੇ ਹਾਂ ਦੂਸਰੇ ਸ਼ਬਦਾਂ ਦੇ ਵਿੱਚ, ਤਾਂ ਉਹ ਇਹ ਉਮਰ ਹੁੰਦੀ ਹੈ ਜਿਹਦੇ ਵਿੱਚ ਜਿਹੜੇ ਬੱਚੇ ਦੀ ਡਿਵੈਲਪਮੈਂਟ ਦਾ ਔਖਾ ਪੀਰੀਅਡ ਹੁੰਦਾ, ਇਹਨੂੰ ਆਪਾਂ ਔਖਾ ਮੰਨ ਸਕਦੇ ਹਾਂ। ਅਗਲਾ ਜਿਹੜਾ ਆਪਣਾ ਕੁਐਸਚਨ, ਜੇਕਰ ਬੱਚਾ ਰੋਜ਼ ਕਲਾਸ ਵਿੱਚ ਗੈਰ ਹਾਜ਼ਰ ਹੁੰਦਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਇਫ ਅ ਚਾਈਲਡ ਐਬਸੈਂਟ ਰੈਗੂਲਰ ਇਨ ਦੀ ਕਲਾਸ ਯੂ ਸ਼ੁੱਡ ਬੀ ਪੁਨਿਸ਼ਮੈਂਟ, ਡਿਸਮਿਸ ਫਰੋਮ ਸਕੂਲ, ਅਵੋਇਡ ਦੀ ਸਿਚੁਏਸ਼ਨ ਜਾਂ ਮੀਟਿੰਗ ਵਿਦ ਪੇਰੈਂਟਸ। ਉਹਨੂੰ ਦੰਡ ਦੇਣਾ ਚਾਹੀਦਾ ਹੈ, ਉਹਨੂੰ ਸਕੂਲ ਚੋਂ ਕੱਢ ਦੇਣਾ ਚਾਹੀਦਾ ਹੈ, ਸਥਿਤੀ ਨੂੰ ਅਣਦੇਖਿਆ ਕਰਨਾ ਚਾਹੀਦਾ ਹੈ, ਜਾਂ ਮਾਤਾ ਪਿਤਾ ਨੂੰ ਮਿਲਣਾ ਚਾਹੀਦਾ ਹੈ। ਤਾਂ ਜਦੋਂ ਤੁਸੀਂ ਪੇਪਰ ਅਟੈਂਪਟ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਜਦੋਂ ਤੁਸੀਂ ਆਪਸ਼ਨ ਪੜ੍ਹੋਗੇ ਤੁਹਾਨੂੰ ਨੈਗੇਟਿਵ ਸੈਂਸ ਆਊ ਉਹਨਾਂ ਦੇ ਵਿੱਚੋਂ। ਤਾਂ ਜਿਹੜੇ ਨੈਗੇਟਿਵ ਸੈਂਸ ਵਾਲੇ ਹੁੰਦੇ ਆ ਆਪਾਂ CDP ਦੇ ਵਿੱਚ ਅਵੋਇਡ ਕਰਨੇ ਹੁੰਦੇ ਆ ਉਹ ਆਨਸਰ। ਨੈਗੇਟਿਵ ਆਨਸਰ ਆਪਾਂ ਦੇਣਾ ਨਹੀਂ ਹੁੰਦਾ, ਠੀਕ ਹੈ, ਤੁਸੀਂ ਯਾਦ ਰੱਖਿਓ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਆਊਗਾ 4, ਮੀਟਿੰਗ ਵਿਦ ਪੇਰੈਂਟਸ, ਠੀਕ ਹੈ। ਤਾਂ ਤੁਸੀਂ ਉਹਦੇ ਮਾਤਾ ਪਿਤਾ ਨਾਲ ਜਾ ਕੇ ਮਿਲੋਗੇ, ਠੀਕ ਹੈ। ਤੁਸੀਂ ਰੀਜ਼ਨ ਤੁਸੀਂ ਦੇਖੋਗੇ ਕਿ ਕਿਉਂ ਨਹੀਂ ਆ ਰਿਹਾ ਉਹ, ਇਹਦੇ ਪਿੱਛੇ ਕੀ ਰੀਜ਼ਨ ਹੈ ਨਾ ਆਉਣ ਦੇ ਪਿੱਛੇ। ਤਾਂ ਇਹਦਾ ਜਿਹੜਾ ਆਨਸਰ ਆਊਗਾ ਮੀਟਿੰਗ ਵਿਦ ਪੇਰੈਂਟਸ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਅਨੁਸ਼ਾਸਨ ਦਾ ਕੀ ਮਤਲਬ ਹੈ? ਡਿਸਿਪਲਿਨ ਮੀਨਸ ਸਟ੍ਰਿਕਟਨੈਸ, ਓਬੀਡੀਐਂਸ, ਪੁਨਿਸ਼ਮੈਂਟ, ਗੋਇੰਗ ਬਾਈ ਰੂਲਸ। ਸਖਤਾਈ, ਕਹਿਣਾ ਮੰਨਣਾ, ਦੰਡ ਦੇਣਾ, ਜਾਂ ਕਾਨੂੰਨਾਂ ਦੇ ਮੁਤਾਬਕ ਚੱਲਣਾ। ਅਨੁਸ਼ਾਸਨ ਆਪਾਂ ਕਿਹਨੂੰ ਕਹਿੰਦੇ ਹਾਂ? ਤਾਂ ਆਪਣੇ ਸੈਸ਼ਨ ਦੇ ਵਿੱਚ ਮੈਂ ਇੱਕ ਕੁਐਸਚਨ ਤੁਹਾਡੇ ਲਈ ਬਹੁਤ ਇੰਪੋਰਟੈਂਟ ਰੱਖਿਆ। ਮੈਰਾਥਨ ਦਾ ਮਤਲਬ ਆਪਣੇ ਲਈ ਇਹ ਨਹੀਂ ਹੈਗਾ ਕਿ ਮੈਂ ਤੁਹਾਡੇ ਲਈ ਅੱਗੇ 7-8 ਘੰਟਿਆਂ ਦੀ ਕਲਾਸ ਰੱਖਦਾ, ਠੀਕ ਹੈ। ਆਪਣਾ ਫ਼ਾਇਦਾ ਮੈਂ ਨਹੀਂ ਸੋਚਦਾ, ਮੈਂ ਤੁਹਾਡਾ ਫ਼ਾਇਦਾ ਸੋਚ ਰਿਹਾ, ਠੀਕ ਹੈ ਜੀ। ਕਿ ਮੈਥੋਂ ਜਿੰਨੇ ਵੀ ਟਾਈਮ ਦੀ ਕਲਾਸ ਬਣੀ, ਮੈਂ ਆਪਣੀ ਪੂਰੀ ਮਿਹਨਤ ਦੇ ਨਾਲ, ਪੂਰੀ ਰਿਸਰਚ ਕਰਕੇ ਤੁਹਾਡੇ ਲਈ ਕੁਐਸਚਨ ਲੈ ਕੇ ਆਇਆ ਕਿ ਇਹਨਾਂ ਤੋਂ ਬਾਹਰ ਤੁਹਾਨੂੰ ਕੁਐਸਚਨ ਨਹੀਂ ਆਉਣੇ, ਠੀਕ ਹੈ ਜੀ। ਤਾਂ ਮੈਨੂੰ ਇਹ ਹੈ ਕਿ ਮੈਂ ਘੱਟ ਤੋਂ ਘੱਟ ਟਾਈਮ ਦੇ ਵਿੱਚ ਹੀ ਤੁਹਾਨੂੰ ਮੈਰਾਥਨ ਕੰਪਲੀਟ ਕਰਵਾਵਾਂ, ਠੀਕ ਹੈ ਜੀ। ਕਿਉਂਕਿ ਆਪਾਂ 100 ਕੁਐਸਚਨ ਕਰਨਾ, 100 ਕੁਐਸਚਨ ਆਪਾਂ ਘੱਟ ਤੋਂ ਘੱਟ ਟਾਈਮ ਦੇ ਵਿੱਚ ਹੀ ਕਰਨਾ, ਜਿੰਨਾ ਆਪਣਾ ਘੱਟ ਟਾਈਮ ਹੋਵੇ, ਤਾਂ ਕਿ ਤੁਹਾਨੂੰ ਬੋਰਿੰਗ ਨਾ ਲੱਗੇ ਕੁਛ ਵੀ, ਠੀਕ ਹੈ ਜੀ। ਤਾਂ ਮੇਰਾ ਇਹੀ ਮੋਟਿਵ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਆਊਗਾ, ਗੋਇੰਗ ਬਾਈ ਰੂਲਸ, ਠੀਕ ਹੈ ਜੀ। ਕਾਨੂੰਨਾਂ ਮੁਤਾਬਕ ਚੱਲਣਾ, ਇਹਨੂੰ ਕਾਨੂੰਨਾਂ ਮੁਤਾਬਕ ਚੱਲਣਾ ਕਿਹਾ ਜਾਂਦਾ। ਜਿਹੜਾ ਆਪਣਾ ਡਿਸਿਪਲਿਨ ਹੁੰਦਾ, ਠੀਕ ਹੈ। ਸਖਤਾਈ ਨੂੰ ਆਪਾਂ ਡਿਸਿਪਲਿਨ ਨਹੀਂ ਕਹਿ ਸਕਦੇ, ਠੀਕ ਹੈ, ਕਿ ਆਪਾਂ ਬਿਨਾਂ ਗੱਲ ਤੋਂ ਸਖਤਾਈ ਕਰ ਦੇਣਾ, ਉਹਨੂੰ ਆਪਾਂ ਡਿਸਿਪਲਿਨ ਨਹੀਂ ਮੰਨ ਸਕਦੇ। ਕਹਿਣਾ ਮੰਨਣਾ, ਸਿਰਫ ਕਹਿਣਾ ਮੰਨਣਾ ਆਪਾਂ ਡਿਸਿਪਲਿਨ ਨਹੀਂ ਕਹਿ ਸਕਦੇ। ਦੰਡ ਦੇਣਾ ਤਾਂ CDP ਦੇ ਵਿੱਚ ਵੈਸੇ ਹੀ ਅਵੋਇਡ ਹੁੰਦਾ, ਠੀਕ ਹੈ, ਤੁਹਾਨੂੰ ਪਤਾ ਹੀ ਹੈ। ਤਾਂ ਗੋਇੰਗ ਬਾਏ ਰੂਲਸ ਜਾਊਗਾ ਇਹਦਾ ਆਨਸਰ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇੱਕ ਅਧਿਆਪਕ ਦੀ ਪਹਿਲੀ ਜ਼ਿੰਮੇਵਾਰੀ ਹੈ। ਦੀ ਪ੍ਰਾਇਮਰੀ ਡਿਊਟੀ ਆਫ ਅ ਟੀਚਰ ਇਜ਼ ਟੂ ਰਿਸਪੋਂਸੀਬਲ ਫॉर ਸੋਸਾਇਟੀ, ਫੈਮਿਲੀ, ਸਕੂਲ ਜਾਂ ਚਿਲਡਰਨ। ਤਾਂ ਪ੍ਰਾਇਮਰੀ ਡਿਊਟੀ ਕਿਹੜੀ ਹੈ ਇੱਕ ਅਧਿਆਪਕ ਦੀ, ਇੱਕ ਟੀਚਰ ਦੀ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਆਊਗਾ, ਚਿਲਡਰਨ, ਠੀਕ ਹੈ ਜੀ, ਬੱਚੇ। ਤਾਂ ਬੱਚੇ ਉਹਦੀ ਪ੍ਰਾਇਮਰੀ ਡਿਊਟੀ ਹੈ ਇੱਕ ਟੀਚਰ ਦੀ, ਠੀਕ ਹੈ। ਬੱਚਿਆਂ ਨਾਲ ਹੀ ਉਹਨੇ ਰਹਿਣਾ, ਠੀਕ ਹੈ। ਬੱਚਿਆਂ ਦੇ ਉੱਤੇ ਮਤਲਬ ਉਹਨੇ, ਬੱਚਿਆਂ ਦੇ ਵਿੱਚ ਹੀ ਉਹਨੇ ਵਿਚਰਨਾ। ਤਾਂ ਪ੍ਰਾਇਮਰੀ ਡਿਊਟੀ ਉਹਦੀ ਬੱਚੇ ਹੈ, ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਾਥੀ ਸਮੂਹ ਕੀ ਹੈ? ਵਾਟ ਇਜ਼ ਦੀ ਪੀਅਰ ਗਰੁੱਪ? ਫੈਮਿਲੀ ਐਂਡ ਰਿਲੇਟਿਵਸ, ਫਰੈਂਡਸ, ਪੀਪਲ ਵਿਦ ਸੇਮ ਪ੍ਰੋਫੈਸ਼ਨ, ਜਾਂ ਆਲ ਆਫ ਦੀ ਅਬਵ। ਪੀਅਰ ਗਰੁੱਪ ਆਪਾਂ ਸਾਥੀ ਸਮੂਹ ਕਿਹਨੂੰ ਕਹਿੰਦੇ ਹਾਂ? ਪੇਸ਼ੈਂਸ ਬਣਾ ਕੇ ਰੱਖਿਓ, ਠੀਕ ਹੈ ਜੀ। 100 ਕੁਐਸਚਨ ਆਪਾਂ ਕੰਪਲੀਟ ਕਰਾਂਗੇ, ਤਾਂ ਤੁਹਾਨੂੰ ਬਹੁਤ ਫ਼ਾਇਦਾ ਦੇਊਗਾ ਇਹ 100 ਕੁਐਸਚਨ ਤੁਹਾਡੇ ਆਉਣ ਵਾਲੇ ਪੇਪਰਾਂ ਦੇ ਵਿੱਚ। ਤਾਂ ਪੂਰੀ ਮਿਹਨਤ ਮੁਸ਼ੱਕਤ ਦੇ ਨਾਲ ਮੈਂ ਤੁਹਾਡੇ ਅੱਗੇ ਇਹ ਵੀਡੀਓ ਲੈ ਕੇ ਆਇਆ, ਠੀਕ ਹੈ ਜੀ। ਇੱਕ ਕੁਐਸਚਨ ਮੈਂ ਪੂਰਾ ਸਿਲੈਕਟਡ ਇਹਦੇ ਵਿੱਚ ਰੱਖਿਆ ਤਾਂ ਕਿ ਤੁਹਾਡਾ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਹੋ ਸਕੇ। ਅਤੇ ਵੀਡੀਓ ਮੈਂ ਥੋੜ੍ਹੀ ਤੋਂ ਥੋੜ੍ਹੇ ਟਾਈਮ ਦੀ ਬਣਾਊਂ, ਕਿਉਂਕਿ
ਤੁਹਾਨੂੰ ਬੋਰਿੰਗ ਨਾ ਲੱਗੇ, ਠੀਕ ਹੈ ਜੀ। ਤਾਂ ਤੁਹਾਡੇ ਲਈ ਆਪਾਂ ਜਿੰਨਾ ਕੁ ਹੋ ਸਕਦਾ ਆਪਾਂ ਕਰ ਰਹੇ ਹਾਂ। ਅਤੇ ਜੇਕਰ ਕੋਈ ਕੁਐਸਚਨ ਮੇਰੇ ਤੋਂ ਗਲਤ ਕਈ ਵਾਰੀ ਹੋ ਜਾਂਦਾ, ਤਾਂ ਕਈ ਵਾਰੀ ਆਪਸ਼ਨ ਇਹਦੇ ਵਿੱਚ ਗਲਤ ਪ੍ਰੋਨਾਊਂਸ ਜਾਂ ਗਲਤ ਸੈੱਟ ਕੀਤੇ ਜਾਂਦੇ ਨੇ, ਠੀਕ ਹੈ ਜੀ। ਕਿਉਂਕਿ ਮੈਨੂੰ ਖੁਦ ਨੂੰ ਇਕੱਲੇ ਨੂੰ ਹੀ ਸਾਰਾ ਇਹ ਕੰਮ ਕਰਨਾ ਪੈਂਦਾ, ਟਾਈਪ ਵੀ ਮੈਨੂੰ ਖੁਦ ਕਰਨਾ ਪੈਂਦਾ, ਠੀਕ ਹੈ ਜੀ। ਰਿਕਾਰਡਿੰਗ ਤਾਂ ਮੈਂ ਕਰਦਾ ਹੀ ਕਰਦਾ, ਤਾਂ ਟਾਈਪਿੰਗ ਮੈਨੂੰ ਸਾਰੀ ਇਹ ਸਲਾਈਡਸ ਵਗੈਰਾ ਖੁਦ ਮੈਨੂੰ ਬਣਾਉਣੀਆਂ ਪੈਂਦੀਆਂ, ਤਾਂ ਕਰਕੇ ਬਾਏ ਚਾਂਸ ਕਈ ਵਾਰੀ ਨਹੀਂ ਪਤਾ ਲੱਗਦਾ, ਠੀਕ ਹੈ ਜੀ। ਤਾਂ ਕਈ ਵਾਰੀ ਇੱਕ ਅੱਧਾ ਆਪਸ਼ਨ ਗਲਤ ਵੀ ਹੋ ਜਾਂਦਾ। ਤਾਂ ਵੈਸੇ ਤਾਂ ਮੈਂ ਇਹ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਇੱਕ ਚੀਜ਼ ਮੈਂ ਪੂਰੀ ਕਰੈਕਟ ਤੁਹਾਡੇ ਲਈ ਰੱਖਾਂ, ਤਾਂ ਬਾਏ ਚਾਂਸ ਹੋ ਜਾਂਦਾ ਕਈ ਵਾਰੀ, ਠੀਕ ਹੈ। ਤਾਂ ਉਹਨੂੰ ਤੁਸੀਂ ਥੋੜ੍ਹਾ ਜਿਹਾ ਮੇਰੇ ਨਾਲ ਕੋਆਪਰੇਟ ਕਰਿਆ ਕਰੋ, ਠੀਕ ਹੈ। ਕਮੈਂਟ ਦੇ ਵਿੱਚ ਉਹ ਦੱਸ ਦਿਆ ਕਰੋ, ਕਈ ਵਾਰੀ ਕੋਈ ਚੀਜ਼ ਆਪਾਂ ਮਿਸਪਲੇਸ ਵੀ ਹੋ ਜਾਂਦੀ ਹੈ ਜਾਂ ਕੋਈ ਗਲਤ ਰੱਖਿਆ ਜਾਂਦਾ ਆਪਸ਼ਨ ਦੇ ਵਿੱਚ, ਤਾਂ ਉਹ ਦੱਸਿਆ ਕਰੋ ਜ਼ਰੂਰ। ਤਾਂ ਇਹਦਾ ਆਨਸਰ ਆਊਗਾ ਆਲ ਆਫ ਦੀ ਅਬਵ। ਪੀਅਰ ਗਰੁੱਪ ਹੁੰਦੇ ਹੈਗੇ ਸਾਥੀ। ਸਾਥੀ ਮਤਲਬ ਆਪਾਂ ਕਿਤੇ ਵੀ ਫੈਮਿਲੀ ਦੇ ਰਿਲੇਟਿਵ ਆਪਾਂ ਸਾਥੀ ਹੁੰਦੇ ਹਾਂ, ਦੋਸਤਾਂ ਦੇ ਵਿੱਚ ਵੀ ਆਪਾਂ ਸਾਥੀ ਹੁੰਦੇ ਹਾਂ। ਜਦੋਂ ਆਪਾਂ ਇੱਕ ਜਗ੍ਹਾ 'ਤੇ ਕੰਮ ਕਰਦੇ ਹਾਂ, ਉੱਥੇ ਵੀ ਆਪਾਂ ਆਪਣੀ ਦੋਸਤੀ ਪੈ ਜਾਂਦੀ, ਆਪਾਂ ਸਾਥੀ ਬਣ ਜਾਂਦੇ ਹਾਂ। ਤਾਂ ਆਲ ਆਫ ਦੀ ਅਬਵ ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜੀ ਵਿੱਦਿਅਕ ਪ੍ਰਾਪਤੀ ਨਹੀਂ ਹੈ? ਵਿਚ ਇਜ਼ ਨਾਟ ਐਨ ਐਜੂਕੇਸ਼ਨਲ ਅਚੀਵਮੈਂਟ, ਸੈਲਫ ਲਰਨਿੰਗ, ਐਕਸਪੀਰੀਅੰਸ, ਪ੍ਰੈਕਟਿਸ ਜਾਂ ਹੈਰੀਡਿਟੀ। ਤਾਂ ਵਿੱਦਿਅਕ ਪ੍ਰਾਪਤੀ ਕਿਹੜੀ ਨਹੀਂ ਹੈਗੀ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਨੰਬਰ 4 ਆਊਗਾ, ਹੈਰੀਡਿਟੀ, ਅਨੁਵਾਂਸ਼ਿਕਤਾ। ਹੈਰੀਡਿਟੀ ਕੀ ਹੁੰਦੀ ਹੈ? ਇਹ ਤੁਹਾਨੂੰ ਪਤਾ ਹੈ ਕਿ ਜਿਹੜੀਆਂ ਚੀਜ਼ਾਂ ਆਪਾਂ ਨੂੰ ਆਪਣੇ ਮਾਂ-ਬਾਪ ਤੋਂ ਮਿਲਦੀਆਂ ਨੇ, ਠੀਕ ਹੈ ਜੀ। ਮਾਂ-ਬਾਪ ਤੋਂ ਆਪਣੇ ਜੀਨਸ ਦੇ ਵਿੱਚ ਹੁੰਦੀਆਂ ਨੇ, ਆਪਣੀ ਦਿੱਖ, ਆਪਣੀ ਬੋਲਬਾਣੀ, ਠੀਕ ਹੈ, ਆਪਣਾ ਸਟਰਕਚਰ ਸਾਰਾ ਆਪਣੇ ਮਾਂ-ਬਾਪ 'ਤੇ ਜਾਂਦਾ, ਤਾਂ ਉਹ ਜੀਨਸ ਦੇ ਵਿੱਚ ਮਿਲਦੀਆਂ ਉਹ ਚੀਜ਼ਾਂ ਆਪਾਂ ਨੂੰ, ਤਾਂ ਉਹਨੂੰ ਹੈਰੀਡਿਟੀ ਕਹਿੰਦੇ ਆ, ਠੀਕ ਹੈ ਜੀ। ਤਾਂ ਹੈਰੀਡਿਟੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਆਪਣੀ ਵਿੱਦਿਅਕ ਪ੍ਰਾਪਤੀ ਨਹੀਂ ਹੈਗੀ, ਤਾਂ ਇਹ ਤਾਂ ਨੈਚੁਰਲ ਪ੍ਰੋਸੈਸ ਹੈ, ਠੀਕ ਹੈ ਜੀ। ਤਾਂ ਇਹ ਤਿੰਨੋਂ ਆਪਣੀਆਂ ਵਿੱਦਿਅਕ ਪ੍ਰਾਪਤੀਆਂ ਨੇ, ਅਤੇ ਇਹੋ ਜਿਹੇ ਤੁਹਾਨੂੰ ਕੁਐਸਚਨ ਆ ਜਿਹੜੇ ਉਹ ਦੇਖਣ ਨੂੰ ਮਿਲਣਗੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੱਚੇ ਦੇ ਸਿੱਖਣ ਵਿੱਚ ਮਾਪੇ ਕਿਹੜੀ ਭੂਮਿਕਾ ਨਿਭਾਉਂਦੇ ਨੇ? ਵਿਚ ਰੋਲ ਇਜ਼ ਪਲੇਇੰਗ ਬਾਈ ਪੇਰੈਂਟਸ ਇਨ ਦੀ ਲਰਨਿੰਗ ਪ੍ਰੋਸੈਸ ਆਫ ਚਿਲਡਰਨ? ਨੈਗੇਟਿਵ, ਨੈਚੁਰਲ, ਸਿੰਪੈਥੈਟਿਕ ਜਾਂ ਆਲ ਆਫ ਦੀ ਅਬਵ? ਤੁਸੀਂ ਮੈਨੂੰ ਇਹ ਕੁਐਸਚਨ ਪੁੱਟ ਨਾ ਕਰਿਓ ਕਿ ਸਰ ਇਹ ਤਾਂ ਕੁਐਸਚਨ ਸਾਡੇ ਪਹਿਲਾਂ ਅਟੈਂਪਟ ਕੀਤੇ ਹੋਏ ਨੇ, ਠੀਕ ਹੈ ਜੀ। ਕਿਉਂਕਿ ਮੈਂ ਬਹੁਤ ਸਾਰੇ ਕੁਐਸਚਨ ਆਪਾਂ ਪਿਛਲੇ ਸੈਸ਼ਨ ਦੇ ਵਿੱਚੋਂ ਹੀ ਰੱਖੇ ਹੋਏ ਨੇ, ਠੀਕ ਹੈ ਜੀ। ਅਤੇ ਕੁਛ ਕੁਐਸਚਨ ਇਹਦੇ ਵਿੱਚ ਮੈਂ ਨਵੇਂ ਵੀ ਰੱਖੇ ਹੋਏ ਨੇ, ਠੀਕ ਹੈ। ਤਾਂ ਮੈਂ ਉਹ ਕੁਐਸਚਨ ਹੀ ਰੱਖੇ ਨੇ ਜਿਹੜੇ ਤੁਹਾਡੇ ਲਈ ਇੰਪੋਰਟੈਂਟ ਨੇ, ਠੀਕ ਹੈ। ਤੁਸੀਂ ਬਸ ਇਹ ਸੋਚੋ ਕਿ ਮੈਂ ਇਹ ਪੂਰੀ ਰਿਸਰਚ ਦੇ ਨਾਲ ਪੂਰੇ ਸਿਲੈਕਟਡ ਕੁਐਸਚਨ ਤੁਹਾਡੇ ਲਈ ਲੈ ਕੇ ਆਇਆ ਕਿ ਜਿਹੜੇ ਤੁਹਾਨੂੰ ਬਹੁਤ ਫਾਇਦਾ ਦੇਣਗੇ ਪੇਪਰ ਦੇ ਵਿੱਚ। ਕਿਉਂਕਿ ਫਾਲਤੂ ਕੁਐਸਚਨ ਇੱਥੇ ਮੈਂ ਰੱਖ ਦੇਵਾਂ, ਠੀਕ ਹੈ, ਕੋਈ ਸਿੰਪਲ ਕੁਐਸਚਨ ਜਿਹੜੇ ਤੁਹਾਨੂੰ ਆਉਂਦੇ ਆ, ਆਲਰੇਡੀ ਆਉਂਦੇ ਆ, ਠੀਕ ਹੈ, ਤਾਂ ਉਹਦਾ ਕੋਈ ਫਾਇਦਾ ਨਹੀਂ। ਮੈਂ ਮੋਡਰੇਟ ਲੈਵਲ ਥੋੜ੍ਹਾ ਲੈ ਕੇ ਆਉਣਾ ਹੁੰਦਾ, ਠੀਕ ਹੈ, ਕਿ ਜਿਹਦੇ ਵਿੱਚ ਤੁਹਾਨੂੰ ਥੋੜ੍ਹਾ ਜਿਹਾ ਡਰ ਹੁੰਦਾ ਆਪਸ਼ਨ ਗਲਤ ਕਰਨ ਦਾ, ਤਾਂ ਉਹੀ ਕੁਐਸਚਨ ਆਪਾਂ ਇੱਥੇ ਡਿਸਕਸ ਕਰਦੇ ਹਾਂ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 3 ਆਊਗਾ, ਸਿੰਪੈਥੈਟਿਕ, ਠੀਕ ਹੈ ਜੀ। ਤਾਂ ਜਿਹੜੇ ਮਾਂ-ਬਾਪ ਨੇ ਆਪਣੇ, ਉਹ ਸਿੰਪੈਥੈਟਿਕ ਰੋਲ ਨਿਭਾਉਂਦੇ ਨੇਗੇ, ਠੀਕ ਹੈ। ਜਦੋਂ ਆਪਾਂ ਨੂੰ ਕੋਈ ਦੁੱਖ ਹੁੰਦਾ ਹੈ, ਆਪਾਂ ਨੂੰ ਖੁਸ਼ੀ ਹੁੰਦੀ ਹੈ, ਤਾਂ ਆਪਾਂ ਸਭ ਤੋਂ ਪਹਿਲਾਂ ਆਪਣੇ ਮਾਂ-ਬਾਪ ਕੋਲ ਜਾਂਦੇ ਹਾਂ, ਅਤੇ ਉਹੀ ਆਪਣੇ ਨਾਲ, ਉਹੀ ਆਪਾਂ ਨੂੰ ਸਮਝਦੇ ਆ, ਉਹਨਾਂ ਨਾਲ ਆਪਣੀ ਅਟੈਚਮੈਂਟ ਹੁੰਦੀ ਹੈ। ਤਾਂ ਇਹਦਾ ਆਊਗਾ ਸਿੰਪੈਥੈਟਿਕ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੱਚੇ ਦੇ ਬੌਧਿਕ ਵਿਕਾਸ ਲਈ ਸਭ ਤੋਂ ਵਧੀਆ ਜਗ੍ਹਾ ਕਿਹੜੀ ਹੈ? ਦੀ ਬੈਸਟ ਪਲੇਸ ਆਫ ਏ ਚਾਈਲਡਸ ਕੋਗਨੇਟਿਵ ਡਿਵੈਲਪਮੈਂਟ? ਸਕੂਲ, ਘਰ, ਕਲਾਸ ਜਾਂ ਗਰਾਊਂਡ? CDP ਦੇ ਵਿੱਚ ਜਿਹੜੇ ਬਹੁਤ ਸਾਰੇ ਆਨਸਰ ਹੋਣਗੇ, ਉਸ ਤੁਹਾਡੀ ਕਾਮਨ ਸੈਂਸ 'ਤੇ ਹੀ ਬੇਸਡ ਹੁੰਦੇ ਨੇ ਜ਼ਿਆਦਾਤਰ, ਠੀਕ ਹੈ। ਤੁਹਾਡੀ ਸਮਝਦਾਰੀ ਇਹਦੇ ਵਿੱਚ ਪਰਖੀ ਜਾਂਦੀ ਹੈ ਕਿ ਤੁਹਾਨੂੰ ਕਿੰਨੀ ਕੁ ਸਮਝ ਹੈ, ਠੀਕ ਹੈ ਜੀ। ਕਿਉਂਕਿ ਆਪਾਂ ਅਲੱਗ-ਅਲੱਗ, ਆਪਣੀ ਸੋਚ ਅਲੱਗ-ਅਲੱਗ ਹੁੰਦੀ ਹੈ, ਆਪਾਂ ਅਲੱਗ-ਅਲੱਗ ਸੋਚਦੇ ਹੁੰਦੇ ਹਾਂ, ਤਾਂ ਕਰਕੇ ਉਹ ਆਪਣੇ ਅੱਗੇ ਇਹੋ ਜਿਹੇ ਆਪਸ਼ਨ ਰੱਖਦੇ ਆ ਕਿ ਕਿਸੇ ਨੂੰ ਕੋਈ ਆਪਸ਼ਨ ਵਧੀਆ ਲੱਗਦਾ, ਕਿਸੇ ਨੂੰ ਕੋਈ ਵਧੀਆ ਲੱਗਦਾ। ਆਪਾਂ ਬੈਸਟ ਚੁਣਨਾ ਹੁੰਦਾ ਕਿ ਜਿਹੜਾ ਸਭ ਤੋਂ ਓਥੈਂਟਿਕ ਹੁੰਦਾ ਆਨਸਰ। ਤਾਂ ਇਹਦਾ ਆਨਸਰ ਆਊਗਾ ਸਕੂਲ, ਕਲਾਸ, ਸੌਰੀ, ਠੀਕ ਹੈ। ਤਾਂ ਇਹਦਾ ਆਨਸਰ ਆਊਗਾ ਕਲਾਸ, ਕਿਉਂਕਿ ਸਕੂਲ ਤੋਂ ਵੀ ਅੱਗੇ ਹੈ ਕਲਾਸ। ਸਕੂਲ ਦੇ ਵਿੱਚ ਆਪਾਂ ਕਲਾਸ ਦੇ ਵਿੱਚ ਜਦੋਂ ਆਪਾਂ ਜਾਂਦੇ ਹਾਂ, ਤਾਂ ਆਪਾਂ ਟੀਚਰਸ ਦੇ ਨਾਲ ਇੰਟਰੈਕਸ਼ਨ ਕਰਦੇ ਹਾਂ, ਉਹਦੇ ਮਤਲਬ ਉਹਦੇ ਨਾਲ ਆਪਣਾ ਗੱਲਬਾਤ ਹੁੰਦੀ ਹੈ, ਕੁਐਸਚਨਿੰਗ ਹੁੰਦੀ ਹੈ, ਠੀਕ ਹੈ। ਤਾਂ ਇਹਦਾ ਕਲਾਸ ਆਊਗਾ, ਤਾਂ ਸਕੂਲ ਨਹੀਂ ਆਉਣਾ। ਤਾਂ ਸਕੂਲ ਤਾਂ ਆਊਗਾ ਜੇ ਇਹਦੇ ਵਿੱਚ ਕਲਾਸ ਨਾ ਹੁੰਦਾ ਆਪਸ਼ਨ, ਤਾਂ ਇੱਥੇ ਸਕੂਲ ਆਉਂਦਾ। ਤਾਂ ਇਹਦੇ ਵਿੱਚ ਆਪਾਂ ਬੈਸਟ ਆਨਸਰ ਚੁਣਨਾ ਹੁੰਦਾ, ਠੀਕ ਹੈ ਜੀ। ਤਾਂ ਕਲਾਸ ਆਊਗਾ ਇਹਦਾ ਆਨਸਰ। ਤਾਂ ਕਲਾਸ ਦੇ ਵਿੱਚ ਆਪਣਾ ਬੌਧਿਕ ਵਿਕਾਸ, ਬੌਧਿਕ ਯਾਨੀ ਕਿ ਆਪਣੇ ਮਾਈਂਡ ਦੇ ਨਾਲ ਰਿਲੇਟਡ, ਠੀਕ ਹੈ, ਤਾਂ ਉਹ ਕਲਾਸ ਦੇ ਵਿੱਚ ਹੋਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਹੈ, ਅਨੁਵਾਂਸ਼ਿਕਤਾ ਅਤੇ ਵਾਤਾਵਰਨ ਸੁਮੇਲ ਹਨ? ਹੈਰੀਡਿਟੀ ਐਂਡ ਇਨਵਾਇਰਨਮੈਂਟ ਆਰ ਕੋਰਿਲੇਟਿੰਗ ਵਿਦ ਚਿਲਡਰਨ, ਐਲਡਰ, ਕੰਪੈਨੀਅਨ ਜਾਂ ਆਲ ਆਫ ਦੀ ਅਬਵ? ਅਨੁਵਾਂਸ਼ਿਕਤਾ ਅਤੇ ਵਾਤਾਵਰਨ ਦਾ ਸੁਮੇਲ ਹੈ ਜਿਹੜਾ, ਉਹ ਕਿਹਦੇ ਵਿੱਚ ਆਪਾਂ ਨੂੰ ਦਿਖਦਾ ਹੈ?
ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 4 ਆਊਗਾ ਆਲ ਆਫ ਦੀ ਅਬਵ। ਠੀਕ ਹੈ ਜੀ, ਸਾਰਿਆਂ ਵਿੱਚ ਹੀ ਦਿਖਦਾ, ਬੱਚਿਆਂ ਵਿੱਚ ਵੀ ਦਿਖਦਾ, ਵੱਡਿਆਂ ਵਿੱਚ ਵੀ, ਕੰਪੈਨੀਅਨ ਵਿੱਚ ਵੀ। ਤਾਂ ਇਹ ਅਨੁਵਾਂਸ਼ਿਕਤਾ ਤੇ ਵਾਤਾਵਰਨ ਹੈ ਜਿਹੜਾ, ਇਹਦੇ ਸੁਮੇਲ ਨਾਲ ਹੀ ਆਪਣੀ ਪਰਸਨੈਲਿਟੀ ਡਿਵੈਲਪ ਹੋ ਕੇ ਅੱਗੇ ਆਉਂਦੀ ਹੈ। ਠੀਕ ਹੈ, ਇਹ ਤੁਸੀਂ ਯਾਦ ਰੱਖਿਓ। ਅਨੁਵਾਂਸ਼ਿਕਤਾ ਹੈਰੀਡਿਟੀ ਜਿਹੜੀ ਆਪਾਂ ਨੂੰ ਆਪਣੇ ਮਾਂ-ਬਾਪ ਤੋਂ ਮਿਲਦੀ ਹੈ ਜੀਨਸ ਦੇ ਵਿੱਚ। ਵਾਤਾਵਰਨ ਜਿਹੜਾ ਆਪਾਂ, ਇਹ ਉਹ ਵਾਤਾਵਰਨ ਹੈ ਜਿਹਦੇ ਵਿੱਚ ਆਪਾਂ ਜਿਹੋ ਜਿਹੇ ਮਾਹੌਲ 'ਚ ਰਹਿੰਦੇ ਹਾਂ, ਜਿਹੋ ਜਿਹੀ ਪਰਿਵਾਰ 'ਚ ਰਹਿੰਦੇ ਹਾਂ, ਜਿਹੋ ਜਿਹੀ ਸੁਸਾਇਟੀ 'ਚ ਰਹਿੰਦੇ ਹਾਂ, ਉਹਦਾ ਪ੍ਰਭਾਵ ਆਪਣੇ 'ਤੇ ਪੈਂਦਾ, ਆਪਾਂ ਉਹੋ ਜਿਹੇ ਹੋ ਜਾਂਦੇ ਹਾਂ। ਠੀਕ ਹੈ ਜੀ, ਤਾਂ ਅਨੁਵਾਂਸ਼ਿਕਤਾ ਤੇ ਵਾਤਾਵਰਨ ਦਾ ਸੁਮੇਲ ਨੇ। ਤਾਂ ਹੈਰੀਡਿਟੀ ਐਂਡ ਇਨਵਾਇਰਨਮੈਂਟ, ਤਾਂ ਇਹਨੂੰ ਜਦੋਂ ਆਪਾਂ ਇਹਨਾਂ ਨੂੰ ਮਿਕਸ ਕਰਦੇ ਹਾਂ ਤਾਂ ਆਪਣੀ ਪਰਸਨੈਲਿਟੀ ਹੈ ਜਿਹੜੀ ਉਹ ਉੱਭਰ ਕੇ ਸਾਹਮਣੇ ਆਉਂਦੀ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪ੍ਰੇਰਨਾਦਾਇਕ ਸਿੱਖਿਆ ਦੇਣ ਦਾ ਚਿੰਨ੍ਹ ਕਿਹੜਾ ਹੈ? ਵਾਟ ਇਜ਼ ਦੀ ਸਾਈਨ ਆਫ ਮੋਟੀਵੇਸ਼ਨਲ ਟੀਚਿੰਗ? ਰੈਮੀਡੀਅਲ ਵਰਕ ਇਜ਼ ਗਿਵਨ ਬਾਈ ਟੀਚਰ, ਅਧਿਆਪਕ ਦੁਆਰਾ ਦਿੱਤਾ ਗਿਆ ਉਪਚਾਰਕ ਕੰਮ, ਫੁੱਲ ਅਟੈਂਡੈਂਸ ਇਨ ਕਲਾਸ, ਕਲਾਸ ਦੇ ਵਿੱਚ ਪੂਰੀ ਹਾਜ਼ਰੀ, ਪਿਨ ਡਰੋਪ ਸਾਇਲੈਂਸ, ਜਾਂ ਆਲ ਆਫ ਦੀ ਅਬਵ। ਇਹਦੇ 'ਚ ਆਪਾਂ ਨੂੰ ਮੋਟੀਵੇਸ਼ਨ ਕਿਹੜੀ ਚੀਜ਼ ਨਾਲ ਮਿਲਦੀ ਹੈ? ਠੀਕ ਹੈ, ਤਾਂ ਕਾਮਨ ਸੈਂਸ ਬੇਸਡ ਕੁਐਸਚਨ ਨੇ ਇਹ। ਠੀਕ ਹੈ, ਇਹਦਾ ਆਪਾਂ ਆਸਾਨੀ ਨਾਲ ਹੀ ਆਨਸਰ ਲਾ ਸਕਦੇ ਹਾਂ। ਠੀਕ ਹੈ, ਤਾਂ ਫੁੱਲ ਅਟੈਂਡੈਂਸ ਇਨ ਕਲਾਸ, ਠੀਕ ਹੈ, ਤਾਂ ਇਹ ਚੀਜ਼ ਨਾਲ ਆਪਾਂ ਨੂੰ ਕੋਈ ਖਾਸ ਮੋਟੀਵੇਸ਼ਨ ਨਹੀਂ ਆਪਾਂ ਨੂੰ ਮਿਲਦੀ। ਪਿਨ ਡਰੋਪ ਸਾਇਲੈਂਸ ਨਾਲ ਵੀ ਕੋਈ ਆਪਾਂ ਨੂੰ ਮੋਟੀਵੇਸ਼ਨ ਨਹੀਂ ਮਿਲਦੀ। ਤਾਂ ਜਿਹੜਾ ਇਹਦਾ ਆਨਸਰ ਆਊਗਾ ਉਹ ਆਊਗਾ ਆਨਸਰ ਨੰਬਰ 1। ਠੀਕ ਹੈ ਜੀ, ਰੈਮੀਡੀਅਲ ਵਰਕ ਇਜ਼ ਗਿਵਨ ਬਾਈ ਟੀਚਰ, ਅਧਿਆਪਕ ਦੁਆਰਾ ਦਿੱਤਾ ਗਿਆ ਉਪਚਾਰਕ ਕੰਮ। ਜਦੋਂ ਤੁਹਾਨੂੰ ਉਹ ਕੰਮ ਦੇਊਗਾ ਕਰਨ ਦੇ ਲਈ ਤਾਂ ਤੁਸੀਂ ਆਟੋਮੈਟਿਕਲੀ ਮੋਟੀਵੇਟ ਹੋਵੋਗੇ। ਠੀਕ ਹੈ, ਜਦੋਂ ਪਹਿਲਾਂ ਉਹ ਤੁਹਾਨੂੰ ਮੋਟੀਵੇਟ ਕਰੂਗਾ, ਫਿਰ ਉਹ ਤੁਹਾਨੂੰ ਕੰਮ ਦੇਊਗਾ, ਉਹ ਕੰਮ ਤੁਸੀਂ ਕਰੋਗੇ ਅਤੇ ਤੁਸੀਂ ਅੱਗੇ ਵਧੋਗੇ। ਠੀਕ ਹੈ ਜੀ, ਤਾਂ ਜਿੱਥੇ ਤੁਹਾਨੂੰ ਆਪਸ਼ਨ ਆਉਣਗੇ ਆਲ ਆਫ ਦੀ ਅਬਵ ਅਤੇ ਬੋਥ 1 ਐਂਡ 2, ਉਹੋ ਜਿਹੇ ਆਪਸ਼ਨ ਤੁਸੀਂ ਪੂਰੇ ਸਮਝਦਾਰੀ ਨਾਲ, ਪੂਰੇ ਧਿਆਨ ਨਾਲ ਲਾਉਣੇ ਆ। ਠੀਕ ਹੈ ਜੀ, ਉਹ ਆਪਸ਼ਨ ਆਪਾਂ ਨੂੰ ਤਾਂ ਕਰਕੇ ਦਿੱਤੇ ਜਾਂਦੇ ਆ ਕਿ ਆਪਾਂ ਕਨਫਿਊਜ਼ ਹੋ ਜਾਈਏ, ਕਿਉਂਕਿ ਇਹਦੇ 'ਚ ਆਪਸ਼ਨ ਸਾਰੇ ਇੱਕੋ ਜਿਹੇ ਹੁੰਦੇ ਨੇ CDP ਦੇ ਵਿੱਚ। ਠੀਕ ਹੈ, ਸੇਮ ਲੱਗਦੇ ਹੁੰਦੇ ਨੇ ਆਪਾਂ ਨੂੰ ਆਪਸ਼ਨ, ਤਾਂ ਕਰਕੇ ਤੁਸੀਂ ਪੂਰੇ ਧਿਆਨ ਦੇ ਨਾਲ ਆਪਸ਼ਨ ਪੂਰੇ ਸਮਝਦਾਰੀ ਦੇ ਨਾਲ ਲਗਾ ਕੇ ਆਉਣਾ। ਅਤੇ ਜਿਹੜਾ ਦਾ ਆਨਸਰ ਆਊਗਾ ਆਨਸਰ ਨੰਬਰ 1, ਰੈਮੀਡੀਅਲ ਵਰਕ ਇਜ਼ ਗਿਵਨ ਬਾਈ ਟੀਚਰ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਬੋਧ ਦਾ ਇੱਕ ਪੱਖ ਨਹੀਂ ਮੰਨਿਆ ਜਾਂਦਾ? ਵਿਚ ਇਜ਼ ਨਾਟ ਕੰਸੀਡਰ ਐਜ਼ ਅ ਫੈਕਟਰ ਆਫ ਕੋਗਨੀਸ਼ਨ, ਫੀਅਰ, ਐਂਗਰ, ਹੰਗਰ, ਜਾਂ ਰੀਟਰੀਟ? ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 4 ਆਊਗਾ ਰੀਟਰੀਟ, ਪਿੱਛੇ ਹਟਣਾ। ਇਹਦਾ ਠੀਕ ਹੈ, ਇਹ ਚੀਜ਼ ਨਾਲ ਇਹਦਾ ਕੋਈ ਲਿੰਕ ਨਹੀਂ, ਇਹ ਅਲੱਗ ਆਪਸ਼ਨ ਹੈ। ਤਾਂ ਡਰ, ਗੁੱਸਾ ਅਤੇ ਭੁੱਖ, ਇਹ ਚੀਜ਼ ਆਪਾਂ ਫੀਲ ਕਰਦੇ ਹਾਂ, ਤਾਂ ਇਹ ਤਿੰਨੋਂ ਚੀਜ਼ਾਂ ਅਲੱਗ ਨੇ। ਠੀਕ ਹੈ ਜੀ, ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿੱਖਣ ਨੂੰ ਵਧਾਉਣ ਲਈ ਤਕਨੀਕ ਦਾ ਪ੍ਰਯੋਗ ਕਰਨਾ ਕਹਾਉਂਦਾ ਹੈ? ਦ ਯੂਜ਼ ਆਫ ਟੈਕਨੋਲੋਜੀ ਟੂ ਐਨਹਾਂਸ ਲਰਨਿੰਗ ਇਜ਼ ਕਾਲਡ। ਤਾਂ IT, ICT, ਕੰਪਿਊਟਰ ਐਜੂਕੇਸ਼ਨ, ਜਾਂ ਟੈਕਨੀਕਲ ਐਜੂਕੇਸ਼ਨ? ਤਾਂ ਕੀ ਕਹਾਉਂਦਾ? ਸਿੱਖਣ ਨੂੰ ਵਧਾਉਣ ਲਈ ਤਕਨੀਕ ਦਾ ਪ੍ਰਯੋਗ ਕਰਨਾ, ਜਦੋਂ ਆਪਾਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਤਾਂ ਆਪਾਂ ਟੈਕਨੀਕਲ ਚੀਜ਼ਾਂ ਦਾ ਜਿਹੜਾ ਪ੍ਰਯੋਗ ਕਰਦੇ ਹਾਂ ਉਹਨਾਂ ਨੂੰ ਕੀ ਕਿਹਾ ਜਾਂਦਾ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 2 ਆਊਗਾ ICT। ਠੀਕ ਹੈ ਜੀ, ICT ਕਿਹਾ ਜਾਂਦਾ ਇਹਨੂੰ, ਨਾ IT ਕਿਹਾ ਜਾਂਦਾ, ਨਾ ਕੰਪਿਊਟਰ ਐਜੂਕੇਸ਼ਨ। ਠੀਕ ਹੈ ਜੀ, ਤਾਂ ICT ਕਿਹਾ ਜਾਂਦਾ। ਤਾਂ ICT ਦਾ ਮਤਲਬ ਹੁੰਦਾ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ। ਇਹਦਾ ਪੂਰਾ ਤੁਸੀਂ ਨਾਮ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ ਜੀ, ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇੱਕ ਬੱਚੇ ਦੀ ਮਾਨਸਿਕ ਉਮਰ 5 ਅਤੇ ਗਿਣਤੀ ਉਮਰ 4 ਹੈ, IQ ਕੀ ਹੋਵੇਗਾ? ਠੀਕ ਹੈ, IQ ਦੇ ਮੈਂ ਤੁਹਾਨੂੰ ਪਿੱਛੇ ਵੀ ਜਿੰਨੇ ਆਪਣੇ ਸੈਸ਼ਨ ਅਪਲੋਡ ਹੋਏ ਨੇ CDP ਦੇ, ਉਹਦੇ ਵਿੱਚ ਮੈਂ ਤੁਹਾਨੂੰ ਇਹ ਕਨਸੈਪਟ ਕਲੀਅਰ ਕਰਵਾਏ ਨੇ। ਠੀਕ ਹੈ ਜੀ, ਕਿ ਮੈਂਟਲ ਏਜ ਬਾਈ ਕ੍ਰੋਨੋਲੋਜੀਕਲ ਏਜ ਮਲਟੀਪਲਾਈ ਬਾਈ 100। ਤਾਂ ਇਹਦਾ ਆਨਸਰ ਆਊਗਾ 125। 5/4 ਗੁਣਾ 100, 4 ਨੂੰ ਜਦੋਂ ਆਪਾਂ 100 'ਤੇ ਕੱਟਾਂਗੇ ਤਾਂ 25 ਆ ਜਾਊਗਾ, 25 5 125, ਇਹਦਾ IQ ਲੈਵਲ ਆ ਜਾਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਜੌਨ ਡੇਵੀ ਅਨੁਸਾਰ ਸਕੂਲ ਇੱਕ ਡੈਸ਼ ਸੰਸਥਾ ਅਤੇ ਸਿੱਖਿਆ ਇੱਕ ਡੈਸ਼ ਵਰਤਾਰਾ ਹੈ? ਠੀਕ ਹੈ ਜੀ, ਤਾਂ ਤੁਸੀਂ ਇਹ ਨਾ ਕਹੋ ਕਿ ਸਰ ਤੁਸੀਂ ਸੇਮ ਹੀ ਕੁਐਸਚਨ ਇੱਥੇ ਲੈ ਆਏ ਹੋ ਮੈਰਾਥਨ ਦੇ ਵਿੱਚ। ਠੀਕ ਹੈ, ਕਿਉਂਕਿ ਕੁਐਸਚਨ CDP ਦੇ ਸੇਮ ਹੀ ਨੇ। ਠੀਕ ਹੈ, ਤੁਸੀਂ ਕਿੱਥੇ ਵੀ ਜਾ ਕੇ ਚੈੱਕ ਕਰ ਸਕਦੇ ਹੋ। ਠੀਕ ਹੈ, ਸੇਮ ਇਹੀ ਕੁਐਸਚਨ ਤੁਹਾਨੂੰ ਵਾਰ-ਵਾਰ ਪੁੱਛੇ ਜਾਂਦੇ ਨੇ, ਬਟ ਇਹਨਾਂ ਨੂੰ ਪੁੱਛਣ ਦਾ ਤਰੀਕਾ ਉਹ ਥੋੜ੍ਹਾ ਚੇਂਜ ਕਰ ਦਿੰਦੇ ਨੇ। ਠੀਕ ਹੈ, ਕੁਐਸਚਨ ਇਹੀ ਹੁੰਦੇ ਨੇ। ਤਾਂ ਸਕੂਲ ਕਿਹੜੀ ਸੰਸਥਾ ਹੈ ਅਤੇ ਸਿੱਖਿਆ ਕਿਹੜਾ ਵਰਤਾਰਾ ਹੈ? ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 1 ਆਊਗਾ ਸੋਸ਼ਲ ਦੋਨੋਂ ਸਮਾਜਿਕ ਨੇ। ਠੀਕ ਹੈ ਜੀ, ਤਾਂ ਸਕੂਲ ਵੀ ਇੱਕ ਸੋਸ਼ਲ ਸੰਸਥਾ ਹੈ ਅਤੇ ਸਿੱਖਿਆ ਵੀ ਇੱਕ ਸੋਸ਼ਲ ਹੈ। ਠੀਕ ਹੈ ਜੀ, ਸਮਾਜਿਕ ਵਰਤਾਰਾ, ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਸ ਨੇ ਕਿਹਾ ਕਿ ਬੱਚੇ ਦਾ ਮਨ ਹੀ ਅਧਿਆਪਕ ਦੀ ਪਾਠ ਪੁਸਤਕ ਹੈ? ਹੂ ਇਜ਼ ਕਾਲਡ ਚਾਈਲਡ ਮਾਈਂਡ ਇਜ਼ ਅ ਬੁੱਕ ਆਫ ਟੀਚਰ? ਜੀਨ ਪਿਆਜ਼ੇ, ਵਾਈਗੋਸਕੀ, ਰੂਸੋ, ਜਾਂ ਫਰਾਈਡ? ਇਹ ਕਿਹਨੇ ਕਿਹਾ ਕਿ ਜਿਹੜਾ ਬੱਚੇ ਦਾ ਮਨ ਹੈ ਉਹ ਅਧਿਆਪਕ ਦੀ ਪਾਠ ਪੁਸਤਕ ਹੈ? ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 3 ਆਊਗਾ, ਰੂਸੋ ਨੇ ਕਿਹਾ ਹੈ। ਠੀਕ ਹੈ ਜੀ, ਤਾਂ ਇਹੋ ਜਿਹੀਆਂ ਤੁਹਾਨੂੰ ਟਰਮਸ ਅਤੇ ਕੰਡੀਸ਼ਨ ਪੁੱਛੀਆਂ ਜਾ ਸਕਦੀਆਂ ਨੇ। ਠੀਕ ਹੈ, ਕਿ ਇਹ ਚੀਜ਼ ਕਿਸ ਨੇ ਕਹੀ ਹੈ? ਠੀਕ ਹੈ, ਤਾਂ ਇਹ ਰੂਸੋ ਨੇ ਕਿਹਾ। ਠੀਕ ਹੈ ਜੀ, ਤਾਂ ਸਾਰੇ ਕੁਐਸਚਨ ਆਪਾਂ ਇਹਦੇ ਵਿੱਚ ਰੱਖੇ ਹੋਏ ਨੇ, ਐਂਡ ਤੱਕ ਬਣੇ ਰਹੋ। 100 ਕੁਐਸਚਨ ਹੈ। ਠੀਕ ਹੈ, ਕੋਈ ਇੱਕ ਅੱਧਾ ਕੁਐਸਚਨ ਨਹੀਂ ਇਹ, ਤਾਂ 100 ਕੁਐਸਚਨ ਦੇ ਵਿੱਚ ਬਹੁਤ ਕੁਛ ਆ ਜਾਂਦਾ ਹੁੰਦਾ, ਤਾਂ ਤੁਸੀਂ ਬਣੇ ਰਹੋ। ਇੱਕ ਕੁਐਸਚਨ ਦੇ ਨਾਲ ਨਾਲ ਆਪਾਂ ਇਹਦੇ ਨਾਲ ਰਿਲੇਟਡ ਜਿਹੜੇ ਫੈਕਟ ਹੈ ਉਹ ਵੀ ਕਲੀਅਰ ਕਰਦੇ ਜਾਵਾਂਗੇ। ਪੂਰਵ ਬਾਲ ਅਵਸਥਾ
अर्ली चाइल्डहुड एज किहड़ी है 0 ਤੋਂ 2 2 ਤੋਂ 6 9 ਤੋਂ 15 ਜਾਂ ਅਬਵ 15। ਤਾਂ अर्ली ਚਾइल्डहुड एज ਕਿਹੜੀ ਹੈ? ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਆਊਗਾ 2 ਤੋਂ 6 ਸਾਲ। ਇਹ 2 ਤੋਂ 7 ਸਾਲ ਵੀ ਲਿਖੀ ਹੁੰਦੀ ਹੈ ਕਿਤੇ ਕਿਤੇ, ਤਾਂ 2 ਤੋਂ 6 ਸਾਲ ਆਪਾਂ ਆਪਸ਼ਨ ਦੇ ਅਕੋਰਡਿੰਗ ਜਾਣਾ ਹੁੰਦਾ। ਅਗਲਾ ਜਿਹੜਾ ਆਪਣਾ ਕੁਐਸਚਨ ਵਿਕਾਸ ਦਾ ਅਰਥ ਹੈ, ਡਿਵੈਲਪਮੈਂਟ ਮੀਨਸ ਕੁਆਲੀਟੇਟਿਵ ਐਂਡ ਕੁਆਂਟੀਟੇਟਿਵ, ਗੁਣਾਤਮਕ ਅਤੇ ਗਿਣਾਤਮਕ, ਗਰੋਇੰਗ ਬੋਡੀ ਪਾਰਟਸ, ਸਰੀਰਕ ਅੰਗਾਂ ਦਾ ਵਾਧਾ, ਡਿਵੈਲਪਮੈਂਟ ਆਫ ਇੰਟੈਲੀਜੈਂਸ, ਬੁੱਧੀ ਦਾ ਵਿਕਾਸ, ਜਾਂ ਆਲ ਆਫ ਦੀ ਅਬਵ, ਜਾਂ ਸਾਰੇ। ਵਿਕਾਸ ਇੱਕ ਵਾਈਡਰ ਟਰਮ ਹੈ, ਠੀਕ ਹੈ ਜੀ, ਤੁਸੀਂ ਯਾਦ ਰੱਖਣਾ ਵਿਕਾਸ ਇੱਕ ਬਹੁਤ ਵੱਡੀ ਟਰਮ ਹੈ, ਵਿਕਾਸ ਦੇ ਅੰਡਰ ਆ ਜਾਂਦਾ ਸਾਰਾ ਕੁਛ, ਠੀਕ ਹੈ ਜੀ, ਡਿਵੈਲਪਮੈਂਟ ਦੇ। ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 4 ਆਊਗਾ ਆਲ ਆਫ ਦੀ ਅਬਵ, ਕਿਉਂਕਿ ਆਪਾਂ ਆਪਸ਼ਨ ਦੇ ਅਕੋਰਡਿੰਗ ਜਾਣਾ ਹੁੰਦਾ, ਠੀਕ ਹੈ। ਆਪਸ਼ਨ ਆਪਾਂ ਦੇਖਣੇ ਹੁੰਦੇ ਕਿ ਕਿਹੋ ਜਿਹੇ, ਇਹ ਨਹੀਂ ਹੈਗਾ ਕਿ ਆਪਾਂ ਜੋ ਯਾਦ ਕਰਕੇ ਗਏ ਹਾਂ ਉਹੀ ਆਪਾਂ ਲਾ ਕੇ ਆਉਣਾ ਟਿੱਕ। ਤਾਂ ਆਪਾਂ ਆਪਣੀ ਸਮਝਦਾਰੀ ਉੱਥੇ ਮਤਲਬ ਉਹ ਦੇਖਦੇ ਨੇ ਕਿ ਤੁਹਾਨੂੰ ਕਿੰਨੀ ਕੁ ਸਮਝ ਹੈ, ਠੀਕ ਹੈ। ਤਾਂ ਆਪਾਂ ਇੱਥੇ ਆਪਸ਼ਨ ਦੇ ਅਕੋਰਡਿੰਗ ਜਾਣਾ, ਠੀਕ ਹੈ ਜੀ। ਤਾਂ ਇਹਦੇ ਵਿੱਚ ਕੁਆਲੀਟੇਟਿਵ ਅਤੇ ਕੁਆਂਟੀਟੇਟਿਵ, ਠੀਕ ਹੈ, ਦੋਨੋਂ ਇਕੱਠੇ ਦਿੱਤੇ ਹੋਏ ਨੇ, ਤਾਂ ਇਹ ਦੋਨੋਂ ਇਕੱਠੇ ਹੀ ਆਉਣਗੇ। ਗਰੋਇੰਗ ਬੋਡੀ ਪਾਰਟਸ ਵੀ ਇਹਦਾ ਇੱਕ ਅੰਗ ਮੰਨਿਆ ਜਾਊਗਾ। ਡਿਵੈਲਪਮੈਂਟ ਆਫ ਇੰਟੈਲੀਜੈਂਸ, ਤਾਂ ਬੁੱਧੀ ਦਾ ਵਿਕਾਸ ਇਹਦੇ ਵਿੱਚ ਆਉਂਦਾ ਹੀ ਆਉਂਦਾ। ਤਾਂ ਆਲ ਆਫ ਦੀ ਅਬਵ ਹੀ ਆ ਗਏ ਇਹ ਸਾਰੇ, ਠੀਕ ਹੈ ਜੀ। ਤਾਂ ਬੋਡੀ ਪਾਰਟਸ ਤਾਂ ਵੈਸੇ ਤਾਂ ਇਹ ਗਰੋਥ ਹੁੰਦੀ ਹੈ, ਬਟ ਗਰੋਥ ਇਹਦਾ ਇੱਕ ਪਾਰਟ ਹੈ, ਠੀਕ ਹੈ, ਕਿਉਂਕਿ ਡਿਵੈਲਪਮੈਂਟ ਇੱਕ ਵਾਈਡਰ ਟਰਮ ਹੈ, ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ 3 ਤੋਂ 4 ਸਾਲ ਦੇ ਬੱਚੇ ਦਾ ਭਾਰ ਕਿੰਨਾ ਹੁੰਦਾ? ਤਾਂ 38 ਤੋਂ 40 ਪਾਉਂਡ ਹੁੰਦਾ, ਇਹ ਤੁਸੀਂ ਯਾਦ ਰੱਖਿਓ, 38 ਤੋਂ 40 ਪਾਉਂਡ। ਅਗਲਾ ਜਿਹੜਾ ਆਪਣਾ ਕੁਐਸਚਨ ਸਿੱਖਣ ਦਾ ਕੀ ਅਰਥ ਹੈ? ਲਰਨਿੰਗ ਮੀਨਸ ਰੀਡਿੰਗ ਬੁੱਕਸ, ਚੇਂਜ ਇਨ ਬੋਡੀ ਲੈਂਗੁਏਜ, ਮੋਡੀਫਿਕੇਸ਼ਨ ਆਫ ਬਿਹੇਵੀਅਰ, ਲਰਨਿੰਗ ਫਰੋਮ ਨੇਚਰ। ਇਹ ਮੈਂ ਤੁਹਾਨੂੰ ਪਿੱਛੇ ਵੀ ਆਪਣੀ ਜਿਹੜੀਆਂ ਸੀਰੀਜ਼ ਲਾਂਚ ਹੋਈਆਂ ਨੇ ਉਹਦੇ ਵਿੱਚ 2-3 ਕੁਐਸਚਨ ਇਹਦੇ ਨਾਲ ਦੇ ਮੈਂ ਕਵਰ ਕਰਵਾਏ ਨੇ। ਮੈਂ ਇਹ ਤਾਂ ਕਰਕੇ ਕਰਵਾਏ ਨੇ ਕਿਉਂਕਿ ਇਹ ਕੁਐਸਚਨ ਹਰ ਵਾਰ ਆਉਂਦਾ ਪੇਪਰ ਦੇ ਵਿੱਚ, ਸੀਟੈਟ ਦੇ ਵਿੱਚ ਵੀ ਆਉਂਦਾ, ਪੀਐਸ ਟੈਟ ਦੇ ਵਿੱਚ ਵੀ ਆਉਂਦਾ, ਹਰ ਇੱਕ ਜਿਹਦੇ ਵਿੱਚ ਸੀਡੀਪੀ ਆਉਂਦੀ ਹੈ ਇਹ ਕੁਐਸਚਨ ਆਉਣਾ ਹੀ ਆਉਣਾ, ਠੀਕ ਹੈ ਜੀ। ਇਹਦੇ ਬਹੁਤ ਚਾਂਸ ਹੁੰਦੇ, ਮੈਂ ਤਾਂ ਕਰਕੇ ਇਹ ਵਾਰ-ਵਾਰ ਕਵਰ ਕਰਵਾਉਣਾ ਹੁੰਦਾ। ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 3 ਆਊ ਮੋਡੀਫਿਕੇਸ਼ਨ ਆਫ ਬਿਹੇਵੀਅਰ। ਤਾਂ ਇਹਦਾ ਬਿਹੇਵੀਅਰ ਵਾਲਾ ਹੀ ਆਨਸਰ ਆਉਂਦਾ ਹੁੰਦਾ, ਠੀਕ ਹੈ ਜੀ। ਜਦੋਂ ਤੁਹਾਡੇ ਬਿਹੇਵ ਦੇ ਵਿੱਚ ਚੇਂਜ ਆਊਗਾ ਤਾਂ ਇਹਦਾ ਮਤਲਬ ਤੁਸੀਂ ਕੁਛ ਸਿੱਖ ਰਹੇ ਹੋ, ਠੀਕ ਹੈ ਜੀ। ਤਾਂ ਤੁਸੀਂ ਲਰਨ ਕਰ ਰਹੇ ਹੋ ਜੋ ਤੁਹਾਡੇ ਬਿਹੇਵ ਦੇ ਵਿੱਚ ਚੇਂਜ ਆ ਰਿਹਾ, ਠੀਕ ਹੈ ਜੀ। ਤਾਂ ਇਹਦਾ ਆਨਸਰ ਨੰਬਰ 3 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਸਿੱਖਣ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਨੇ? ਫੈਕਟਰ ਦੈਟ ਇਫੈਕਟਸ ਦੀ ਲਰਨਿੰਗ, ਮੀਡੀਆ, ਸੋਸਾਇਟੀ, ਫਰੈਂਡਸ, ਮੈਚੂਰੇਸ਼ਨ ਐਂਡ ਮੋਟੀਵੇਸ਼ਨ। ਤਾਂ ਇਹਦੇ 'ਚੋਂ ਆਪਾਂ ਬੈਸਟ ਆਨਸਰ ਚੁਣਨਾ ਹੁੰਦਾ, ਠੀਕ ਹੈ ਜੀ। ਤਾਂ ਆਪਣੀ ਲਰਨਿੰਗ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਨੇ? ਮੀਡੀਆ ਦਾ ਵੀ ਹੈਗਾ ਰੋਲ ਕੁਛ ਨਾ ਕੁਛ ਹੱਦ ਤੱਕ ਹੈਗਾ, ਬਟ ਜ਼ਿਆਦਾ ਨਹੀਂ ਆਪਾਂ ਕਹਿ ਸਕਦੇ। ਸੋਸਾਇਟੀ ਦਾ ਬਿਲਕੁਲ ਹੈਗਾ, ਦੋਸਤਾਂ ਦਾ ਵੀ ਬਿਲਕੁਲ ਹੈਗਾ, ਬਟ ਬੈਸਟ ਆਨਸਰ ਚੁਣਨਾ ਆਪਾਂ। ਤਾਂ ਬੈਸਟ ਆਨਸਰ ਇਹਦਾ 4 ਆਊਗਾ, ਠੀਕ ਹੈ, ਆਨਸਰ ਨੰਬਰ 4 ਮੈਚੂਰੇਸ਼ਨ ਐਂਡ ਮੋਟੀਵੇਸ਼ਨ। ਤਾਂ ਪ੍ਰਭਾਵਿਤ ਕਰਨ ਵਾਲੇ ਤੱਤ ਇਹੀ ਨੇ। ਜਦੋਂ ਆਪਾਂ ਮੈਚਿਓਰ ਹੋ ਜਾਂਦੇ ਹਾਂ, ਜਦੋਂ ਆਪਾਂ ਨੂੰ ਮੋਟੀਵੇਸ਼ਨ ਆਪਾਂ ਫੀਲ ਕਰਨ ਲੱਗ ਜਾਂਦੇ ਹਾਂ, ਠੀਕ ਹੈ, ਆਪਾਂ ਮੋਟੀਵੇਸ਼ਨ ਆਪਾਂ ਨੂੰ ਮਿਲਣ ਲੱਗ ਜਾਂਦੀ ਹੈ, ਤਾਂ ਉਦੋਂ ਮਤਲਬ ਆਪਾਂ ਕੁਛ ਲਰਨ ਕਰ ਰਹੇ ਹਾਂ, ਠੀਕ ਹੈ। ਤਾਂ ਸਿੱਖਣ ਨੂੰ ਇਹ ਬਹੁਤ ਪ੍ਰਭਾਵਿਤ ਕਰਦੇ ਨੇ। ਸਭ ਤੋਂ ਜ਼ਿਆਦਾ ਜਿਹੜੇ ਪ੍ਰਭਾਵਿਤ ਕਰਦੇ ਨੇ ਉਹ ਕਰਦੇ ਆ ਮੈਚੂਰੇਸ਼ਨ ਐਂਡ ਮੋਟੀਵੇਸ਼ਨ, ਠੀਕ ਹੈ। ਤਾਂ ਆਪਾਂ ਬੈਸਟ ਆਨਸਰ ਚੁਣਨਾ ਹੁੰਦਾ, CDP ਦਾ ਇਹੀ ਫੰਡਾ ਹੈ ਕਿ ਆਪਾਂ ਬੈਸਟ ਆਨਸਰ ਚੁਣਨਾ ਹੁੰਦਾ ਇਹਦੇ ਵਿੱਚ। ਤਾਂ ਮੈਚੂਰੇਸ਼ਨ ਐਂਡ ਮੋਟੀਵੇਸ਼ਨ। ਅਗਲਾ ਜਿਹੜਾ ਆਪਣਾ ਕੁਐਸਚਨ ਆਊਗਾ ਪਰਿਪੱਕਤਾ ਅਤੇ ਪ੍ਰੇਰਨਾ ਕੀ ਨੇ? ਮੈਚੂਰੇਸ਼ਨ ਅਤੇ ਮੋਟੀਵੇਸ਼ਨ ਕੀ ਨੇ? ਇਹ ਗਰੋਥ ਹੈ, ਡਿਵੈਲਪਮੈਂਟ ਹੈ, ਪਰਸਨੈਲਿਟੀ ਹੈ, ਜਾਂ ਨੌਲੇਜ ਹੈ। ਤਾਂ ਇਹ ਆਪਣੇ ਪਿਛਲੇ ਸੈਸ਼ਨਸ ਵਾਲੇ ਕੁਐਸਚਨ ਹੀ ਇਹਦੇ ਵਿੱਚ ਮੈਂ ਰਿਪੀਟ ਕੀਤੇ ਨੇ, ਉਹ ਕੀਤੇ ਨੇ ਜਿਹੜੇ ਇੰਪੋਰਟੈਂਟ ਨੇ, ਜਿਹੜੇ ਤੁਹਾਨੂੰ ਆਉਣ ਦੇ ਪੂਰੇ ਚਾਂਸ ਨੇ। ਵੈਸੇ ਤਾਂ ਸਾਰੀ ਆਪਣੀ ਸੀਰੀਜ਼ ਹੀ ਬਹੁਤ ਇੰਪੋਰਟੈਂਟ ਹੈ, ਬਟ ਮੈਂ ਉਹਨਾਂ ਵਿੱਚੋਂ ਵੀ ਉਹਨਾਂ ਦਾ ਨਿਚੋੜ ਕੱਢ ਕੇ ਇਹਦੇ ਵਿੱਚ ਲੈ ਕੇ ਆਇਆ ਕੁਐਸਚਨ, ਠੀਕ ਹੈ ਜੀ। ਤਾਂ ਤੁਸੀਂ 100 ਕੁਐਸਚਨ ਪੂਰਾ ਕਰੋ, ਪੇਸ਼ੈਂਸ ਬਣਾ ਕੇ ਰੱਖੋ ਅਤੇ ਕਲਾਸ ਨੂੰ ਪੂਰੀ ਅਟੈਂਡ ਕਰਿਓ, ਠੀਕ ਹੈ, ਤੁਹਾਨੂੰ ਬਹੁਤ ਫਾਇਦਾ ਦੇਊਗੀ। ਤਾਂ ਮੈਚੂਰੇਸ਼ਨ ਅਤੇ ਮੋਟੀਵੇਸ਼ਨ ਕੀ ਨੇ ਇਹ? ਤਾਂ ਇਹ ਨੇ ਪਰਸਨੈਲਿਟੀ। ਇਹਦੇ ਨਾਲ ਆਪਣੀ ਪਰਸਨੈਲਿਟੀ ਬਣਦੀ ਹੈ। ਜਦੋਂ ਆਪਣੇ 'ਚ ਆਪਾਂ ਮੈਚੋਰਿਟੀ ਆ ਜਾਂਦੀ ਹੈ, ਆਪਾਂ ਨੂੰ ਮੋਟੀਵੇਸ਼ਨ ਮਿਲਦੀ ਹੈ, ਤਾਂ ਆਪਣੀ ਇੱਕ ਅਲੱਗ ਪਰਸਨੈਲਿਟੀ ਉੱਭਰ ਕੇ ਸਾਹਮਣੇ ਆਉਂਦੀ ਹੈ। ਤਾਂ ਇਹ ਪਰਸਨੈਲਿਟੀ 'ਤੇ ਆਪਣੀ 'ਤੇ ਬਹੁਤ ਪ੍ਰਭਾਵ ਪੈਂਦਾ ਇਹਨਾਂ ਦਾ, ਠੀਕ ਹੈ ਜੀ। ਤਾਂ ਇਹ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਪ੍ਰੌੜਤਾ ਅਤੇ ਪ੍ਰੇਰਨਾ ਕਿਸ ਦਾ ਸਰੋਤ ਨੇ? ਮੈਚੋਰਿਟੀ ਐਂਡ ਲਰਨਿੰਗ ਆਰ ਦੀ ਪ੍ਰੋਡਕਟ, ਵਾਧਾ, ਵਿਕਾਸ, ਕਿਤਾਬਾਂ ਜਾਂ ਸਮਾਜ। ਪ੍ਰੌੜਤਾ ਅਤੇ ਪ੍ਰੇਰਨਾ ਇਹ ਸਰੋਤ ਕਿਸ ਦਾ ਨੇ? ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 2 ਆਊਗਾ ਡਿਵੈਲਪਮੈਂਟ ਦਾ, ਵਿਕਾਸ ਦਾ। ਇਹ ਕਿਉਂਕਿ ਵਿਕਾਸ ਇੱਕ ਬਹੁਤ ਵਾਈਡਰ ਟਰਮ ਹੈ, ਤਾਂ ਕਰਕੇ ਇਹ ਜਦੋਂ ਆਪਣੀ ਡਿਵੈਲਪਮੈਂਟ ਹੁੰਦੀ ਹੈ ਤਾਂ ਆਪਣੇ 'ਚ ਮੈਚੋਰਿਟੀ ਹੁੰਦੀ ਹੈ, ਠੀਕ ਹੈ। ਮੈਚੋਰਿਟੀ ਆਉਂਦੀ ਹੈ ਅਤੇ ਆਪਾਂ ਨੂੰ ਮਤਲਬ ਮੋਟੀਵੇਸ਼ਨ ਮਿਲਦੀ ਹੈ, ਠੀਕ ਹੈ ਜੀ। ਤਾਂ ਇੱਥੇ ਮੈਚੋਰਿਟੀ ਐਂਡ ਲਰਨਿੰਗ ਇੱਥੇ ਟਾਈਪ ਹੋ ਗਿਆ, ਇੱਥੇ ਮੋਟੀਵੇਸ਼ਨ ਆਉਣਾ, ਠੀਕ ਹੈ। ਮੈਚੋਰਿਟੀ ਅਤੇ ਮੋਟੀਵੇਸ਼ਨ ਕਿਹਦਾ ਪ੍ਰੋਡਕਟ ਨੇ? ਇਹ ਵਿਕਾਸ ਦਾ, ਕਿਉਂਕਿ ਵਿਕਾਸ ਇੱਕ ਬਹੁਤ ਵਾਈਡਰ ਟਰਮ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਕਿਹੜਾ ਇੱਕ ਗੁੰਝਲਦਾਰ ਵਰਤਾਰਾ ਵਿਚ ਇਜ਼ ਅ ਕੰਪਲੀਕੇਟਡ ਫੈਕਟਰ? ਗਰੋਥ, ਡਿਵੈਲਪਮੈਂਟ, ਬੋਥ ਆਫ ਦੀ ਅਬਵ, ਜਾਂ ਨਨ ਆਫ ਦੀ ਅਬਵ। ਤਾਂ ਉਹ ਕਿਹੜੀ ਚੀਜ਼ ਹੈ ਜਿਹੜੀ ਇੱਕ ਗੁੰਝਲਦਾਰ ਵਰਤਾਰਾ ਹੈ?
ਤਾਂ ਇਹ ਕੁਛ ਕੁਐਸਚਨ ਮੈਂ ਪਿਛਲੇ ਆਪਣੇ ਸੈਸ਼ਨ ਦੇ ਨੇ, ਠੀਕ ਹੈ। ਮੈਂ ਵਾਰ-ਵਾਰ ਮੈਂ ਤਾਂ ਦੱਸ ਰਿਹਾ ਤਾਂ ਕਿ ਤੁਹਾਡੇ ਮਾਈਂਡ ਦੇ ਵਿੱਚ ਇਹ ਨਾ ਜਾਵੇ ਕਿ ਸਰ ਉਹੀ ਸੇਮ ਹੀ ਕੁਐਸਚਨ ਸਾਨੂੰ ਕਰਵਾ ਰਹੇ ਨੇ, ਠੀਕ ਹੈ। ਤੁਸੀਂ ਇਹ ਨਾ ਸੋਚੋ, ਤੁਸੀਂ ਇਹ ਸੋਚੋ ਕਿ ਮੈਂ ਪੂਰੀ ਰਿਸਰਚ ਨਾਲ ਇਹ ਕੁਐਸਚਨ ਪੂਰੇ ਡਿਟੇਲ ਦੇ ਜਿਹੜੇ ਇਹ ਕੁਐਸਚਨ ਨੇ ਪੂਰਾ ਨਿਚੋੜ ਕੱਢ ਕੇ ਤੁਹਾਡੇ ਸਾਹਮਣੇ ਲੈ ਕੇ ਆਇਆ, ਕਿਉਂਕਿ ਤੁਹਾਨੂੰ ਫਾਇਦਾ ਦੇਣਗੇ ਇਹ, ਠੀਕ ਹੈ। ਇਹ ਜਿਹੜੀ ਆਪਣੀ ਮੈਰਾਥਨ ਹੈ ਤੁਹਾਨੂੰ ਬਹੁਤ ਫਾਇਦਾ ਦੇਊ ਪੇਪਰਾਂ ਦੇ ਵਿੱਚ। ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਸੈਸ਼ਨ ਨੂੰ ਐਂਡ ਤੱਕ ਅਟੈਂਡ ਕਰਿਓ। 100 ਕੁਐਸਚਨ ਹੈ, 100 ਕੁਐਸਚਨ ਦੇ ਵਿੱਚ ਬਹੁਤ ਸਾਰੇ ਕੁਐਸਚਨ ਮੈਂ ਇਹਦੇ ਵਿੱਚ ਨਵੇਂ ਪਾਏ ਹੋਏ ਨੇ, ਤਾਂ ਤੁਸੀਂ ਐਂਡ ਤੱਕ ਬਣੇ ਰਹਿਓ। ਇਹਦੇ ਵਿੱਚ ਮੈਂ ਬੁੱਕਸ ਵੀ ਇਹਦੇ ਵਿੱਚ ਆਪਾਂ ਕੰਪਲੀਟ ਕੀਤੀਆਂ ਨੇ, ਜਿਹੜੀਆਂ ਬੁੱਕਸ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ। ਤਾਂ ਇਹਦਾ ਜਿਹੜਾ ਆਨਸਰ ਆਊ, ਆਨਸਰ ਨੰਬਰ 2 ਆਊ, ਡਿਵੈਲਪਮੈਂਟ, ਠੀਕ ਹੈ। ਇਹ ਗੁੰਝਲਦਾਰ ਕਿਉਂ ਹੈ? ਕਿਉਂਕਿ ਇਹਨੂੰ ਆਪਾਂ ਸਮਝ ਨਹੀਂ ਸਕਦੇ। ਇਹ ਆਪਣਾ ਹੋਮ ਟੂ ਟੂਮ ਚੱਲਦਾ, ਜਦੋਂ ਆਪਾਂ ਜਨਮ ਲੈਂਦੇ ਹਾਂ, ਜਨਮ ਤੋਂ ਲੈ ਕੇ ਮਰਨ ਤੱਕ ਇਹ ਚੱਲਦਾ। ਇਹਨੂੰ ਆਪਾਂ ਸਮਝ ਨਹੀਂ ਸਕਦੇ ਕਿ ਇਹਦੀ ਕੀ ਡਾਇਰੈਕਸ਼ਨ ਹੈ, ਕਿਵੇਂ ਇਹ ਜਾਂਦਾ ਹੈ, ਠੀਕ ਹੈ, ਕਿਵੇਂ ਆਪਣਾ ਵਿਕਾਸ ਹੁੰਦਾ ਹੈ, ਠੀਕ ਹੈ। ਤਾਂ ਇਹ ਇੱਕ ਬਹੁਤ ਵਾਈਡ ਟਰਮ ਹੈ, ਬਹੁਤ ਵੱਡੀ ਟਰਮ ਹੈ, ਠੀਕ ਹੈ। ਇਹਨੂੰ ਆਪਾਂ ਸਮਝ ਨਹੀਂ ਸਕਦੇ, ਤਾਂ ਇਹ ਕੰਪਲੀਕੇਟਡ ਹੈ, ਠੀਕ ਹੈ। ਤਾਂ ਇਹ ਗੁੰਝਲਦਾਰ ਹੈ ਜਿਹੜਾ ਵਿਕਾਸ ਹੈ। ਗਰੋਥ ਨੂੰ ਆਪਾਂ ਮਾਪ ਸਕਦੇ ਹਾਂ, ਆਪਣਾ ਵੇਟ ਵੱਧ ਰਿਹਾ ਆਪਾਂ ਤੋਲ ਸਕਦੇ ਹਾਂ, ਠੀਕ ਹੈ। ਆਪਣਾ ਕੱਦ ਵੱਧ ਰਿਹਾ, ਆਪਣੀ ਹਾਈਟ ਵੱਧ ਰਹੀ ਹੈ, ਤਾਂ ਉਹਨੂੰ ਵੀ ਆਪਾਂ ਮਿਣ ਸਕਦੇ ਹਾਂ, ਤਾਂ ਉਹਨੂੰ ਆਪਾਂ ਮਿਣ ਤੋਲ ਸਕਦੇ ਹਾਂ ਗਰੋਥ ਨੂੰ। ਬਟ ਡਿਵੈਲਪਮੈਂਟ ਦਾ ਕੋਈ ਮਾਪਦੰਡ ਨਹੀਂ ਹੈਗਾ, ਠੀਕ ਹੈ। ਇਹਦਾ ਕੋਈ ਪੈਰਾਮੀਟਰ ਨਹੀਂ ਹੈਗਾ। ਤਾਂ ਡਿਵੈਲਪਮੈਂਟ ਇੱਕ ਇਹੋ ਜਿਹਾ ਵਰਤਾਰਾ ਜਿਹੜਾ ਕਿ ਕੰਪਲੀਕੇਟਡ ਹੈ, ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜੀ ਵਿਧੀ ਬੱਚੇ ਦੇ ਅਧਿਐਨ ਲਈ ਸਭ ਤੋਂ ਉੱਤਮ ਹੈ? ਵਿਚ ਮੈਥਡ ਇਜ਼ ਦੀ ਬੈਸਟ ਫॉर ਦੀ ਸਟੱਡੀ ਆਫ ਏ ਚਾਈਲਡ? ਪਲੇਵੇ ਮੈਥਡ, ਇੰਡੀਵਿਜੂਅਲ ਸਟੱਡੀ, ਪ੍ਰੋਜੈਕਟ ਮੈਥਡ ਜਾਂ ਐਕਸਪਲੈਨੇਸ਼ਨ ਮੈਥਡ? ਬੱਚੇ ਦਾ ਅਧਿਐਨ ਕਰਨਾ, ਆਪਾਂ ਬੱਚੇ ਨੂੰ ਸਮਝਣਾ, ਤਾਂ ਉਹ ਕਿਹੜੀ ਵਿਧੀ ਹੈ? ਤਾਂ CDP ਤੋਂ ਇਲਾਵਾ ਆਪਣੇ ਹੋਰ ਵੀ ਆਲਰੇਡੀ ਬੈਚ ਹੈ ਜਿਹੜੇ ਉਹ ਅਪਲੋਡਡ ਨੇ। ਜੇਕਰ ਤੁਸੀਂ ਹੋਰ ਪੇਪਰਾਂ ਦੀ ਤਿਆਰੀ ਕਰਨਾ ਚਾਹੁੰਦੇ ਹੋ ਜਿਹੜੇ ਇੰਡੀਆ ਲੈਵਲ ਦੇ ਆ ਜਾਂ ਪੰਜਾਬ ਲੈਵਲ ਦੇ, ਜਿੰਨੇ ਵੀ ਪੇਪਰ ਹੋਣਗੇ, ਤਾਂ ਸਭ ਦੇ ਲਈ ਆਪਣੀਆਂ ਵੀਡੀਓ ਬਹੁਤ ਇੰਪੋਰਟੈਂਟ ਨੇ। ਸਾਰੀਆਂ ਵੀਡੀਓ, ਸਾਰੇ ਸੈਸ਼ਨ ਅਟੈਂਡ ਕਰਿਓ। ਪੰਜਾਬ GK ਦੇ ਸੈਸ਼ਨ ਬਹੁਤ ਇੰਪੋਰਟੈਂਟ ਨੇ, ਪੂਰਾ ਨਿਚੋੜ ਮੈਂ ਤੁਹਾਡੇ ਅੱਗੇ ਪੇਸ਼ ਕੀਤਾ ਹੋਇਆ, ਠੀਕ ਹੈ। ਮਾਡਰਨ ਹਿਸਟਰੀ, ਪੋਲਿਟੀ, ਇੱਕ ਟੌਪਿਕ ਆਪਾਂ ਉੱਥੇ ਕਲੀਅਰ ਕੀਤਾ ਹੋਇਆ। ਉਹ ਵੀ ਸਾਰੇ ਤੁਸੀਂ ਬੈਚ ਜ਼ਰੂਰ ਅਟੈਂਡ ਕਰਿਓ। ਆਉਣ ਵਾਲੇ ਸਾਰੇ ਪੇਪਰਾਂ ਦੇ ਵਿੱਚ ਤੁਹਾਨੂੰ ਬਹੁਤ ਫਾਇਦਾ ਦੇਣਗੇ, ਠੀਕ ਹੈ ਜੀ। ਤਾਂ ਇਹਨਾਂ ਵਿੱਚੋਂ ਕਿਹੜੀ ਵਿਧੀ ਹੈ ਜਿਹੜੀ ਬੱਚੇ ਦੇ ਅਧਿਐਨ ਲਈ ਸਭ ਤੋਂ ਉੱਤਮ ਹੈ? ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 2 ਆਊਗਾ, ਇੰਡੀਵਿਜੂਅਲ ਸਟੱਡੀ। ਬਾਕੀ ਜਿਹੜੀਆਂ ਵਿਧੀਆਂ ਨੇ ਇਹ ਆਪਣੀਆਂ ਟੀਚਿੰਗ ਮੈਥਡ ਨੇ, ਠੀਕ ਹੈ। ਜਿਵੇਂ ਪਲੇਵੇ ਮੈਥਡ ਹੋ ਗਿਆ, ਇਹਦੇ ਵਿੱਚ ਜਿਹੜਾ ਖੇਡ ਦੇ ਵਿੱਚ ਬੱਚਾ ਸਿੱਖਦਾ। ਪ੍ਰੋਜੈਕਟ ਮੈਥਡ ਇਹ ਇੱਕ ਵੱਡੇ ਪੱਧਰ 'ਤੇ ਆ ਗਿਆ ਜਦੋਂ ਆਪਣਾ ਰਿਸਰਚ ਵਗੈਰਾ ਆਪਾਂ ਕਰਦੇ ਹਾਂ। ਐਕਸਪਲੈਨੇਸ਼ਨ ਮੈਥਡ ਜਿਹੜੀ ਵਿਆਖਿਆ ਵਿਧੀ, ਜਦੋਂ ਆਪਾਂ ਵੱਡੇ ਬੱਚਿਆਂ ਨੂੰ, ਕਿਉਂਕਿ ਛੋਟੇ ਬੱਚੇ ਤਾਂ ਵਿਆਖਿਆ ਨੂੰ ਸਮਝ ਨਹੀਂ ਸਕਦੇ, ਤਾਂ ਵੱਡੇ ਬੱਚਿਆਂ ਲਈ ਇਹ। ਤਾਂ ਜਿਹੜੀ ਇੰਡੀਵਿਜੂਅਲ ਸਟੱਡੀ ਹੈ, ਵਿਅਕਤੀਗਤ ਅਧਿਐਨ ਹੈ। ਇੰਡੀਵਿਜੂਅਲ ਮਤਲਬ ਇੱਕ ਬੱਚੇ ਨੂੰ ਆਪਾਂ ਪੜ੍ਹਨਾ ਹੈ, ਇੱਕ ਬੱਚੇ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਬੱਚਾ ਕਿੰਨਾ ਕੁ ਇਹ ਸਮਝਦਾ ਹੈ, ਕਿੱਥੋਂ ਤੱਕ ਇਹਦਾ ਮਾਈਂਡ ਦਾ ਲੈਵਲ ਹੈ, ਠੀਕ ਹੈ। ਇਹ ਬੱਚਾ ਇੰਟੈਲੀਜੈਂਟ ਹੈ, ਇਹ ਐਵਰੇਜ ਹੈ, ਜਾਂ ਇਹ ਮਤਲਬ ਬਿਲਕੁਲ ਨਲਾਇਕ ਹੈ, ਠੀਕ ਹੈ। ਤਾਂ ਇਹ ਚੀਜ਼ਾਂ ਆਪਾਂ ਸਮਝਣੀਆਂ ਹੁੰਦੀਆਂ। ਤਾਂ ਇੱਕ ਬੱਚੇ ਦਾ ਆਪਾਂ ਅਧਿਐਨ ਕਰਨ ਦੇ ਲਈ ਕਿਹੜੀ ਸਟੱਡੀ ਹੁੰਦੀ ਹੈ? ਇੰਡੀਵਿਜੂਅਲ ਸਟੱਡੀ, ਵਿਅਕਤੀਗਤ, ਮਤਲਬ ਇੱਕ ਬੱਚੇ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 2 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਕਾਸ ਵਾਪਰਦਾ, ਡਿਵੈਲਪਮੈਂਟ ਔਕਰਸ, ਵਿਸ਼ੇਸ਼ ਤੋਂ ਸਧਾਰਨ, ਸਧਾਰਨ ਤੋਂ ਵਿਸ਼ੇਸ਼, ਦੋਵੇਂ ਜਾਂ ਕੋਈ ਨਹੀਂ? ਤਾਂ ਇਹ ਜਿਹੜਾ ਕੁਐਸਚਨ ਹੈ ਇਹ ਮੈਂ ਪਿਛਲੇ ਸੈਸ਼ਨ ਦੇ ਵਿੱਚ ਇਹ ਕਰਵਾਇਆ ਸੀ। ਤਾਂ ਇਹ ਕੁਐਸਚਨ ਮੇਰੇ ਤੋਂ ਗਲਤ ਪ੍ਰੋਨਾਊਂਸ ਹੋ ਗਿਆ ਸੀ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਨਹੀਂ ਆਉਣਾ, ਇਹਦਾ ਆਨਸਰ ਨੰਬਰ 2 ਆਉਣਾ, ਠੀਕ ਹੈ ਜੀ। ਤਾਂ ਇਹ ਮੈਂ ਟਾਈਪਿੰਗ ਹੈ ਜਿਹੜੀ ਉਹ ਵੀ ਗਲਤ ਹੋ ਗਈ ਸੀ। ਇਹ ਮੈਂ ਮਤਲਬ ਤੁਹਾਨੂੰ ਜਿਹੜਾ ਪ੍ਰੋਨਾਊਂਸ ਵੀ ਇਹ ਮੈਂ ਗਲਤ ਕਰਤਾ ਸੀ, ਠੀਕ ਹੈ। ਤੁਹਾਨੂੰ ਸਮਝਾ ਵੀ ਮੈਂ ਇਹ ਗਲਤ ਦਿੱਤਾ ਸੀ। ਜਿਹੜਾ ਡਿਵੈਲਪਮੈਂਟ ਆ ਉਹ ਕਿਵੇਂ ਜਾਂਦੀ ਹੈ ਆਪਣੀ? ਸਧਾਰਨ ਤੋਂ ਵਿਸ਼ੇਸ਼ ਵੱਲ ਜਾਂਦੀ ਹੈ, ਠੀਕ ਹੈ। ਮੈਂ ਵਿਸ਼ੇਸ਼ ਤੋਂ ਸਧਾਰਨ ਤੁਹਾਨੂੰ ਸਮਝਾ ਗਿਆ ਸੀ, ਉਲਟ ਮੈਂ ਸਮਝਾ ਗਿਆ ਸੀ, ਕਿਉਂਕਿ ਕਈ ਵਾਰੀ ਕੰਮ ਦਾ ਬਰਡਨ ਜ਼ਿਆਦਾ ਹੁੰਦਾ, ਠੀਕ ਹੈ। ਮੈਨੂੰ ਸਾਰਾ ਕੁਛ ਇਹ ਟਾਈਪ ਕਰਨਾ ਪੈਂਦਾ, ਰਿਕਾਰਡ ਕਰਨਾ ਪੈਂਦਾ, ਠੀਕ ਹੈ। ਕਈ ਵਾਰੀ ਇਹ ਦਿਮਾਗ 'ਚ ਚੀਜ਼ਾਂ ਆਪਾਂ ਤੋਂ ਗਲਤ ਪ੍ਰੋਨਾਊਂਸ ਹੋ ਜਾਂਦੀਆਂ, ਠੀਕ ਹੈ। ਤਾਂ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਮੈਂ ਜਾਣ ਬੁੱਝ ਕੇ ਇਹ ਚੀਜ਼ ਗਲਤ ਕੀਤੀ। ਤਾਂ ਇਹ ਮੈਨੂੰ ਬੱਚਿਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿੱਤਾ ਸੀ, ਠੀਕ ਹੈ। ਤਾਂ ਇਹ ਕੁਐਸਚਨ ਮੇਰੇ ਤੋਂ ਗਲਤ ਹੋ ਗਿਆ ਸੀ, ਇਹਨੂੰ ਸਹੀ ਕਰ ਲਿਓ। ਤਾਂ ਇਹ ਕਿੱਧਰ ਜਾਂਦਾ ਹੈਗਾ? ਇਹ ਆਨਸਰ ਨੰਬਰ 2 ਆਊਗਾ। ਤਾਂ ਇਹ ਸਧਾਰਨ ਤੋਂ ਵਿਸ਼ੇਸ਼ ਵੱਲ ਜਾਂਦਾ, ਠੀਕ ਹੈ ਜੀ। ਤਾਂ ਇਹ ਸਧਾਰਨ ਤੋਂ ਸਿੰਪਲ ਟੂ ਕੰਪਲੈਕਸ ਜਿਹਨੂੰ ਆਪਾਂ ਕਹਿੰਦੇ ਇੰਗਲਿਸ਼ ਦੇ ਵਿੱਚ, ਤਾਂ ਇਹ ਸਿੰਪਲ ਤੋਂ ਕੰਪਲੈਕਸ ਵੱਲ ਜਾਂਦਾ, ਸਧਾਰਨ ਤੋਂ ਵਿਸ਼ੇਸ਼ ਵੱਲ ਜਾਂਦਾ। ਜਿਹੜਾ ਵਿਕਾਸ ਹੈ ਵਿਸ਼ੇਸ਼ ਤੋਂ ਸਧਾਰਨ ਵੱਲ ਨਹੀਂ ਜਾਂਦਾ, ਠੀਕ ਹੈ। ਇਹਨੂੰ ਸਹੀ ਕਰ ਲਿਓ ਪਲੀਜ਼, ਠੀਕ ਹੈ। ਤਾਂ ਇਹਦਾ ਆਨਸਰ ਆਊਗਾ, ਆਨਸਰ ਨੰਬਰ 2 ਆਊਗਾ, ਇਹਦਾ 1 ਨਹੀਂ ਆਉਣਾ, ਆਨਸਰ ਨੰਬਰ 2, ਠੀਕ ਹੈ ਜੀ। ਤਾਂ ਇਸ ਤਰ੍ਹਾਂ ਤੁਸੀਂ ਮੈਨੂੰ ਰਿਕਮੈਂਡ ਜ਼ਰੂਰ ਕਰ ਦਿਆ ਕਰੋ। ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਬੱਚਿਆਂ ਨੇ ਵੀ ਮੈਨੂੰ ਰਿਕਮੈਂਡ ਕੀਤਾ, ਠੀਕ ਹੈ ਜੀ। ਤਾਂ ਇਹ ਕਰਿਆ ਕਰੋ ਜ਼ਰੂਰ, ਕਿਉਂਕਿ ਇਹ ਤੋਂ ਕਈ ਵਾਰੀ ਨਹੀਂ ਪਤਾ ਲੱਗਦਾ, ਕੰਮ ਜ਼ਿਆਦਾ ਹੁੰਦਾ, ਤਾਂ ਇੱਕ ਅੱਧਾ ਕੁਐਸਚਨ ਮਿਸਪਲੇਸ ਹੋ ਜਾਂਦਾ, ਗਲਤ ਹੋ ਜਾਂਦਾ, ਆਪਸ਼ਨ ਵੀ ਆਪਾਂ ਤੋਂ ਗਲਤ ਕਈ ਵਾਰੀ ਪ੍ਰੋਨਾਊਂਸ ਹੋ ਜਾਂਦਾ। ਬਟ ਮੈਂ ਪੂਰੀ ਕੋਸ਼ਿਸ਼ ਕਰਦਾ ਕਿ ਮੈਂ ਪੂਰਾ ਔਥੈਂਟਿਕ ਜਿਹੜਾ ਤੁਹਾਡੇ ਅੱਗੇ ਜਿੰਨਾ ਵੀ ਕੰਟੈਂਟ ਹੈ ਔਥੈਂਟਿਕ ਲੈ ਕੇ ਆਵਾਂ, ਠੀਕ ਹੈ। ਤਾਂ ਇੱਕ ਅੱਧਾ ਕੁਐਸਚਨ ਕਈ ਵਾਰੀ ਹੋ ਜਾਂਦਾ, ਤਾਂ ਉਹ ਤੁਸੀਂ ਦੱਸ ਦਿਆ ਕਰੋ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 2 ਆਊਗਾ, ਸਧਾਰਨ ਤੋਂ ਵਿਸ਼ੇਸ਼ ਵੱਲ ਜਾਂਦਾ ਇਹ।
ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿੱਖਣ ਦੇ ਪ੍ਰਕਾਰ ਕਿਹੜੇ ਕਿਹੜੇ ਨੇ? ਕੋਗਨੀਟਿਵ, ਸੈਂਸ਼ੂਅਲ, ਲਰਨਿੰਗ ਬਾਈ ਡੂਇੰਗ ਜਾਂ ਆਲ ਆਫ ਦੀ ਅਬਵ। ਇਸ ਕੁਐਸਚਨ ਦਾ ਜਿਹੜਾ ਆਨਸਰ ਨੰਬਰ 4 ਆਊਗਾ, ਆਲ ਆਫ ਦੀ ਅਬਵ। ਠੀਕ ਹੈ ਜੀ, ਕੋਗਨੀਟਿਵ ਵੀ ਹੁੰਦਾ, ਸੈਂਸ਼ੂਅਲ ਵੀ ਹੁੰਦਾ, ਲਰਨਿੰਗ ਬਾਈ ਡੂਇੰਗ ਵੀ ਹੁੰਦਾ। ਠੀਕ ਹੈ, ਇਹ ਸਾਰੇ ਪ੍ਰਕਾਰ ਹੁੰਦੇ ਨੇ ਸਿੱਖਣ ਦੇ। ਠੀਕ ਹੈ ਜੀ, ਤਾਂ ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿੱਖਣ ਲਈ ਵਿਸ਼ਾ ਸਮੱਗਰੀ ਹੋਣੀ ਚਾਹੀਦੀ ਹੈ। ਦੀ ਸਬਜੈਕਟ ਮੈਟਰ ਫॉर ਲਰਨਿੰਗ ਸ਼ੁੱਡ ਬੀ ਮੁਸ਼ਕਿਲ, ਆਸਾਨ, ਆਸਾਨ ਤੋਂ ਮੁਸ਼ਕਿਲ ਜਾਂ ਮੁਸ਼ਕਿਲ ਤੋਂ ਆਸਾਨ। ਤਾਂ ਜਿਹੜੀ ਸਿੱਖਣਾ, ਜਦੋਂ ਆਪਾਂ ਲਰਨ ਕਰਨਾ ਕੋਈ ਵੀ ਚੀਜ਼, ਤਾਂ ਉਹ ਕਿਵੇਂ ਹੋਣੀ ਚਾਹੀਦੀ ਹੈ? ਤਾਂ ਮੁਸ਼ਕਿਲ ਤਾਂ ਇਹਦੇ ਵਿੱਚ ਹੋਣੀ ਨਹੀਂ ਚਾਹੀਦੀ। ਠੀਕ ਹੈ, ਤੁਹਾਨੂੰ ਪਤਾ ਹੈ ਕਿ ਜਦੋਂ ਤੁਸੀਂ ਆਪਸ਼ਨ ਉੱਥੇ ਪੜ੍ਹੋਗੇ ਤਾਂ ਤੁਹਾਨੂੰ ਕਈ ਆਪਸ਼ਨ ਤੁਹਾਨੂੰ ਐਟੋਮੈਟਿਕਲੀ ਪਤਾ ਲੱਗ ਜੂ ਕਿ ਇਹ ਨੈਗੇਟਿਵ ਨੇ, ਇਹ ਨੈਗੇਟਿਵ ਸੈਂਸ ਦੇ ਰਹੇ ਨੇ, ਤਾਂ ਉਹ ਆਪਸ਼ਨ ਤੁਸੀਂ ਅਵੋਇਡ ਕਰ ਦਿਓ। ਉਹ ਆਨਸਰ ਕਦੇ ਵੀ ਨਹੀਂ ਹੁੰਦਾ CDP ਦੇ ਵਿੱਚ। ਤਾਂ ਮੁਸ਼ਕਿਲ ਤਾਂ ਇਹਦਾ ਹੋਣਾ ਹੀ ਨਹੀਂਗਾ। ਆਸਾਨ ਵੀ ਆਪਾਂ ਜਮਾਂ ਸਿੰਪਲ ਵੀ ਆਪਾਂ ਨਹੀਂ ਕਹਿ ਸਕਦੇ ਕਿ ਜਮਾਂ ਹੀ ਸਿੰਪਲ ਹੁੰਦਾ ਹੈ ਨਾ, ਤਾਂ ਕਿ ਸਿਰਫ ਸਿੰਪਲ ਆਪਣਾ ਚੱਲੀ ਜਾਵੇ ਤਾਂ ਸਿੰਪਲ ਨਹੀਂ ਹੁੰਦਾ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 3 ਆਊਗਾ, ਆਸਾਨ ਤੋਂ ਮੁਸ਼ਕਿਲ। ਪਹਿਲਾਂ ਆਪਾਂ ਆਸਾਨ ਪੜ੍ਹਾਂਗੇ, ਠੀਕ ਹੈ, ਤਾਂ ਆਸਾਨ ਤੋਂ ਜਾਂਦੇ ਆਪਾਂ ਸਟੈਪ ਬਾਏ ਸਟੈਪ ਅੱਗੇ ਵੱਧਦੇ ਆਪਾਂ ਕੰਪਲੈਕਸ ਵੱਲ ਜਾਵਾਂਗੇ। ਇਹਨੂੰ ਸਿੰਪਲ ਟੂ ਕੰਪਲੈਕਸ ਵੀ ਬੋਲਦੇ ਆ। ਠੀਕ ਹੈ, ਤਾਂ ਆਪਾਂ ਸਿੰਪਲ ਤੋਂ ਚੱਲਾਂਗੇ ਅਤੇ ਕੰਪਲੈਕਸ ਵੱਲ ਆਪਾਂ ਜਾਵਾਂਗੇ। ਠੀਕ ਹੈ ਜੀ, ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਤੱਤ ਬਾਲ ਵਿਕਾਸ ਨੂੰ ਪ੍ਰੇਰਿਤ ਨਹੀਂ ਕਰਦਾ? ਵਿਚ ਆਫ ਦੀ ਫੋਲੋਇੰਗ ਫੈਕਟਰ ਇਜ਼ ਨਾਟ ਮੋਟੀਵੇਟਡ ਟੂ ਚਾਈਲਡ ਡਿਵੈਲਪਮੈਂਟ? ਹੈਰੀਡਿਟੀ, ਇਨਵਾਇਰਨਮੈਂਟ, ਬੋਥ ਜਾਂ ਨਨ ਆਫ ਦੀ ਅਬਵ। ਇਹ ਜਿਹੜਾ ਕੁਐਸਚਨ ਹੈ, ਇਹ ਮੈਂ ਜਾਣਬੁੱਝ ਕੇ ਰੱਖਿਆ। ਠੀਕ ਹੈ, ਪਹਿਲਾਂ ਵਾਲੇ ਸੈਸ਼ਨ 'ਚ ਵੀ ਰੱਖਿਆ ਸੀ ਅਤੇ ਮੈਂ ਮੈਰਾਥਨ ਦੇ ਵਿੱਚ ਵੀ ਸੇਮ ਕੁਐਸਚਨ ਮਤਲਬ ਕੁਛ ਰੱਖੇ ਨੇ ਜਿਹੜੇ ਬਹੁਤ ਤੁਹਾਡੇ ਲਈ ਇੰਪੋਰਟੈਂਟ ਨੇ, ਕਿਉਂਕਿ ਕੁਐਸਚਨ ਹੀ ਇਹੋ ਜਿਹਾ ਕਿ ਜਿਹੜਾ ਬੱਚੇ 99% ਗਲਤ ਕਰਕੇ ਆਉਂਦੇ ਨੇ। ਇਹਦੇ ਵਿੱਚ ਆਪਾਂ ਨੂੰ ਨਹੀਂ ਪੁੱਛਿਆ ਕਿ ਜਿਹੜਾ ਕਿਹੜਾ ਪ੍ਰੇਰਿਤ ਨਹੀਂ ਕਰਦਾ, ਕਿਉਂਕਿ ਬੱਚੇ ਜਿਹੜੇ ਉਹ ਕੁਐਸਚਨ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਦੇ। ਠੀਕ ਹੈ, ਬਸ ਆਨਸਰ ਟਿਕ ਲਾ ਦਿੰਦੇ ਨੇ, ਟਿਕ ਕਰਕੇ ਅਤੇ OMR 'ਤੇ ਵੀ ਜਲਦੀ ਫਿਲ ਕਰ ਦਿੰਦੇ ਨੇ। ਠੀਕ ਹੈ ਜੀ, ਤਾਂ CTET ਦੇ ਵਿੱਚ ਤਾਂ ਆਪਾਂ ਸਹੀ ਕਰ ਸਕਦੇ ਹਾਂ। CTET 'ਤੇ ਜਿਹੜਾ ਪੇਪਰ ਹੁੰਦਾ ਆਪਣਾ ਕੰਪਿਊਟਰ ਬੇਸਡ ਹੁੰਦਾ। ਠੀਕ ਹੈ ਜੀ, ਬਟ ਫਿਰ ਵੀ CTET ਦੇ ਵਿੱਚ ਵੀ ਮੈਂ ਤੁਹਾਨੂੰ ਕਹਿਣਾ, ਜਿੰਨੇ ਵੀ ਤੁਹਾਡੇ ਪੇਪਰ ਹੋਣਗੇ, ਠੀਕ ਹੈ, ਤਾਂ ਉਹਨਾਂ ਦੇ ਵਿੱਚ ਤੁਸੀਂ ਪੂਰੇ ਧਿਆਨ ਦੇ ਨਾਲ ਇਹ ਆਪਸ਼ਨ ਲਾ ਕੇ ਆਉਣਾ ਅਤੇ ਇਹਨਾਂ ਤੋਂ ਪੁੱਛਿਆ ਕੀ ਗਿਆ ਆਪਣੇ ਤੋਂ। ਠੀਕ ਹੈ, ਤਾਂ ਪ੍ਰੇਰਿਤ ਨਹੀਂ ਕਰਦਾ ਤਾਂ ਹੈਰੀਡਿਟੀ ਕਰਦੀ ਹੈ ਪ੍ਰੇਰਿਤ? ਬਿਲਕੁਲ ਕਰਦੀ ਹੈ। ਹੈਰੀਡਿਟੀ ਕਿਉਂ ਨਹੀਂ ਕਰਦੀ? ਇਨਵਾਇਰਨਮੈਂਟ ਵੀ ਆਪਾਂ ਨੂੰ ਕਰਦਾ, ਆਪਣੇ 'ਤੇ ਬਹੁਤ ਪ੍ਰਭਾਵ ਪੈਂਦਾ ਦੋਨਾਂ ਦਾ। ਤਾਂ ਬੋਥ ਨਹੀਂ ਆ ਸਕਦੇ, ਤਾਂ ਇਹਦਾ ਆਊਗਾ ਨਨ ਆਫ ਦੀ ਅਬਵ। ਠੀਕ ਹੈ ਜੀ, ਤਾਂ ਇਹਨਾਂ 'ਚੋਂ ਕੋਈ ਵੀ ਇਹੋ ਜਿਹਾ ਤੱਤ ਨਹੀਂ ਜਿਹੜਾ ਪ੍ਰਭਾਵਿਤ ਨਹੀਂ ਕਰਦਾ, ਦੋਨੋਂ ਕਰਦੇ ਆ। ਹੈਰੀਡਿਟੀ ਵੀ ਕਰਦੀ ਹੈ, ਇਨਵਾਇਰਨਮੈਂਟ ਵੀ ਕਰਦਾ। ਠੀਕ ਹੈ ਜੀ, ਤਾਂ ਇਹੋ ਜਿਹੇ ਜਿਹੜੇ ਕੁਐਸਚਨ ਹੈ ਤੁਹਾਨੂੰ ਫਸਾ ਸਕਦੇ ਆ। ਠੀਕ ਹੈ, ਤੁਹਾਡਾ ਜਿਹੜਾ ਆਨਸਰ ਹੈ ਉਹ ਗਲਤ ਹੋ ਸਕਦਾ। ਤਾਂ ਇਹੋ ਜਿਹੇ ਕੁਐਸਚਨ ਨੂੰ ਪੂਰੇ ਧਿਆਨ ਨਾਲ ਕਰਕੇ ਆਇਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੱਚੇ ਨੂੰ ਖੱਬੇ ਸੱਜੇ ਦਾ ਗਿਆਨ ਕਦੋਂ ਹੁੰਦਾ? ਤਾਂ ਇਹਦਾ ਜਿਹੜਾ ਆਨਸਰ ਨੰਬਰ 1 ਆਊਗਾ, 4 ਸਾਲ ਦੀ ਉਮਰ ਦੇ ਵਿੱਚ। ਠੀਕ ਹੈ, 4 ਸਾਲ ਦੀ ਉਮਰ ਦੇ ਵਿੱਚ ਉਹਨੂੰ ਖੱਬੇ ਸੱਜੇ ਦਾ। ਬੁੱਧੀ ਦੀ ਇੱਕ ਪੱਖੀ ਧਾਰਨਾ ਕਿਸ ਦੀ ਹੈ? ਦੀ ਸਿੰਗਲ ਫੈਕਟਰ ਥਿਊਰੀ ਆਫ ਇੰਟੈਲੀਜੈਂਸ ਇਜ਼ ਗਿਵਨ ਬਾਏ ਬਿਨੈ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਸਪੀਅਰਮੈਨ। ਮੈਂ ਤੁਹਾਨੂੰ ਕਿਹਾ ਸੀ ਕਿ ਕਈ ਕੁਐਸਚਨ ਇਹੋ ਜਿਹੇ ਨੇ ਜਿਹੜੇ ਆਪਾਂ ਪਿਛਲੇ ਸੈਸ਼ਨ ਦੇ ਵਿੱਚੋਂ ਪਿਕ ਕੀਤੇ ਹੋਏ ਨੇ, ਅਤੇ ਬਹੁਤ ਕੁਐਸਚਨ ਮੈਂ ਤੁਹਾਨੂੰ ਇੱਕ ਇਹਦੇ ਵਿੱਚ ਟੌਪਿਕ ਕਲੀਅਰ ਕਰਵਾਇਆ ਹੋਇਆ। ਠੀਕ ਹੈ ਜੀ, ਜਿਹੜੇ ਟੌਪਿਕ ਦੇ ਵਿੱਚੋਂ ਤੁਹਾਨੂੰ 100% ਸੰਭਾਵਨਾ ਹੈ ਕੁਐਸਚਨ ਆਉਣ ਦੀ, ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਕਿ 100 ਦਾ 100 ਕੁਐਸਚਨ ਤੁਸੀਂ ਕੰਪਲੀਟ ਕਰਿਓ, ਇੱਕ ਵੀ ਕੁਐਸਚਨ ਨੂੰ ਮਿਸ ਨਾ ਕਰਿਓ, ਕਿਉਂਕਿ ਆਪਣੀ ਮੈਰਾਥਨ ਦੇ ਵਿੱਚੋਂ ਹੀ ਤੁਹਾਨੂੰ ਤੁਸੀਂ ਖੁਦ ਮੰਨੋਗੇ ਕਿ ਹਾਂ ਇਹਦੇ ਵਿੱਚੋਂ ਕੁਐਸਚਨ ਆਏ ਹੋਏ ਨੇ। ਠੀਕ ਹੈ ਜੀ, ਤਾਂ ਜਿੰਨੇ ਵੀ ਤੁਹਾਡੇ ਆਉਣ ਵਾਲੇ ਪੇਪਰ ਨੇ, PSTET, CTET, HTET, KVS, ਠੀਕ ਹੈ, ਸਾਰਿਆਂ ਲਈ ਇਹ ਆਪਣੀਆਂ ਵੀਡੀਓ ਬਹੁਤ ਇੰਪੋਰਟੈਂਟ ਨੇ, ਜਿਨ੍ਹਾਂ ਦੇ ਵਿੱਚ ਵੀ CDP ਬਾਰੇ ਪੁੱਛਿਆ ਜਾਂਦਾ। ਤਾਂ ਬੁੱਧੀ ਦੀ ਜਿਹੜੀ ਇੱਕ ਪੱਖੀ ਧਾਰਨਾ ਕਿਹਨੇ ਦਿੱਤੀ ਹੈ? ਤਾਂ ਇਹਦਾ ਆਨਸਰ ਆਊਗਾ, ਆਨਸਰ ਨੰਬਰ 1 ਬਿਨੈ ਨੇ ਦਿੱਤੀ ਹੈ। ਠੀਕ ਹੈ ਜੀ, ਇਹ ਬਿਨੈ ਨੇ ਦਿੱਤੀ ਹੈ ਜਿਹੜੀ ਬੁੱਧੀ ਦੀ ਇੱਕ ਪੱਖੀ ਧਾਰਨਾ, ਸਿੰਗਲ ਫੈਕਟਰ ਥਿਊਰੀ ਆਫ ਇੰਟੈਲੀਜੈਂਸ, ਇਹ ਬਿਨੈ ਨੇ ਦਿੱਤੀ ਹੈ। ਅਤੇ ਜਿਹੜੀ ਡੂਅਲ ਫੈਕਟਰ ਦਿੱਤੀ ਹੈ ਉਹਦੇ 'ਤੇ ਆਪਾਂ ਨੂੰ ਸਪੀਅਰਮੈਨ ਨੇ, ਇਹ ਯਾਦ ਰੱਖਿਓ। ਠੀਕ ਹੈ, ਮੈਂ ਨਾਲ ਹੀ ਫੈਕਟ ਕਲੀਅਰ ਕਰਵਾਏ ਹੋਏ ਨੇ। ਇਹ ਨਹੀਂ ਆਪਾਂ 100 ਕੁਐਸਚਨ ਹੀ ਕਰਨਾ, 100 ਦੇ ਨਾਲ ਆਪਾਂ ਕਾਫੀ ਕੁਐਸਚਨ ਕਰ ਜਾਂਗੇ। 100 ਦਾ ਵੀ ਮੰਨ ਲਓ 150 ਕੁਐਸਚਨ ਹੋ ਜੂ ਆਪਣਾ ਇਹਦੇ ਵਿੱਚ। ਠੀਕ ਹੈ, ਟਾਈਮ ਦੀ ਕੋਈ ਲਿਮਿਟ ਨਹੀਂ, ਘੱਟ ਵੀ ਹੋ ਸਕਦਾ, 1 ਘੰਟੇ 'ਚ ਵੀ ਕਲਾਸ ਪੂਰੀ ਹੋ ਸਕਦੀ ਹੈ, ਜ਼ਿਆਦਾ ਵੀ ਲੱਗ ਸਕਦਾ। ਠੀਕ ਹੈ, ਟਾਈਮ ਆਪਣਾ ਕੋਈ ਸਪੈਸੀਫਿਕ ਨਹੀਂ ਹੈਗਾ, ਕਿਉਂਕਿ ਆਪਾਂ ਸਟੂਡੈਂਟਸ ਦਾ ਫਾਇਦਾ ਦੇਖਣਾ। ਠੀਕ ਹੈ ਜੀ, ਕਿ ਤੁਹਾਡਾ ਫਾਇਦਾ ਹੋਵੇ ਜ਼ਿਆਦਾ ਤੋਂ ਜ਼ਿਆਦਾ। ਠੀਕ ਹੈ, ਇਹ ਨਹੀਂ ਹੈਗਾ ਕਿ ਮੈਂ ਤੁਹਾਡੇ ਅੱਗੇ 3-4 ਘੰਟੇ ਦੀ ਵੀਡੀਓ ਪੇਸ਼ ਕਰਦਾ, ਠੀਕ ਹੈ, ਤੁਸੀਂ ਬੋਰ ਹੋਈ ਜਾਓ। ਠੀਕ ਹੈ, ਤਾਂ ਉਹ ਗੱਲ ਨਹੀਂ ਹੈਗੀ। ਤਾਂ ਤੁਹਾਡੇ ਲਈ ਆਪਾਂ ਬਹੁਤ ਤੁਹਾਡਾ ਸੋਚਣਾ ਉਹ ਚੀਜ਼ ਕਿ ਤੁਹਾਡਾ ਫਾਇਦਾ ਹੋਵੇ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 1 ਬਿਨੇ ਦੀ ਹੈ ਜਿਹੜੀ ਉਹ ਸਿੰਗਲ ਫੈਕਟਰ ਥਿਊਰੀ ਹੈ, ਅਤੇ ਜਿਹੜੀ ਡਬਲ ਫੈਕਟਰ ਹੈ, ਡੂਅਲ ਫੈਕਟਰ ਜਿਹਨੂੰ ਆਪਾਂ ਕਹਿੰਦੇ ਸਪੀਅਰਮੈਨ ਦੀ, ਇਹ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੁੱਧੀ ਦੀ ਬਹੁਪੱਖੀ ਧਾਰਨਾ ਕਿਹਦੀ ਹੈ? ਦ ਥਿਊਰੀ ਆਫ ਮਲਟੀਪਲ ਇੰਟੈਲੀਜੈਂਸ ਇਜ਼ ਗਿਵਨ ਬਾਏ ਗਾਰਡਨਰ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਸਪੀਅਰਮੈਨ। ਸਿੰਗਲ ਵੀ ਹੋ ਗਿਆ, ਡਬਲ ਵੀ ਹੋ ਗਿਆ, ਅਤੇ ਬਹੁਪੱਖੀ ਤੁਸੀਂ ਦੱਸਣਾ। ਸਿੰਗਲ ਜਿਹੜੀ ਹੈਗੀ ਹੈ ਬਿਨੇ ਦੀ ਹੈ, ਅਤੇ ਡਬਲ ਹੈ ਆਪਣੀ ਸਪੀਅਰਮੈਨ ਦੀ। ਕਿਉਂਕਿ ਜੇ ਮੋਡਰੇਟ ਲੈਵਲ ਆਉਂਦਾ ਤਾਂ ਆਪਣੇ ਸੈਸ਼ਨ ਤੋਂ ਬਾਹਰ ਨਹੀਂ ਆਊਗਾ ਤੁਹਾਨੂੰ।
ਸਿੰਪਲ ਤਾਂ ਤੁਸੀਂ ਕਰ ਹੀ ਦਿਓਗੇ ਅਟੈਂਪਟ ਆਪਾਂ, ਠੀਕ ਹੈ। ਸਿੰਪਲ ਤਾਂ ਜਿਹੜੇ ਆਪਣੇ ਕਾਮਨ ਸੈਂਸ ਬੇਸਡ ਹੁੰਦੇ ਨੇ ਉਹ ਆਪਾਂ ਕਰ ਦਿੰਦੇ ਹਾਂ, ਅਤੇ ਥਿਊਰੀ ਆਪਾਂ ਟਰਮਸ ਇਹਦੇ 'ਚ ਆਪਾਂ ਥੋੜ੍ਹਾ ਉਲਝ ਜਾਂਦੇ ਹਾਂ, ਤਾਂ ਕਰਕੇ ਮੈਂ ਤੁਹਾਨੂੰ ਇਹ ਕਵਰ ਕਰਵਾਈਆਂ ਨੇ। ਤਾਂ ਬੁੱਧੀ ਦੀ ਜਿਹੜੀ ਬਹੁਪੱਖੀ ਧਾਰਨਾ ਇਹ ਕਿਸ ਦੀ ਹੈ, ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 1 ਆਊਗਾ। ਇਹ ਗਾਰਡਨਰ ਦੀ ਹੈ, ਇਹ ਤੁਸੀਂ ਯਾਦ ਰੱਖਿਓ, ਇਹ ਗਾਰਡਨਰ ਦੀ ਹੈ ਥਿਊਰੀ ਬਹੁਪੱਖੀ ਮਲਟੀਪਲ ਇੰਟੈਲੀਜੈਂਸ, ਤਾਂ ਇਹ ਗਾਰਡਨਰ ਦੀ ਹੈ, ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿੱਖਣ ਦਾ ਕਾਨੂੰਨ ਧਾਰਨਾ ਕਿਹਦੀ ਹੈ, ਦਾ ਥਿਊਰੀ ਲਾ ਆਫ ਲਰਨਿੰਗ, ਲਾ ਆਫ ਲਰਨਿੰਗ ਥਿਊਰੀ ਕਿਹਦੀ ਹੈਗੀ, ਗਾਰਡਨਰ, ਜੀਨ ਪਿਆਜ਼ੇ, ਥੋਰਨਡਾਈਕ ਜਾਂ ਸਪੀਅਰਮੈਨ। ਪੇਸ਼ੈਂਸ ਬਣਾ ਕੇ ਰੱਖੋ, ਠੀਕ ਹੈ ਜੀ। 100 ਦਾ 100 ਕੁਐਸਚਨ ਕੰਪਲੀਟ ਕਰਿਓ, ਤੁਹਾਨੂੰ ਬਹੁਤ ਫਾਇਦਾ ਦੇਊਗਾ। ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਆਊਗਾ, ਥੋਰਨਡਾਈਕ, ਠੀਕ ਹੈ ਜੀ। ਸਿੱਖਣ ਦਾ ਕਾਨੂੰਨ, ਲਾ ਆਫ ਲਰਨਿੰਗ, ਲਾ ਆਫ ਲਰਨਿੰਗ ਜਿਹੜੀ ਥਿਊਰੀ ਹੈ ਉਹ ਕਿਹਦੀ ਹੈ, ਇਹ ਹੈ ਥੋਰਨਡਾਈਕ ਦੀ, ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪ੍ਰਗਤੀਸ਼ੀਲ ਸਿੱਖਿਆ ਦੀ ਧਾਰਨਾ ਕਿਹਦੀ ਹੈ, ਦਾ ਥਿਊਰੀ ਆਫ ਪ੍ਰੋਗਰੈਸਿਵ ਐਜੂਕੇਸ਼ਨ। ਪ੍ਰੋਗਰੈਸਿਵ ਐਜੂਕੇਸ਼ਨ ਕਿਹਦੀ ਥਿਊਰੀ ਹੈ, ਇਹ ਤੁਸੀਂ ਯਾਦ ਰੱਖਿਓ। ਜੌਨ ਡੇਵੀ, ਜੀਨ ਪਿਆਜ਼ੇ, ਥੋਰਨਡਾਈਕ ਜਾਂ ਸਪੀਅਰਮੈਨ। ਇਹ ਆਪਸ਼ਨ ਜਿਹੜਾ ਇਹਦੇ ਵਿੱਚ ਆਪਣੇ ਤੋਂ ਗਲਤ ਹੋ ਗਿਆ ਸੀ, ਆਪਾਂ ਜੌਨ ਲੌਕ ਲਾਤਾ ਸੀ, ਠੀਕ ਹੈ। ਮਤਲਬ ਜਿਹੜੇ ਆਪਣੇ ਪਿਛਲੇ ਸੈਸ਼ਨ ਹੋਏ ਨੇ CDP ਦੇ, ਉਹਨਾਂ ਦੇ ਵਿੱਚ ਆਪਾਂ ਇਹ ਜਿਹੜਾ ਕੁਐਸਚਨ ਸੀਗਾ ਇਹਦੇ ਵਿੱਚ ਜੌਨ ਲੌਕ ਮੈਥੋਂ ਟਾਈਪ ਹੋ ਗਿਆ ਸੀ, ਉਹ ਮੈਂ ਤੁਹਾਨੂੰ ਆਨਸਰ ਦੱਸ ਦਿੱਤਾ ਸੀ, ਤਾਂ ਉਹ ਆਨਸਰ ਆਪਣਾ ਗਲਤ ਸੀ, ਜੌਨ ਲੌਕ ਨਹੀਂ ਹੈਗਾ ਇਹਦਾ, ਠੀਕ ਹੈ। ਪ੍ਰਗਤੀਸ਼ੀਲ ਸਿੱਖਿਆ ਜਿਹੜੀ ਆਪਣੀ ਪ੍ਰੋਗਰੈਸਿਵ ਐਜੂਕੇਸ਼ਨ ਹੈ, ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 1 ਆਊਗਾ। ਜੌਨ ਡੇਵੀ ਸੀਗਾ ਉਹਦਾ, ਠੀਕ ਹੈ। ਬੱਚਿਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਾਂ ਨੂੰ ਦੱਸਤਾ ਸੀ, ਠੀਕ ਹੈ। ਤਾਂ ਆਪਾਂ ਇਹ ਚੀਜ਼ ਆਪਾਂ ਗਲਤ ਸੀਗੀ ਜਿਹੜੀ ਉਹ ਸਹੀ ਕਰਕੇ ਤੁਹਾਡੇ ਅੱਗੇ ਲੈ ਕੇ ਆਂਦੀ ਹੈ, ਠੀਕ ਹੈ। ਤਾਂ ਪ੍ਰੋਗਰੈਸਿਵ ਜਿਹੜੀ ਐਜੂਕੇਸ਼ਨ ਹੈ ਉਹਦਾ ਹੈਗਾ ਜੌਨ ਡੇਵੀ, ਇਹ ਤੁਸੀਂ ਯਾਦ ਰੱਖਿਓ, ਪ੍ਰਗਤੀਸ਼ੀਲ ਸਿੱਖਿਆ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਲਿੰਗਿਕ ਮਨੋਵਿਗਿਆਨ ਦੀ ਧਾਰਨਾ ਕਿਸ ਦੀ ਹੈ, ਦੀ ਸਾਈਕੋਸੈਕਸ਼ੂਅਲ ਥਿਊਰੀ ਇਜ਼ ਗਿਵਨ ਬਾਏ ਸਿਗਮੰਡ ਫਰਾਇਡ, ਜੀਨ ਪਿਆਜ਼ੇ, ਥੋਰਨਡਾਈਕ ਜਾਂ ਸਪੀਅਰਮੈਨ। ਲਿੰਗਿਕ ਮਨੋਵਿਗਿਆਨ, ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ, ਸਿਗਮੰਡ ਫਰਾਇਡ, ਠੀਕ ਹੈ। ਈਗੋ ਵਗੈਰਾ, ਈਗੋ ਬਾਰੇ, ਇੱਦ ਬਾਰੇ ਇਹਨੇ ਗੱਲ ਕੀਤੀ ਹੈ, ਈਗੋ, ਇੱਦ, ਠੀਕ ਹੈ। ਇਹੋ ਜਿਹੇ ਇਹਦੇ ਮਤਲਬ ਇਹਦੀਆਂ ਟਰਮਸ ਸੀਗੀਆਂ, ਈਗੋ ਬਾਰੇ ਇਹ ਗੱਲ ਕਰਦਾ ਸੀ ਜ਼ਿਆਦਾ, ਸਿਗਮੰਡ ਫਰਾਇਡ, ਠੀਕ ਹੈ। ਤਾਂ ਇਹ ਤੁਸੀਂ ਯਾਦ ਰੱਖਣਾ। ਸਾਈਕੋਸੈਕਸ਼ੂਅਲ ਜਿਹੜੀ ਥਿਊਰੀ ਆਪਾਂ ਨੂੰ ਦਿੱਤੀ ਹੈ ਉਹ ਦਿੱਤੀ ਹੈ ਸਿਗਮੰਡ ਫਰਾਇਡ ਨੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪ੍ਰੀਖਣ ਅਤੇ ਗਲਤੀ ਦੀ ਧਾਰਨਾ ਕਿਹਦੀ ਹੈ, ਦੀ ਟਰਾਇਲ ਐਂਡ ਐਰਰ ਥਿਊਰੀ, ਇਹ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਗਿਵਨ ਬਾਏ ਸਿਗਮੰਡ ਫਰਾਇਡ, ਜੀਨ ਪਿਆਜ਼ੇ, ਥੋਰਨਡਾਈਕ ਜਾਂ ਸਪੀਅਰਮੈਨ, ਠੀਕ ਹੈ। ਪ੍ਰੀਖਣ ਅਤੇ ਗਲਤੀ, ਟਰਾਇਲ ਐਂਡ ਐਰਰ ਥਿਊਰੀ, ਇਹ ਬਹੁਤ ਵਾਰੀ ਪੁੱਛੀ ਗਈ ਹੈ। ਵੈਸੇ ਤਾਂ ਸਾਰੇ ਕੁਐਸਚਨ ਹੀ ਆਪਣੇ 100 ਦਾ 100 ਕੁਐਸਚਨ ਤੁਸੀਂ ਅਟੈਂਪਟ ਕਰਿਓ, ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ। ਇਹਦੇ ਵਿੱਚੋਂ ਹੀ ਡਾਇਰੈਕਟ ਕੁਐਸਚਨ ਤੁਹਾਨੂੰ ਪੁੱਛੇ ਜਾਂਦੇ ਨੇ। ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਆਊਗਾ, ਥੋਰਨਡਾਈਕ, ਠੀਕ ਹੈ ਜੀ। ਤਾਂ ਥੋਰਨਡਾਈਕ ਦੀ ਹੈ ਇਹ ਆਪਣੀ ਟਰਾਇਲ ਐਂਡ ਐਰਰ ਥਿਊਰੀ, ਠੀਕ ਹੈ। ਤਾਂ ਇਹਦੀਆਂ 2 ਥਿਊਰੀਜ਼ ਹੋਰ ਵੀ ਨੇ, ਲਾ ਆਫ ਐਕਸਰਸਾਈਜ਼ ਅਤੇ ਲਾ ਆਫ ਇਫੈਕਟ, ਇਹ ਵੀ ਤੁਸੀਂ ਯਾਦ ਰੱਖਿਓ। ਨਾਲ ਨਾਲ ਆਪਾਂ ਜਿੰਨੇ ਵੀ ਇਹਦੇ ਨਾਲ ਰਿਲੇਟਡ ਫੈਕਟ ਹੋਣਗੇ ਉਹ ਵੀ ਤੁਹਾਨੂੰ ਕਲੀਅਰ ਕਰਵਾਉਂਦੇ ਜਾਵਾਂਗੇ। ਆਪਾਂ 100 ਨਹੀਂ, 100 ਦਾ ਵੀ 150 ਕੁਐਸਚਨ ਆਪਾਂ ਅਟੈਂਪਟ ਕਰ ਦਾਂਗੇ, ਠੀਕ ਹੈ ਜੀ। ਤਾਂ ਥੋਰਨਡਾਈਕ ਹੈ ਜਿਹੜਾ, ਇਹਦੀ ਇਹ ਤਾਂ ਹੈਗੀ ਵੀ ਆ ਟਰਾਇਲ ਐਂਡ ਐਰਰ, ਠੀਕ ਹੈ। ਇਹਦੀ ਲਾ ਆਫ ਐਕਸਰਸਾਈਜ਼ ਵੀ ਹੈ ਅਤੇ ਲਾ ਆਫ ਇਫੈਕਟ ਵੀ ਹੈ, ਇਹ ਵੀ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੁੱਧੀ ਦੀ ਯੂਨੀਫੈਕਟਰ ਧਾਰਨਾ ਕਿਹਦੀ ਹੈ, ਯੂਨੀਫੈਕਟਰ ਥਿਊਰੀ ਆਫ ਇੰਟੈਲੀਜੈਂਸ ਇਜ਼ ਗਿਵਨ ਬਾਏ ਬਿਨੈ, ਜੀਨ ਪਿਆਜ਼ੇ, ਥੋਰਨਡਾਈਕ, ਸਪੀਅਰਮੈਨ। ਤਾਂ ਆਪਾਂ ਸਾਰੀਆਂ ਥਿਊਰੀਜ਼, ਸਾਰੀਆਂ ਬੁੱਕਸ, ਠੀਕ ਹੈ, A to Z ਆਪਾਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਆਪਾਂ ਕਲੀਅਰ ਕੀਤੀਆਂ, A to Z ਤੱਕ, ਠੀਕ ਹੈ ਜੀ। ਤੁਸੀਂ ਯਾਦ ਰੱਖਿਓ। ਤਾਂ ਇੱਕ ਇੱਕ ਕੁਐਸਚਨ ਨੂੰ ਵਧੀਆ ਤਰੀਕੇ ਨਾਲ ਯਾਦ ਕਰਿਓ, ਠੀਕ ਹੈ। ਤੁਹਾਨੂੰ ਆਉਣ ਵਾਲੇ ਪੇਪਰਾਂ ਦੇ ਵਿੱਚ ਬਹੁਤ ਇਹ ਚੀਜ਼ ਕੰਮ ਦੇਣ ਵਾਲੀ ਹੈ। ਤਾਂ ਬੁੱਧੀ ਦੀ ਜਿਹੜੀ ਯੂਨੀਫੈਕਟਰ ਧਾਰਨਾ ਇਹ ਕਿਹਦੀ ਹੈ, ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ, ਬਿਨੇ ਦੀ ਹੈ, ਇਹ ਤੁਸੀਂ ਯਾਦ ਰੱਖੋ। ਬਿਨੇ ਦੀ ਧਾਰਨਾ ਇਹ ਯੂਨੀਫੈਕਟਰ ਥਿਊਰੀ ਆਫ ਇੰਟੈਲੀਜੈਂਸ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਕਾਸ ਦੀ ਸਮਾਜਿਕ ਸੱਭਿਆਚਾਰਕ ਧਾਰਨਾ ਕਿਹਦੀ ਹੈ, ਸੋਸ਼ੀਓ ਕਲਚਰ ਥਿਊਰੀ ਆਫ ਡਿਵੈਲਪਮੈਂਟ ਇਜ਼ ਗਿਵਨ ਬਾਏ ਵਾਈਗੋਸਕੀ, ਜੀਨ ਪਿਆਜ਼ੇ, ਥੋਰਨਡਾਈਕ ਜਾਂ ਸਪੀਅਰਮੈਨ। ਇਸ ਕੁਐਸਚਨ ਦਾ ਜਿਹੜਾ ਆਨਸਰ, ਆਨਸਰ ਨੰਬਰ 1 ਆਊਗਾ, ਵਾਈਗੋਸਕੀ। ਜਿੱਥੇ ਸਮਾਜ ਆ ਗਿਆ ਨਾ, ਜਿੱਥੇ ਸਮਾਜਿਕ ਸੱਭਿਆਚਾਰਕ ਆ ਗਿਆ, ਇੱਥੇ ਆਪਣਾ ਵਾਈਗੋਸਕੀ ਹੀ ਆਊਗਾ, ਕਿਉਂਕਿ ਸਮਾਜ ਦੀ ਗੱਲ ਇਹੀ ਕਰਦਾ ਜ਼ਿਆਦਾਤਰ, ਤਾਂ ਵਾਈਗੋਸਕੀ ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਮਨੋਵਿਗਿਆਨਕ ਸਮਾਜਿਕ ਵਿਕਾਸ ਦੀ ਧਾਰਨਾ ਕਿਹਦੀ ਹੈ, ਮਨੋਵਿਗਿਆਨਕ ਸਮਾਜਿਕ ਵਿਕਾਸ, ਠੀਕ ਹੈ ਜੀ। ਸਾਈਕੋ ਸੋਸ਼ਲ ਡਿਵੈਲਪਮੈਂਟ,
ਥਿਊਰੀਜ਼ ਗਿਵਨ ਬਾਏ ਐਰਨ ਐਰਿਕਸਨ, ਜੀਨ ਪਿਆਜ਼ੇ, ਥੋਰਨਡਾਈਕ ਜਾਂ ਸਪੀਅਰਮੈਨ। ਸਾਈਕੋ ਸੋਸ਼ਲ ਹੈ ਇਹ, ਠੀਕ ਹੈ। ਇੱਕ ਸਾਈਕੋ ਸੈਕਸ਼ੂਅਲ ਹੈ, ਉਹ ਆਪਾਂ ਨੂੰ ਦਿੱਤੀ ਹੈ ਸਿਗਮੰਡ ਫਰਾਇਡ ਨੇ। ਇਹ ਹੈਗੀ ਆਪਣੀ ਸਾਈਕੋ ਸੋਸ਼ਲ ਡਿਵੈਲਪਮੈਂਟ ਥਿਊਰੀ। ਇਹ ਦੱਸਣਾ ਹੈ ਤੁਸੀਂ ਕਿਸ ਦੀ ਹੈ, ਐਰਨ ਐਰਿਕਸਨ, ਜੀਨ ਪਿਆਜ਼ੇ, ਥੋਰਨਡਾਈਕ ਜਾਂ ਸਪੀਅਰਮੈਨ। ਇਹੋ ਜਿਹੀਆਂ ਟਰਮਸ ਅਤੇ ਥਿਊਰੀਜ਼ CDP ਦੇ ਵਿੱਚ ਅਕਸਰ ਹੀ ਪੁੱਛ ਲਈਆਂ ਜਾਂਦੀਆਂ ਨੇ, ਠੀਕ ਹੈ ਜੀ। ਜਿੰਨੇ ਵੀ ਤੁਹਾਡੇ ਪੇਪਰ ਹੁੰਦੇ ਨੇ PS ਟੈਟ, KVS ਦੇ, CTET ਦੇ, HTET ਦੇ, ਠੀਕ ਹੈ, ਜਿਨ੍ਹਾਂ ਦੇ ਵਿੱਚ CDP ਬਾਰੇ ਪੁੱਛਿਆ ਜਾਂਦਾ, ਤਾਂ ਉਹਨਾਂ ਦੇ ਵਿੱਚ ਇਹ ਜਿਹੜੀਆਂ ਟਰਮਸ ਅਤੇ ਥਿਊਰੀਜ਼ ਨੇ ਅਕਸਰ ਹੀ ਪੁੱਛ ਲਈਆਂ ਜਾਂਦੀਆਂ। ਇੱਕ ਤੁਹਾਨੂੰ ਬੁੱਕਸ ਵੀ ਕਈ ਵਾਰੀ ਪੁੱਛ ਲਈਆਂ ਜਾਂਦੀਆਂ, ਬੁੱਕਸ ਦੇ ਕੁਐਸਚਨ 1-2 ਕੁਐਸਚਨ ਆਉਂਦੇ ਹੁੰਦੇ ਨੇ, ਤਾਂ ਉਹ ਵੀ ਤੁਹਾਨੂੰ ਆਪਾਂ ਇਹਦੇ ਵਿੱਚ ਕਵਰ ਕਰਵਾਈਆਂ ਹੋਈਆਂ। ਐਂਡ ਤੱਕ ਬਣੇ ਰਹੋ। ਇਸ ਕੁਐਸਚਨ ਦਾ ਜਿਹੜਾ ਆਨਸਰ ਨੰਬਰ 1 ਆਊਗਾ, ਐਰਨ ਐਰਿਕਸਨ ਦੀ ਹੈ, ਠੀਕ ਹੈ ਜੀ। ਮਨੋਵਿਗਿਆਨਕ ਸਮਾਜਿਕ, ਸਾਈਕੋ ਸੋਸ਼ਲ ਡਿਵੈਲਪਮੈਂਟ, ਤਾਂ ਇਹ ਹੈਗੀ ਇਹ ਐਰਨ ਐਰਿਕਸਨ ਦੀ ਥਿਊਰੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੁੱਧੀ ਦੀ ਗਰੁੱਪ ਫੈਕਟਰ ਧਾਰਨਾ ਕਿਸ ਦੀ ਹੈ? ਗਰੁੱਪ ਫੈਕਟਰ ਥਿਊਰੀ ਆਫ ਇੰਟੈਲੀਜੈਂਸ, ਥਰਸਟਨ, ਜੀਨ ਪਿਆਜ਼ੇ, ਥੋਰਨਡਾਈਕ ਜਾਂ ਸਪੀਅਰਮੈਨ। ਇਹਨੂੰ ਇੱਕ ਇੱਕ ਚੀਜ਼ ਨੂੰ ਤੁਸੀਂ ਕਲੀਅਰ ਕਰ ਲਿਓ, ਠੀਕ ਹੈ। ਇਹ ਤੁਹਾਨੂੰ ਪੁੱਛੀਆਂ ਜਾਣਗੀਆਂ ਡਾਇਰੈਕਟ ਪੇਪਰਾਂ ਦੇ ਵਿੱਚ। ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ, ਥਰਸਟਨ ਦੀ ਹੈ ਇਹ, ਠੀਕ ਹੈ। ਗਰੁੱਪ ਫੈਕਟਰ ਧਾਰਨਾ, ਠੀਕ, ਇਹਦੀ ਇਹ ਥਰਸਟਨ ਦੀ, ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੁੱਧੀ ਪਰਖ ਦੀ ਧਾਰਨਾ ਕਿਸ ਦੀ ਹੈ? ਇੰਟੈਲੀਜੈਂਸ ਟੈਸਟ ਥਿਊਰੀ। ਇੰਟੈਲੀਜੈਂਸ ਟੈਸਟ ਥਿਊਰੀ ਕਿਹਦੀ ਹੈ? ਥਰਸਟਨ ਦੀ, ਜੀਨ ਪਿਆਜ਼ੇ, ਥੋਰਨਡਾਈਕ ਜਾਂ ਬਿਨੇ। ਇੰਟੈਲੀਜੈਂਸ ਜਿਹੜੇ ਆਪਣੇ ਟੈਸਟ ਹੁੰਦੇ ਨੇ, ਜਿਹੜੀ ਆਪਣੀ ਬੁੱਧੀ ਦੀ ਪਰਖ ਹੁੰਦੀ ਹੈ, ਇਹ ਥਿਊਰੀਆਂ ਕਿਹਨੇ ਚਲਾਈ ਹੈ? ਇਹ ਥਿਊਰੀ ਕਿਸ ਨੇ ਚਲਾਈ ਹੈ? ਬੁੱਧੀ ਪਰਖ ਦੀ ਧਾਰਨਾ। ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਆਊਗਾ, ਬਿਨੇ ਦੀ, ਠੀਕ ਹੈ ਜੀ। ਤਾਂ ਜਿਹੜੇ ਇੰਟੈਲੀਜੈਂਸ ਟੈਸਟ ਚਲਾਏ ਗਏ ਨੇ, ਇਹ ਕਿਹਨੇ ਚਲਾਏ ਨੇ? ਬਿਨੇ ਨੇ ਚਲਾਏ ਹੈ, ਇਹ ਤੁਸੀਂ ਯਾਦ ਰੱਖਿਓ, ਬਿਨੇ ਦੁਆਰਾ ਚਲਾਏ ਗਏ ਹੈ, ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸੂਚਨਾ ਨੂੰ ਭਾਗਾਂ ਵਿੱਚ ਵੰਡ ਕੇ ਸੂਚਨਾ ਦੀ ਪਰਖ ਕਰਨਾ ਕੀ ਕਹਾਉਂਦਾ? ਟੂ ਬ੍ਰੇਕ ਇਨਫੋਰਮੇਸ਼ਨ ਇਨਟੂ ਪਾਰਟਸ ਐਂਡ ਟੂ ਐਗਜ਼ਾਮਿਨ ਦੀ ਇਨਫੋਰਮੇਸ਼ਨ ਇਜ਼ ਕਾਲਡ ਐਨਾਲਾਈਜ਼ਿੰਗ, ਇਵੈਲੂਏਸ਼ਨ, ਓਰੀਜਨੈਲਿਟੀ ਜਾਂ ਐਬਿਲਿਟੀ। ਸੂਚਨਾ ਨੂੰ ਜਦੋਂ ਆਪਾਂ ਭਾਗਾਂ ਦੇ ਵਿੱਚ ਵੰਡਦੇ ਹਾਂ ਅਤੇ ਜਦੋਂ ਆਪਾਂ ਉਹਨਾਂ ਦੀ ਪਰਖ ਕਰਦੇ ਹਾਂ, ਤਾਂ ਉਹ ਆਪਾਂ ਨੂੰ ਕੀ ਕਿਹਾ ਜਾਂਦਾ ਉਹ ਧਾਰਨਾ ਨੂੰ? ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ, ਐਨਾਲਾਈਜ਼ਿੰਗ। ਆਪਾਂ ਐਨਾਲਿਸਿਸ ਕਰਦੇ ਹੁੰਦੇ ਕਿਸੇ ਚੀਜ਼ ਦਾ। ਜਦੋਂ ਆਪਾਂ ਐਨਾਲਿਸਿਸ ਕਰਦੇ ਹਾਂ ਤਾਂ ਆਪਾਂ ਸੂਚਨਾ ਨੂੰ, ਉਹਨੂੰ ਆਪਾਂ ਪਾਰਟਸ ਦੇ ਵਿੱਚ ਵੰਡ ਲੈਂਦੇ ਹਾਂ। ਕਿਸੇ ਵੀ ਚੀਜ਼ ਨੂੰ ਪਾਰਟਸ ਦੇ ਵਿੱਚ ਵੰਡ ਕੇ ਆਪਾਂ ਇੱਕ ਪਾਰਟ ਨੂੰ ਫਿਰ ਆਪਾਂ ਦੇਖਦੇ ਹਾਂ, ਤਾਂ ਉਹਨੂੰ ਕੀ ਕਹਿੰਦੇ ਆ? ਐਨਾਲਾਈਜ਼ਿੰਗ ਕਹਿੰਦੇ ਨੇ, ਐਨਾਲਿਸਿਸ ਕਰਨਾ ਕਹਿੰਦੇ ਨੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਮੌਖਿਕ ਬੁੱਧੀ ਦੀ ਪਰਖ ਕਿਸ ਲਈ ਬਿਹਤਰ ਹੈ? ਵਰਬਲ ਇੰਟੈਲੀਜੈਂਸ ਟੈਸਟ ਜਿਹੜੇ ਆਪਣੇ ਹੁੰਦੇ ਆ, ਉਹ ਕਿਹਨਾਂ ਲਈ ਬਿਹਤਰ ਹੁੰਦੇ ਨੇ? ਲਿਟਰੇਟ ਪਰਸਨ, ਇਲਿਟਰੇਟ, ਸਮਾਲ ਚਿਲਡਰਨ ਜਾਂ ਸਪੈਸ਼ਲ ਚਿਲਡਰਨ। ਪੜ੍ਹੇ ਲਿਖੇ ਵਿਅਕਤੀਆਂ ਲਈ, ਅਨਪੜ੍ਹ ਵਿਅਕਤੀਆਂ ਲਈ, ਛੋਟੇ ਬੱਚਿਆਂ ਲਈ, ਜਾਂ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਹੁੰਦੇ ਨੇ, ਜਿਨ੍ਹਾਂ ਨੂੰ ਕੋਈ ਡਿਸੇਬਿਲਿਟੀ ਹੁੰਦੀ ਹੈ, ਉਹਨਾਂ ਲਈ। ਮੌਖਿਕ ਬੁੱਧੀ ਦੀ ਪਰਖ। ਮੌਖਿਕ ਮਤਲਬ ਬੋਲ ਕੇ, ਜਦੋਂ ਆਪਾਂ ਬੋਲ ਕੇ ਕਿਸੇ ਚੀਜ਼ ਦਾ ਆਪਾਂ ਟੈਸਟ ਲੈਂਦੇ ਹਾਂ, ਤਾਂ ਉਹ ਆਪਾਂ ਕਿਹਨਾਂ ਤੋਂ ਲੈਂਦੇ ਹਾਂ? ਇਹੋ ਜਿਹੇ ਕੁਐਸਚਨ ਤੁਹਾਨੂੰ ਆਉਣਗੇ, ਤੁਹਾਡੀ ਕਾਮਨ ਸੈਂਸ 'ਤੇ ਬੇਸਡ ਇਹ ਕੁਐਸਚਨ ਨੇ, ਠੀਕ ਹੈ ਜੀ। ਇਹਨੂੰ ਪੂਰੇ ਧਿਆਨ ਨਾਲ ਤੁਸੀਂ ਪੂਰੇ ਵਧੀਆ ਤਰੀਕੇ ਨਾਲ ਅਟੈਂਪਟ ਕਰਨਾ ਹੈ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ। ਆਪਾਂ ਲਿਟਰੇਟ ਪਰਸਨ ਨਾਲ ਹੀ ਇਹ ਕਰ ਸਕਦੇ ਹਾਂ, ਠੀਕ ਹੈ ਜੀ। ਜਿਹੜੇ ਅਨਪੜ੍ਹ ਨੇ, ਠੀਕ ਹੈ, ਉਹਨਾਂ ਤੋਂ ਆਪਾਂ ਬੋਲ ਕੇ ਜਾਂ ਕੁਛ ਵੀ, ਉਹ ਆਪਣੇ ਕਿਸੇ ਵੀ ਕੁਐਸਚਨ ਦਾ ਆਪਣੇ ਦਾ ਆਨਸਰ ਨਹੀਂ ਦੇ ਸਕਦੇ, ਠੀਕ ਹੈ। ਅਨਪੜ੍ਹਾਂ ਲਈ ਨਹੀਂ ਇਹ ਹੁੰਦੇ ਜਿਹੜੇ ਆਪਣੇ ਇੰਟੈਲੀਜੈਂਸ ਟੈਸਟ ਹੁੰਦੇ ਨੇ। ਤਾਂ ਜਿਹੜੇ ਲਿਟਰੇਟ ਪਰਸਨ ਹੁੰਦੇ ਨੇ, ਪੜ੍ਹੇ ਲਿਖੇ ਹੁੰਦੇ ਨੇ, ਸਿਰਫ ਉਹੀ ਇਹ ਟੈਸਟ ਦੇ ਸਕਦੇ ਨੇ। ਛੋਟੇ ਬੱਚੇ ਵੀ ਇਹ ਮਤਲਬ ਇਹਨਾਂ ਦੇ ਵਿੱਚ ਕੈਪੇਬਲ ਨਹੀਂ ਹੁੰਦੇ। ਤਾਂ ਸਪੈਸ਼ਲ ਜਿਹੜੇ ਆਪਣੇ ਹੁੰਦੇ ਨੇ, ਉਹ ਬੱਚੇ ਵੀ ਇਹਦੇ ਵਿੱਚ ਕੈਪੇਬਲ ਨਹੀਂ ਹੁੰਦੇ। ਤਾਂ ਜਿਹੜੇ ਵਰਬਲ ਇੰਟੈਲੀਜੈਂਸ ਹੁੰਦੇ ਨੇ, ਇਹ ਸਿਰਫ ਪੜ੍ਹੇ ਲਿਖੇ ਵਿਅਕਤੀਆਂ ਲਈ ਹੁੰਦੇ ਨੇ। ਤਾਂ ਇਹਦਾ ਆਨਸਰ ਆਊਗਾ, ਆਨਸਰ ਨੰਬਰ 1, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਸਿੱਖਣ ਦਾ ਵਰਤਾਰਾ ਹੈ? ਵਿਚ ਆਫ ਦੀ ਫੋਲੋਇੰਗ ਇਜ਼ ਦੀ ਅਫੇਅਰ ਆਫ ਲਰਨਿੰਗ। ਤਾਂ ਇਹ ਹੈਗਾ ਨੈਚੁਰਲ, ਪਰਸਨਲ, ਸੋਸ਼ਲ ਜਾਂ ਆਲ ਆਫ ਦੀ ਅਬਵ। ਤਾਂ ਸਿੱਖਦੇ ਆਪਾਂ ਕਿੱਥੋਂ? ਨੈਚੁਰਲ ਹੈ, ਪਰਸਨਲ ਹੈ, ਸੋਸ਼ਲ ਹੈ ਜਾਂ ਆਲ ਆਫ ਦੀ ਅਬਵ ਹੈ। ਜਦੋਂ ਆਪਣੇ ਕੋਲ ਆਲ ਆਫ ਦੀ ਅਬਵ ਜਾਂ ਬੋਥ 1 ਐਂਡ 2 ਵਾਲੇ ਆਪਸ਼ਨ ਆ ਜਾਂਦੇ ਹੈ, ਤਾਂ ਇਹਨਾਂ ਦੇ ਵਿੱਚ ਆਪਣਾ ਕੁਐਸਚਨ ਨੂੰ ਗਲਤ ਕਰਨ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ, ਠੀਕ ਹੈ, ਕਿਉਂਕਿ ਬੱਚੇ ਕਨਫਿਊਜ਼ ਹੋ ਜਾਂਦੇ ਨੇ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 3 ਆਊਗਾ, ਸੋਸ਼ਲ, ਠੀਕ ਹੈ ਜੀ। ਸਮਾਜਿਕ ਹੈ ਇਹ, ਨਿੱਜੀ ਨਹੀਂ ਹੈਗਾ ਇਹ, ਠੀਕ ਹੈ। ਸਿੱਖਣ ਦਾ ਵਰਤਾਰਾ ਆਪਾਂ ਸਿੱਖਦੇ, ਆਪਾਂ ਇਹ ਥੋੜ੍ਹਾ ਕਿ ਆਪਾਂ ਪਰਸਨਲ ਜਾ ਕੇ ਸਿੱਖਦੇ ਹਾਂ ਕਿਤੋਂ ਵੀ, ਠੀਕ ਹੈ। ਨਿੱਜੀ ਨਹੀਂ ਹੈਗਾ, ਆਪਾਂ ਸਮਾਜ ਦੇ ਵਿੱਚ ਰਹਿ ਕੇ ਸਿੱਖਦੇ ਹਾਂ ਜਿੰਨਾ ਕੁਛ ਵੀ ਆਪਾਂ ਸਿੱਖਦੇ ਹਾਂ, ਠੀਕ ਹੈ। ਲਰਨਿੰਗ ਸਿਰਫ ਇਹ ਨਹੀਂ ਕਿ ਆਪਾਂ ਸਿਰਫ ਸਟੱਡੀ ਕਰਦੇ ਹਾਂ। ਸਿੱਖਣਾ ਹੁੰਦਾ ਕਿ ਹਰ ਇੱਕ ਪੱਖ ਤੋਂ ਸਿੱਖਣਾ।
ਤਾਂ ਆਪਾਂ ਸਮਾਜ ਦੇ ਵਿੱਚ ਹੀ ਰਹਿ ਕੇ ਸਿੱਖਦੇ ਹਾਂ। ਠੀਕ ਹੈ, ਨੈਚੁਰਲ ਬਿਲਕੁਲ ਨੋ ਡਾਊਟ ਆਪਾਂ ਨੈਚੁਰਲ ਇਹਦੇ ਵਿੱਚ ਆਊਗਾ, ਤਾਂ ਬਟ ਪਰਸਨਲ ਨਹੀਂ ਇਹਦੇ ਵਿੱਚ ਆਉਂਦਾ, ਤਾਂ ਕਰਕੇ ਇਹਦੇ ਵਿੱਚ ਆਲ ਆਫ ਦੀ ਅਬਵ ਤਾਂ ਇਹਦੇ ਵਿੱਚ ਆ ਹੀ ਨਹੀਂ ਸਕਦਾ, ਤਾਂ ਸੋਸ਼ਲ ਆਊਗਾ ਇਹਦੇ ਵਿੱਚ। ਠੀਕ ਹੈ ਜੀ, ਸਮਾਜਿਕ, ਇਹ ਤੁਸੀਂ ਯਾਦ ਰੱਖਿਓ। ਪੂਰੀ ਕਾਮਨ ਸੈਂਸ ਦੇ ਨਾਲ ਤੁਸੀਂ ਸੋਚ ਕੇ ਆਪਣਾ ਕੁਐਸਚਨ ਦਾ ਆਨਸਰ ਲਾਉਣਾ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਮਨੁੱਖੀ ਬੁੱਧੀ ਨੂੰ ਪ੍ਰਭਾਵਿਤ ਕਰਨ ਵਾਲਾ ਤੱਤ ਕਿਹੜਾ? ਦਾ ਫੈਕਟਰ ਦੈਟ ਇਨਫਲੂਐਂਸ ਹਿਊਮਨ ਇੰਟੈਲੀਜੈਂਸ, ਹੈਰੀਡਿਟੀ, ਇਨਵਾਇਰਨਮੈਂਟ, ਬੋਥ ਜਾਂ ਨਨ ਆਫ ਦੀ ਅਬਵ। ਇਹਨਾਂ ਵਿੱਚੋਂ ਉਹ ਕਿਹੜਾ ਤੱਤ ਹੈ ਜਿਹੜਾ ਆਪਣੀ ਇੰਟੈਲੀਜੈਂਸ ਨੂੰ ਪ੍ਰਭਾਵਿਤ ਕਰਦਾ ਹੈ? ਇਹੋ ਜਿਹੇ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਡਾਇਰੈਕਟ। ਠੀਕ ਹੈ ਜੀ, ਪੂਰੇ ਸੋਚ ਸਮਝ ਕੇ ਤੁਸੀਂ ਆਨਸਰ ਲਗਾਉਣਾ। ਇਹ ਜਿਹੜੀ ਆਪਣੀ ਵੀਡੀਓ ਹੈ ਇਹ ਸਿਰਫ PS ਟੈਟ ਦੇ ਲਈ ਹੀ ਨਹੀਂ, ਸਗੋਂ C ਟੈਟ KVS ਦੇ ਐਗਜ਼ਾਮ, ਠੀਕ ਹੈ, ਇਹ ਮੈਂ ਵਾਰ-ਵਾਰ ਤਾਂ ਰਿਪੀਟ ਕਰ ਰਿਹਾ ਕਿ ਬੱਚਿਆਂ ਦੇ ਮਾਈਂਡ ਦੇ ਵਿੱਚ ਡਾਊਟ ਹੁੰਦਾ ਕਿ ਇਹ ਸਿਰਫ ਓਨਲੀ PS ਟੈਟ ਦੇ ਲਈ ਹੀ ਹੈ ਜਾਂ ਆਉਣ ਵਾਲੇ ਜਿੰਨੇ ਵੀ ਐਗਜ਼ਾਮ ਉਹਨਾਂ ਲਈ ਵੀ ਹੈ। ਤਾਂ ਇਹ ਸਾਰੇ ਪੇਪਰਾਂ ਦੇ ਲਈ ਹੈ ਜਿਨ੍ਹਾਂ ਦੇ ਵਿੱਚ CDP ਆਉਂਦੀ ਹੈ। ਤਾਂ CDP ਦੀ ਇਹ ਸਭ ਤੋਂ ਬੈਸਟ ਆਪਣੀਆਂ ਮਤਲਬ ਆਪਣਾ ਬੈਸਟ ਕੰਟੈਂਟ ਹੈ। ਠੀਕ ਹੈ, ਤੁਸੀਂ ਦੇਖ ਹੀ ਲਿਆ ਹੋਣਾ ਆਪਣੀਆਂ ਕਲਾਸਿਸ ਨੂੰ ਅਟੈਂਡ ਕਰਕੇ। ਠੀਕ ਹੈ ਜੀ, ਤਾਂ ਆਪਾਂ ਬਹੁਤ ਨਿਚੋੜ ਕੱਢ ਕੇ ਪੂਰੀ ਰਿਸਰਚ ਕਰਕੇ ਸਾਰੇ ਪੇਪਰਾਂ ਦਾ ਐਨਾਲਿਸਿਸ ਕਰਕੇ ਤੁਹਾਡੇ ਅੱਗੇ ਕੁਐਸਚਨ ਲੈ ਕੇ ਆਉਣੇ। ਠੀਕ ਹੈ ਜੀ, ਤਾਂ ਇਹ ਸਭ ਲਈ ਇੰਪੋਰਟੈਂਟ ਨੇ, ਕਿਉਂਕਿ ਬੱਚੇ ਮੈਨੂੰ ਕਮੈਂਟ ਕਰਦੇ ਨੇ ਕਿ ਸਰ ਇਹ ਵੀਡੀਓ PS ਟੈਟ ਦੇ ਲਈ ਹੈਗੀਆਂ ਨੇ, ਠੀਕ ਹੈ, ਜਾਂ C ਟੈਟ ਦੇ ਲਈ ਹੈਗੀਆਂ ਨੇ, ਤਾਂ ਅਲੱਗ-ਅਲੱਗ ਟਾਈਪ ਦੇ ਕੁਐਸਚਨ ਕਰਦੇ ਨੇ। ਤਾਂ ਕਰਕੇ ਮੈਂ ਤੁਹਾਡਾ ਡਾਊਟ ਇਹਦੇ ਵਿੱਚ ਕਲੀਅਰ ਕਰਦਾ ਕਿ ਸਭ ਲਈ ਇੰਪੋਰਟੈਂਟ ਨੇ, ਜਿਨ੍ਹਾਂ ਦੇ ਵਿੱਚ CDP ਆਉਂਦੀ ਹੈ ਤਾਂ ਸਾਰਿਆਂ ਲਈ ਇੰਪੋਰਟੈਂਟ ਹੈ। ਇਹਦਾ ਜਿਹੜਾ ਆਨਸਰ ਆਊ, ਆਨਸਰ ਨੰਬਰ 3 ਆਊ, ਦੋਵੇਂ ਨੇ। ਠੀਕ ਹੈ ਜੀ, ਕਿਉਂਕਿ ਆਪਾਂ ਨੂੰ ਹੈਰੀਡਿਟੀ ਵੀ ਪ੍ਰਭਾਵਿਤ ਕਰਦੀ ਹੈ, ਜਿਹੜੀ ਆਪਣੀ ਇੰਟੈਲੀਜੈਂਸ ਹੈ, ਆਪਣੀ ਬੁੱਧੀ ਹੈ, ਉਹਨੂੰ ਹੈਰੀਡਿਟੀ ਬਿਲਕੁਲ ਪ੍ਰਭਾਵਿਤ ਕਰਦੀ ਹੈ। ਠੀਕ ਹੈ ਜੀ, ਹੈਰੀਡਿਟੀ ਕਿਉਂਕਿ ਆਪਣੇ ਮਾਂ ਬਾਪ ਦੇ ਜਿਹੜੇ ਜੀਨਸ ਹੁੰਦੇ ਨੇ ਉਹ ਆਪਣੇ ਵਿੱਚ ਆਉਂਦੇ ਨੇ, ਆਪਣਾ ਸਟਰਕਚਰ, ਠੀਕ ਹੈ, ਆਪਣਾ ਸਭ ਕੁਛ ਮੋਸਟਲੀ ਆਪਣਾ ਉਹਨਾਂ ਨਾਲ ਮਿਲਦਾ ਜੁਲਦਾ ਹੁੰਦਾ। ਵੈਸੇ ਉਸ ਤੋਂ ਬਾਅਦ ਤਾਂ ਆਪਾਂ ਜਿਹੋ ਜਿਹੇ ਇਨਵਾਇਰਨਮੈਂਟ ਦੇ ਵਿੱਚ ਰਹਿੰਦੇ ਹਾਂ, ਠੀਕ ਹੈ, ਜਿਹੋ ਜਿਹੀ ਸੁਸਾਇਟੀ ਦੇ ਵਿੱਚ ਰਹਿੰਦੇ ਹਾਂ, ਉਹਦਾ ਪ੍ਰਭਾਵ ਆਪਣੇ 'ਤੇ ਜ਼ਿਆਦਾ ਪੈਂਦਾ। ਠੀਕ ਹੈ ਜੀ, ਤਾਂ ਦੋਨੋਂ ਹੀ ਇਹ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੇ ਨੇ ਮਨੁੱਖੀ ਬੁੱਧੀ ਨੂੰ, ਤਾਂ ਦੋਨੇ ਦਾ ਆਨਸਰ ਆਊਗਾ। ਠੀਕ ਹੈ ਜੀ, ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਵਿਗੜਿਆ ਬੱਚਾ ਕੌਣ ਹੁੰਦਾ? ਇਹ ਪ੍ਰੋਬਲਮ ਚਾਈਲਡ ਇਜ਼ ਪੈਂਪਰਿੰਗ ਗਾਰਜੀਅਨ, ਪਿਆਰ ਕਰਨ ਵਾਲੇ ਮਾਤਾ ਪਿਤਾ, IQ ਪ੍ਰੋਬਲਮ, ਹੈਰੀਡਿਟੀ ਪ੍ਰੋਬਲਮ ਜਾਂ ਫਿਜ਼ੀਕਲ ਪ੍ਰੋਬਲਮ। ਠੀਕ ਹੈ ਜੀ, ਤਾਂ ਵਿਗੜਿਆ ਬੱਚਾ ਆਪਾਂ ਕਿਹਨੂੰ ਕਹਿ ਸਕਦੇ ਹਾਂ? ਠੀਕ ਹੈ ਜੀ, ਬੱਚਾ ਕਦੋਂ ਵਿਗੜਦਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਪ੍ਰੋਬਲਮ ਚਾਈਲਡ ਇਜ਼, ਇਹਦੇ ਵਿੱਚ IQ ਪ੍ਰੋਬਲਮ ਆਪਾਂ ਨਹੀਂ ਕਹਿ ਸਕਦੇ। ਠੀਕ ਹੈ ਜੀ, ਕਿ IQ ਪ੍ਰੋਬਲਮ ਨਾਲ ਬੱਚਾ ਵਿਗੜ ਜਾਂਦਾ। ਹੈਰੀਡਿਟੀ ਪ੍ਰੋਬਲਮ ਵੀ ਨਹੀਂ ਇਹ ਹੋ ਸਕਦੀ। ਠੀਕ ਹੈ ਜੀ, ਇਹ ਨਹੀਂ ਹੈਗਾ ਕਿ ਆਪਾਂ ਨੂੰ ਜੀਨਸ ਦੇ ਵਿੱਚ ਇਹ ਚੀਜ਼ਾਂ ਮਿਲੀਆਂ ਨੇ ਆਪਾਂ ਵਿਗੜੇ ਹੋਏ ਹਾਂ, ਇਹ ਚੀਜ਼ ਨਹੀਂ ਹੁੰਦੀ। ਠੀਕ ਹੈ, ਫਿਜ਼ੀਕਲ ਪ੍ਰੋਬਲਮ ਤਾਂ ਇਹ ਹੈ ਹੀ ਨਹੀਂ। ਠੀਕ ਹੈ, ਵਿਗੜਿਆ ਬੱਚਾ, ਤਾਂ ਫਿਜ਼ੀਕਲ ਪ੍ਰੋਬਲਮ ਨਾਲ ਨਹੀਂ ਇਹਨੂੰ ਆਪਾਂ ਰਿਲੇਟ ਕਰ ਸਕਦੇ। ਤਾਂ ਇਹਦਾ ਜਿਹੜਾ ਬੈਸਟ ਆਨਸਰ ਆਉਣਾ ਉਹ ਆਉਣਾ ਆਨਸਰ ਨੰਬਰ 1। ਠੀਕ ਹੈ ਜੀ, ਪੈਂਪਰਿੰਗ ਗਾਰਜੀਅਨ। ਠੀਕ ਹੈ ਜੀ, ਪਿਆਰ ਕਰਨ ਵਾਲੇ ਮਾਤਾ ਪਿਤਾ। ਇਹਦਾ ਕੀ ਮਤਲਬ ਹੈ ਕਿ ਜਦੋਂ ਆਪਾਂ ਬੱਚੇ ਦੀਆਂ ਗਲਤੀਆਂ ਨੂੰ ਅਣਗੌਲਿਆਂ ਕਰ ਦਿੰਦੇ ਹਾਂ, ਠੀਕ ਹੈ, ਆਪਾਂ ਬੱਚੇ ਨੂੰ ਲਾਡ ਪਿਆਰ ਦੇ ਨਾਲ ਵਿਗਾੜ ਦਿੰਦੇ ਹਾਂ, ਜਿਹਨੂੰ ਆਪਾਂ ਕਹਿ ਸਕਦੇ ਹਾਂ। ਠੀਕ ਹੈ, ਤਾਂ ਜਦੋਂ ਉਹ ਗਲਤੀ ਕਰਦਾ ਤਾਂ ਉਹ ਚੀਜ਼ ਨੂੰ ਆਪਾਂ ਐਪਰੀਸ਼ੀਏਟ ਜਦੋਂ ਆਪਾਂ ਕਰਦੇ ਹਾਂ, ਠੀਕ ਹੈ ਜੀ, ਤਾਂ ਆਪਾਂ ਨੂੰ ਉਹਨੂੰ ਓਵਰ ਲਾਡ ਪਿਆਰ ਕਰਦੇ ਹਾਂ, ਆਪਾਂ ਉਹਦੀ ਗਲਤੀ ਨੂੰ ਵੀ ਐਪਰੀਸ਼ੀਏਟ ਕਰ ਰਹੇ ਹਾਂ, ਤਾਂ ਉਹਦੇ ਨਾਲ ਬੱਚਾ ਕੀ ਹੋਊਗਾ? ਉਹਦੇ ਨਾਲ ਬੱਚਾ ਵਿਗੜੂਗਾ, ਓਬਵੀਅਸ ਬੱਚਾ ਉਹਦੇ ਨਾਲ ਵਿਗੜੂਗਾ। ਠੀਕ ਹੈ, ਤਾਂ ਉਹਨੂੰ ਆਪਾਂ ਵਿਗੜਿਆ ਬੱਚਾ ਕਹਿੰਦੇ ਹਾਂ। ਤਾਂ ਪੈਂਪਰਿੰਗ ਗਾਰਜੀਅਨ ਇਹਦਾ ਸਹੀ ਆਨਸਰ ਆਊਗਾ। ਠੀਕ ਹੈ, ਜਦੋਂ ਪਿਆਰ ਕਰਨ ਵਾਲੇ ਮਾਤਾ ਪਿਤਾ ਜਿਹੜੇ ਉਹ ਬੱਚੇ ਨੂੰ ਝਿੜਕਦੇ ਨਹੀਂ ਜਦੋਂ ਉਹ ਕੋਈ ਗਲਤੀ ਕਰਦਾ, ਕਿਉਂਕਿ ਛੋਟੀਆਂ ਗਲਤੀਆਂ ਤੋਂ ਬੱਚਾ ਸਟੈਪ ਬਾਏ ਸਟੈਪ ਅੱਗੇ ਵੱਧਦਾ ਅਤੇ ਉਹ ਵੱਡੀਆਂ ਗਲਤੀਆਂ ਕਰਦਾ। ਠੀਕ ਹੈ ਜੀ, ਤਾਂ ਵਿਗੜ ਜਾਂਦਾ ਉਹ। ਤਾਂ ਇਹਨੂੰ ਪੈਂਪਰਿੰਗ ਗਾਰਜੀਅਨ ਇਹਦਾ ਸਹੀ ਆਨਸਰ ਆਊਗਾ। ਠੀਕ ਹੈ ਜੀ, ਆਨਸਰ ਨੰਬਰ 1। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੱਚਿਆਂ ਦਾ ਸੁਭਾਅ ਹੁੰਦਾ। ਦਾ ਨੇਚਰ ਆਫ ਚਿਲਡਰਨ ਇਜ਼ ਇਮੀਟੇਟਿਵ, ਕੰਸਟਰਕਟਿਵ, ਡਿਸਟਰਕਟਿਵ ਜਾਂ ਇਮੈਜੀਨੇਟਿੰਗ। ਨਕਲ ਵਾਲਾ, ਸਿਰਜਣਾ ਵਾਲਾ, ਵਿਨਾਸ਼ਕਾਰੀ ਜਾਂ ਕਲਪਨਾ ਵਾਲਾ। ਆਪਣਾ ਇੱਕ ਇੱਕ ਕੁਐਸਚਨ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ। ਇੱਕ ਵੀ ਕੁਐਸਚਨ ਨੂੰ ਮਿਸ ਨਾ ਕਰਿਓ, ਵੀਡੀਓ ਨੂੰ ਰਿਵਾਈਜ਼ ਕਰ ਲਿਓ ਬੇਸ਼ੱਕ। ਠੀਕ ਹੈ ਜੀ, ਰਿਵਾਈਜ਼ ਕਰਕੇ ਦੇਖ ਲਿਓ, ਇਹਨਾਂ ਦੇ ਵਿੱਚੋਂ ਹੀ ਡਾਇਰੈਕਟ ਕੁਐਸਚਨ ਤੁਹਾਨੂੰ ਪੁੱਛੇ ਜਾਂਦੇ ਨੇ। ਹਾਂ, ਕੁਐਸਚਨ ਪੁੱਛਣ ਦਾ ਉਹਨਾਂ ਦਾ ਢੰਗ ਜ਼ਰੂਰ ਚੇਂਜ ਹੋ ਸਕਦਾ, ਬਟ ਕੁਐਸਚਨ ਸੇਮ ਹੀ ਹੁੰਦੇ ਨੇ, ਕਿਉਂਕਿ CDP ਦਾ ਤੁਹਾਡਾ ਇਹੀ ਸਿਲੇਬਸ ਹੈ। ਠੀਕ ਹੈ, ਇਸ ਤੋਂ ਬਾਹਰ ਤੁਹਾਨੂੰ ਕੁਐਸਚਨ ਨਹੀਂ ਆ ਸਕਦਾ ਜ਼ਿਆਦਾਤਰ। ਠੀਕ ਹੈ, ਬਹੁਤ ਘੱਟ ਸੰਭਾਵਨਾ ਹੁੰਦੀ ਹੈ, ਕਿਉਂਕਿ ਇਹਨਾਂ ਦੇ ਵਿੱਚੋਂ ਜ਼ਿਆਦਾ ਜਿਹੜੀ ਵੇਟੇਜ ਆਉਂਦੀ ਹੈ CDP ਦੀ, ਉਹ ਆਪਣੇ ਇਹੀ ਸਿਲੇਬਸ ਦੇ ਵਿੱਚੋਂ, ਇਹੀ ਕੁਐਸਚਨਸ ਦੇ ਵਿੱਚੋਂ ਆਉਂਦੀ ਹੈ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 1 ਆਊਗਾ। ਇਮੀਟੇਟਿਵ ਹੁੰਦਾ। ਠੀਕ ਹੈ ਜੀ, ਕੰਸਟਰਕਟਿਵ ਸਿਰਜਣਾ ਵਾਲਾ ਨਹੀਂ ਹੁੰਦਾ, ਕਿਉਂਕਿ ਬੱਚੇ ਹੁੰਦੇ ਆ ਜਿਹੜੇ ਉਹ ਨੋ ਡਾਊਟ ਉਹ ਕ੍ਰੀਏਟਿਵ ਹੁੰਦੇ ਨੇ। ਠੀਕ ਹੈ, ਸਿਰਜਣਾ ਵੀ ਉਹ ਕਰਦੇ ਨੇ, ਬਟ ਇਹਨੂੰ ਆਪਾਂ ਸਿਰਜਣਾ ਵਾਲਾ ਨਹੀਂ ਕਹਿ ਸਕਦੇ। ਵਿਨਾਸ਼ਕਾਰੀ ਤਾਂ ਇੱਕ ਨੈਗੇਟਿਵ ਆਨਸਰ ਹੈ, ਨੈਗੇਟਿਵ ਆਨਸਰ CDP ਦੇ ਵਿੱਚ ਆਪਾਂ ਅਵੋਇਡ ਕਰਦੇ ਹੁੰਦੇ ਹਾਂ। ਇਮੈਜੀਨੇਟਿੰਗ, ਠੀਕ ਹੈ, ਕਲਪਨਾ ਵਾਲਾ। ਕਲਪਨਾ ਉਹ ਠੀਕ ਹੈ ਥੋੜ੍ਹੀ ਬਹੁਤ ਕਰਦੇ ਨੇ, ਬਟ ਕਲਪਨਾ ਮਤਲਬ ਐਗਜ਼ੈਕਟ ਕਲਪਨਾ ਨਹੀਂ ਉਹ ਕਰ ਪਾਉਂਦੇ। ਠੀਕ ਹੈ, ਕਿਉਂਕਿ ਉਹ ਬੱਚੇ ਹੁੰਦੇ ਨੇ। ਠੀਕ ਹੈ,
ਬਟ ਜ਼ਿਆਦਾਤਰ ਜਿਹੜਾ ਇਹਦਾ ਬੈਸਟ ਆਨਸਰ ਆਊਗਾ ਇਹਦੇ ਵਿੱਚੋਂ, ਠੀਕ ਹੈ। ਤਾਂ ਕਿਉਂਕਿ ਇਹਦੇ ਜਿਹੜੇ ਆਪਸ਼ਨ ਹੁੰਦੇ ਨੇ ਉਹ ਕਿਤੇ ਨਾ ਕਿਤੇ ਮਤਲਬ ਇੱਕੋ ਜਿਹੇ ਆਪਾਂ ਨੂੰ ਲੱਗਦੇ ਹੁੰਦੇ ਨੇ ਕਿ ਇਹ ਇੱਕੋ ਜਿਹੇ ਆਪਸ਼ਨ ਨੇ, ਠੀਕ ਹੈ। ਤਾਂ ਉਹ ਆਪਾਂ ਨੂੰ ਫੀਲ ਹੁੰਦਾ ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 1 ਆਊਗਾ। ਇਮੀਟੇਟਿਵ ਹੁੰਦਾ, ਨਕਲ ਵਾਲਾ। ਨਕਲ ਵਾਲਾ ਦਾ ਮਤਲਬ ਕੀ ਹੈ ਕਿ ਮਤਲਬ ਬੱਚਾ ਜਦੋਂ ਵੱਡਿਆਂ ਨੂੰ ਦੇਖਦਾ ਉਹ ਉਹੋ ਜਿਹੀਆਂ ਹਰਕਤਾਂ ਕਰਦਾ, ਠੀਕ ਹੈ, ਵੱਡਿਆਂ ਵਰਗੀਆਂ ਹਰਕਤਾਂ ਕਰਦਾ, ਉਹਨਾਂ ਦੀ ਨਕਲ ਕਰਦਾ, ਠੀਕ ਹੈ। ਤਾਂ ਉਹਦਾ ਜਿਹੜਾ ਸੁਭਾਅ ਹੁੰਦਾ ਉਹ ਹੁੰਦਾ ਇਮੀਟੇਟਿਵ, ਜਿਹਨੂੰ ਆਪਾਂ ਨਕਲ ਵਾਲਾ ਕਹਿੰਦੇ ਹਾਂ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਿਓ, ਆਨਸਰ ਨੰਬਰ 1। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜੀ ਅਵਸਥਾ ਵਿੱਚ ਬੱਚਾ ਸਵੈ ਕੇਂਦਰਿਤ ਦਿਖਾਈ ਦਿੰਦਾ? ਇਨ ਵਿਚ ਸਟੇਜ ਚਾਈਲਡ ਇਜ਼ ਸੈਲਫ ਸੈਂਟਰਡ? ਇਨਫੈਂਸੀ, ਅਡਲਟਹੁੱਡ, ਅਰਲੀ ਚਾਈਲਡਹੁੱਡ ਜਾਂ ਅਡੋਲੇਸੈਂਸ? ਸੈਲਫ ਸੈਂਟਰਡ ਮਤਲਬ ਆਪਣੇ ਤੱਕ ਹੀ ਸੀਮਤ ਹੁੰਦਾ, ਉਹ ਆਪਣੇ ਆਪ ਬਾਰੇ ਸੋਚਦਾ ਰਹਿੰਦਾ, ਠੀਕ ਹੈ ਜੀ। ਸੈਲਫ ਸੈਂਟਰਡ ਹੁੰਦਾ ਹੈਗਾ। ਤਾਂ ਉਹ ਕਿਹੜੀ ਏਜ ਹੁੰਦੀ ਹੈ ਇਹੋ ਜੀ? ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਆਊਗਾ, ਅਰਲੀ ਚਾਈਲਡਹੁੱਡ। 2 ਤੋਂ 7 ਸਾਲ ਦੀ ਜਿਹੜੀ ਅਵਸਥਾ ਹੁੰਦੀ ਹੈ, 2 ਤੋਂ 7 ਸਾਲ ਦੀ ਅਰਲੀ ਚਾਈਲਡਹੁੱਡ ਜਿਹਨੂੰ ਆਪਾਂ ਕਹਿੰਦੇ ਹਾਂ, ਤਾਂ ਇਹਦੇ ਵਿੱਚ ਬੱਚਾ ਸੈਲਫ ਸੈਂਟਰਡ ਹੁੰਦਾ। ਇਹ ਤੁਸੀਂ ਯਾਦ ਰੱਖਿਓ। ਇਹ ਪੁੱਛ ਲਈਆਂ ਜਾਂਦੀਆਂ ਇਹ ਜਿਹੜੀਆਂ ਟਰਮਸ ਅਤੇ ਕੰਡੀਸ਼ਨਸ ਨੇ ਕਿ ਬੱਚਾ ਕਿਹੜੀ ਸਟੇਜ ਵਿੱਚ ਕਦੋਂ ਹੁੰਦਾ, ਮਤਲਬ ਕਿਹੋ ਜਿਹਾ ਹੁੰਦਾ, ਕਿਹੋ ਜਿਹਾ ਬਿਹੇਵ ਕਰਦਾ। ਤਾਂ ਜਦੋਂ ਸੈਲਫ ਸੈਂਟਰਡ ਕਿਹੜੀ ਸਟੇਜ 'ਚ ਹੁੰਦਾ, ਤਾਂ ਉਹ ਅਰਲੀ ਚਾਈਲਡਹੁੱਡ ਦੇ ਵਿੱਚ ਜਿਹੜੀ ਹੁੰਦੀ ਹੈ 2 ਤੋਂ 7 ਸਾਲ ਦੀ ਉਮਰ, ਠੀਕ ਹੈ, ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਚਿੰਤਨ ਦਾ ਕੱਚਾ ਮਾਲ ਹੈ। ਦੀ ਰਾ ਮਟੀਰੀਅਲ ਆਫ ਥਿੰਕਿੰਗ ਇਜ਼ ਸਿੰਬਲਸ, ਸੀਮੈਟਿਕਸ, ਮੈਨ ਜਾਂ ਚਾਈਲਡ? ਚਿੰਨ੍ਹ ਹੁੰਦੇ ਨੇ, ਅਰਥ ਵਿਗਿਆਨ, ਆਦਮੀ ਜਾਂ ਬੱਚਾ? ਥਿੰਕਿੰਗ ਦਾ ਰਾ ਮਟੀਰੀਅਲ ਕਿਹੜਾ? ਜਦੋਂ ਆਪਾਂ ਸੋਚਦੇ ਹਾਂ ਤਾਂ ਆਪਣੇ ਮਾਈਂਡ ਦੇ ਵਿੱਚ ਕੀ ਚੀਜ਼ ਆਪਣੇ ਮਾਈਂਡ ਦੇ ਵਿੱਚ ਚੱਲ ਰਹੀ ਹੁੰਦੀ ਹੈ, ਤਾਂ ਇਹਦਾ ਆਨਸਰ ਆਊਗਾ, ਆਨਸਰ ਨੰਬਰ 1। ਸਿੰਬਲਸ ਹੁੰਦੇ ਨੇ, ਚਿੰਨ੍ਹ ਹੁੰਦੇ ਨੇ, ਅਲੱਗ-ਅਲੱਗ ਟਾਈਪ ਦੇ ਚਿੰਨ੍ਹ ਆਪਣੇ ਮਾਈਂਡ ਦੇ ਵਿੱਚ ਆਉਂਦੇ ਨੇ। ਤਾਂ ਜਿਹੜਾ ਚਿੰਤਨ ਦਾ ਕੱਚਾ ਮਾਲ ਹੈ, ਮਟੀਰੀਅਲ ਆਫ ਥਿੰਕਿੰਗ ਹੈ, ਇਹ ਸਿੰਬਲਸ ਨੇ, ਠੀਕ ਹੈ ਜੀ। ਤਾਂ ਮੈਂ ਇੱਕ ਵਾਰੀ ਤੁਹਾਨੂੰ ਫੇਰ ਦੁਹਰਾਉਣਾ ਉਹੀ ਗੱਲ, ਠੀਕ ਹੈ। ਤੁਸੀਂ ਇਹ ਨਾ ਕਹੋ ਕਿ ਸਰ ਨੇ ਵਾਰ-ਵਾਰ ਇੱਕੋ ਗੱਲ ਮਤਲਬ ਇਹਨੂੰ ਰਿਪੀਟ ਕਰ ਰੱਖਿਆ, ਕਿ ਇਹ ਨਾ ਤੁਸੀਂ ਸੋਚੋ ਕਿ ਮੈਂ ਉਹੀ ਕੁਐਸਚਨ ਇਹਦੇ ਵਿੱਚ ਪਾਏ ਹੋਏ ਨੇ, ਠੀਕ ਹੈ। ਤਾਂ ਮੈਂ ਸਿਰਫ ਸਿਲੈਕਟਡ ਕੁਐਸਚਨ ਇਹਦੇ ਵਿੱਚ ਪਾਏ ਹੋਏ ਨੇ, ਠੀਕ ਹੈ, ਜਿਹੜੇ ਕੁਐਸਚਨ ਤੁਹਾਨੂੰ ਆਉਣ ਦੀ ਪੂਰੀ ਸੰਭਾਵਨਾ, ਠੀਕ ਹੈ। ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇਹ ਕੁਐਸਚਨ ਨਾ ਕਰਿਓ ਕਿ ਸਰ ਤੁਸੀਂ ਸੇਮ ਕੁਐਸਚਨ ਹੀ ਰਿਪੀਟ ਕਰਤੇ। ਸੇਮ ਕੁਐਸਚਨ ਨਹੀਂ ਇਹ ਹੈਗੇ, ਠੀਕ ਹੈ। ਬੇਸ਼ੱਕ ਇਹ ਕੁਛ ਕੁਐਸਚਨ ਇਹਦੇ ਵਿੱਚ ਸੇਮ ਨੇ, ਬਟ ਇਹਦੇ ਵਿੱਚ ਨਿਊ ਕੁਐਸਚਨ ਵੀ ਨੇ, ਸੇਮ ਕੁਐਸਚਨ ਵੀ ਨੇ, ਠੀਕ ਹੈ। ਤਾਂ ਮੈਂ ਆਪਣੇ ਹਿਸਾਬ ਦੇ ਨਾਲ ਪੂਰਾ ਰਿਸਰਚ ਕਰਕੇ, ਠੀਕ ਹੈ, ਫਿਰ ਤੁਹਾਡੇ ਲਈ ਮੈਰਾਥਨ ਲੈ ਕੇ ਆਇਆ, ਠੀਕ ਹੈ ਜੀ। ਤਾਂ ਮੈਰਾਥਨ ਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਮੈਂ ਬਹੁਤ ਸਿਲੈਕਟਡ ਕੁਐਸਚਨ ਨਿਚੋੜ ਕੱਢ ਕੇ ਪਾਏ ਹੋਏ ਨੇ। ਤਾਂ ਸਾਰੇ ਕੁਐਸਚਨ ਰਿਪੀਟ ਕਰ ਲਿਓ, ਠੀਕ ਹੈ। ਇਹੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ। ਤਾਂ ਚਿੰਤਨ ਦਾ ਕੱਚਾ ਮਾਲ ਹੈ ਸਿੰਬਲਸ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਅਨੁਵਾਂਸ਼ਿਕਤਾ ਦੀ ਇਕਾਈ। ਵਾਟ ਇਜ਼ ਦੀ ਯੂਨਿਟ ਆਫ ਹੈਰੀਡਿਟੀ? ਕ੍ਰੋਮੋਸੋਮ, ਜੀਨ, ਸੈੱਲ ਜਾਂ ਜ਼ਾਈਗੋਟ? ਤੁਸੀਂ ਕਿਤੇ ਵੀ ਜਾ ਕੇ ਸਰਚ ਕਰ ਸਕਦੇ ਹੋ, CDP ਦੇ ਸੇਮ ਕੁਐਸਚਨ ਤੁਹਾਨੂੰ ਮਿਲਣਗੇ, ਠੀਕ ਹੈ ਜੀ। ਇਹੀ ਕੁਐਸਚਨ ਤੁਹਾਨੂੰ ਰਿਪੀਟ ਹੋਏ ਮਿਲਣਗੇ ਜਿੱਥੇ ਵੀ ਤੁਸੀਂ ਜਾਓਗੇ, ਠੀਕ ਹੈ। ਥੋੜ੍ਹਾ ਜਿਹਾ ਕੁਐਸਚਨ ਨੂੰ ਪੁੱਛਣ ਦਾ ਤਰੀਕਾ ਉਹ ਚੇਂਜ ਕਰ ਦਿੰਦੇ ਨੇ, ਬਟ ਕੁਐਸਚਨ ਸੇਮ ਹੀ ਹੁੰਦੇ ਨੇ, ਠੀਕ ਹੈ ਜੀ। ਤਾਂ ਤੁਸੀਂ ਬਸ ਮੈਰਾਥਨ ਲਗਾਓ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਦੀ ਕਰੋ ਅਤੇ ਪੇਪਰ ਨੂੰ ਕਰੈਕ ਕਰੋ। ਅਨੁਵਾਂਸ਼ਿਕਤਾ ਦੀ ਇਕਾਈ ਕੀ ਹੈ, ਠੀਕ ਹੈ ਜੀ। ਤਾਂ ਇਹਦੀ ਇਕਾਈ ਹੈਗੀ ਜੀਨਸ, ਠੀਕ ਹੈ। ਜੀਨ ਮਤਲਬ ਜਿਹੜੇ ਆਪਾਂ ਨੂੰ ਆਪਣੇ ਮਾਂ-ਬਾਪ ਤੋਂ ਮਿਲਦੇ ਨੇ, ਠੀਕ ਹੈ। ਜੀਨਸ ਦੇ ਨਾਲ ਹੀ ਆਪਣੇ ਮਤਲਬ ਆਪਣਾ ਸਟਰਕਚਰ ਜਿਹੜਾ ਹੁੰਦਾ ਹੈ, ਆਪਣਾ ਮੂੰਹ ਮੁਹਾਂਦਰਾ ਜਿਹੜਾ ਹੁੰਦਾ ਉਹ ਮਾਂ-ਬਾਪ ਨਾਲ ਮਿਲਦਾ ਹੁੰਦਾ, ਆਪਣੀ ਆਵਾਜ਼ ਉਹਨਾਂ ਨਾਲ ਮਿਲਦੀ ਹੁੰਦੀ। ਇਹ ਆਪਾਂ ਨੂੰ ਜੀਨਸ ਦੇ ਵਿੱਚ ਮਿਲਦਾ, ਹੈਰੀਡਿਟੀ ਦੇ ਵਿੱਚ ਮਿਲਦਾ। ਤਾਂ ਜਿਹੜੀ ਇਹਦੀ ਇਕਾਈ ਹੈ, ਇਹਦੀ ਯੂਨਿਟ ਹੈ, ਉਹ ਕੀ ਹੈ? ਜੀਨਸ। ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜੀ ਉਮਰ ਸਮੂਹ ਉਮਰ ਕਹਾਉਂਦੀ ਹੈ? ਵਿਚ ਏਜ ਇਜ਼ ਕਾਲਡ ਗੈਂਗ ਏਜ? ਅਰਲੀ ਚਾਈਲਡਹੁੱਡ, ਲੇਟਰ ਚਾਈਲਡਹੁੱਡ, ਅਡੋਲੇਸੈਂਸ ਜਾਂ ਅਡਲਟਹੁੱਡ? ਕਿਹੜੀ ਉਮਰ ਹੈ ਜਿਹਦੇ ਵਿੱਚ ਜਿਹੜੀ ਗੈਂਗ ਏਜ ਕਹਾਉਂਦੀ ਹੈ? ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 2 ਆਊਗਾ, ਲੇਟਰ ਚਾਈਲਡਹੁੱਡ। ਜਿਹੜੀ 8 ਤੋਂ 10 ਸਾਲ ਦੀ, ਜਦੋਂ ਆਪਾਂ ਬੱਚੇ ਨੂੰ ਸਕੂਲ ਦੇ ਵਿੱਚ ਦਾਖਲ ਕਰਵਾ ਦਿੰਦੇ ਹਾਂ, 8 ਤੋਂ 10 ਸਾਲ ਦੀ ਜਿਹੜੀ ਉਮਰ ਹੁੰਦੀ ਹੈ, ਇਹਨੂੰ ਸਕੂਲ ਏਜ ਵੀ ਕਿਹਾ ਜਾਂਦਾ, ਠੀਕ ਹੈ ਜੀ। ਤਾਂ ਆਪਾਂ ਨਾਲ ਜਿਹੜੇ ਫੈਕਟ ਨੇ ਉਹ ਵੀ ਕਲੀਅਰ ਕਰਦੇ ਜਾਵਾਂਗੇ, ਠੀਕ ਹੈ। 100 ਦਾ ਵੀ ਆਪਾਂ 150 ਕੁਐਸਚਨ ਅਟੈਂਪਟ ਕਰ ਲਾਂਗੇ। ਤਾਂ ਜਿਹੜੀ 8 ਤੋਂ 10 ਸਾਲ ਦੀ ਉਮਰ ਹੁੰਦੀ ਹੈ, ਤਾਂ ਜਿਹੜੀ 2 ਤੋਂ 7 ਸਾਲ ਦੀ ਹੁੰਦੀ ਹੈ ਉਹ ਕਿਹੜੀ ਹੁੰਦੀ ਹੈ? ਉਹ ਅਰਲੀ ਚਾਈਲਡਹੁੱਡ ਹੁੰਦੀ ਹੈ, ਠੀਕ ਹੈ। ਅਤੇ 8 ਤੋਂ 10 ਸਾਲ ਦੀ ਹੁੰਦੀ ਹੈ ਲੇਟਰ ਚਾਈਲਡਹੁੱਡ। ਇਹ ਤੁਸੀਂ ਯਾਦ ਰੱਖਿਓ। ਤਾਂ ਇਹਨੂੰ ਸਕੂਲ ਏਜ ਜਾਂ ਗੈਂਗ ਏਜ ਵੀ ਕਿਹਾ ਜਾਂਦਾ। ਅਗਲਾ ਜਿਹੜਾ ਕੁਐਸਚਨ ਹੈ, ਸਿੱਖਿਆ ਜੋ ਬੱਚਾ ਪਰਿਵਾਰ ਤੋਂ ਪ੍ਰਾਪਤ ਕਰਦਾ ਹੈ। ਐਜੂਕੇਸ਼ਨ ਦੈਟ ਚਾਈਲਡ ਰਿਸੀਵਡ ਫਰੋਮ ਫੈਮਿਲੀ? ਫਾਰਮਲ, ਇਨਫਾਰਮਲ, ਨਾਨ ਫਾਰਮਲ ਜਾਂ ਇਫੈਕਟਿਵ? ਰਸਮੀ ਹੁੰਦੀ ਹੈ, ਗੈਰ ਰਸਮੀ ਹੁੰਦੀ ਹੈ, ਬੇਰਸਮੀ ਹੁੰਦੀ ਹੈ ਜਾਂ ਇਫੈਕਟਿਵ ਹੁੰਦੀ ਹੈ? ਇਹੋ ਜਿਹੇ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਜਿਹੜੇ ਤੁਹਾਡੀ ਕਾਮਨ ਸੈਂਸ 'ਤੇ ਬੇਸਡ ਹੋਣਗੇ। ਇਹਨੂੰ ਵਧੀਆ ਤਰੀਕੇ ਨਾਲ ਅਟੈਂਪਟ ਕਰਕੇ ਆਇਓ।
ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 2 ਆਊਗਾ। ਇਨਫੋਰਮਲ ਹੁੰਦੀ, ਉਹ ਗੈਰ ਰਸਮੀ ਹੁੰਦੀ ਹੈ। ਰਸਮੀ ਦਾ ਕੀ ਮਤਲਬ ਹੁੰਦਾ? ਰਸਮੀ ਜਿਹੜੀ ਰਸਮਾਂ 'ਤੇ ਆਧਾਰਿਤ ਹੁੰਦੀ ਹੈ। ਜਦੋਂ ਆਪਾਂ ਸਕੂਲ ਦੇ ਵਿੱਚ ਦਾਖਲਾ ਲੈਣਾ ਹੈ ਮਤਲਬ ਤਾਂ ਉਹਦੀਆਂ ਇੱਕ ਪ੍ਰੋਪਰ ਪ੍ਰੋਸੀਜਰ ਹੁੰਦਾ ਦਾਖਲਾ ਲੈਣ ਦਾ ਵੀ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਜਿਹੜੀ ਆਪਾਂ ਨੂੰ ਸਿੱਖਿਆ ਮਿਲੂਗੀ ਉਹਦਾ ਵੀ ਇੱਕ ਪ੍ਰੋਸੀਜਰ ਹੁੰਦਾ। ਉਹ ਵੀ ਆਪਾਂ ਨੂੰ ਇਹ ਨਹੀਂ ਹੈਗਾ ਕਿ ਐਵੇਂ ਸਿੱਖਿਆ ਦੇ ਦੇਣਗੇ, ਠੀਕ ਹੈ। ਸਿੱਖਿਆ ਦਾ ਮਤਲਬ ਆਪਾਂ ਉੱਥੇ ਇੱਕ ਪ੍ਰੋਪਰ ਤਰੀਕੇ ਨਾਲ ਜੇ ਆਪਾਂ ਲੈਂਗੁਏਜ ਮੰਨ ਲਓ ਸਿੱਖਣੀ ਹੈ, ਜੇ ਆਪਾਂ ਪੰਜਾਬੀ ਸਿੱਖਣੀ ਜਾਂ ਆਪਾਂ ਇੰਗਲਿਸ਼ ਸਿੱਖਣੀ ਹੈ, ਠੀਕ ਹੈ, ਤਾਂ ਉਹ ਪਹਿਲਾਂ ਆਪਾਂ ਨੂੰ ਆਪਣਾ ਬੇਸ ਬਣਾਉਣਗੇ, ਠੀਕ ਹੈ। ਜਿਵੇਂ ਆਪਾਂ ਪੰਜਾਬੀ ਸਿੱਖਣੇ ਤਾਂ ਆਪਾਂ ਨੂੰ ਊੜੇ ਆੜੇ ਤੋਂ ਸਟਾਰਟ ਕਰਵਾਉਣਗੇ, ਜੇ ਆਪਾਂ ਇੰਗਲਿਸ਼ ਸਿੱਖਣੇ ਤਾਂ ਆਪਾਂ ਨੂੰ ABC ਤੋਂ ਸਟਾਰਟ ਕਰਵਾਉਣਗੇ, ਠੀਕ ਹੈ, ਬੱਚੇ ਨੂੰ। ਤਾਂ ਇਹ ਇੱਕ ਰਸਮੀ ਹੁੰਦੀ ਹੈ, ਇਹ ਫਾਰਮਲ ਹੁੰਦੀ ਹੈ, ਇਹ ਸਕੂਲਾਂ ਦੇ ਵਿੱਚ ਹੁੰਦੀ ਹੈ। ਜਿਹੜੀ ਗੈਰ ਰਸਮੀ ਹੁੰਦੀ ਹੈ, ਜਿਹਦੀ ਕੋਈ ਰਸਮ ਨਹੀਂ ਹੁੰਦੀ, ਜਿਹਦੀ ਆਪਾਂ ਡਾਇਰੈਕਟ ਸਿੱਖਦੇ ਹਾਂ, ਠੀਕ ਹੈ, ਡਾਇਰੈਕਟ ਆਪਾਂ ਕੰਟੈਕਟ ਦੇ ਵਿੱਚ ਆ ਕੇ ਜਾਂ ਨਕਲ ਰਾਹੀਂ ਸਿੱਖਦੇ ਹਾਂ, ਤਾਂ ਉਹਨੂੰ ਗੈਰ ਰਸਮੀ ਕਿਹਾ ਜਾਂਦਾ। ਤਾਂ ਇਹ ਪਰਿਵਾਰ ਤੋਂ ਸਿੱਖਦੇ ਹਾਂ ਆਪਾਂ, ਇਨਫੋਰਮਲ, ਠੀਕ ਹੈ, ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਸ਼ਵਾਸ ਅਤੇ ਅਵਿਸ਼ਵਾਸ ਵਾਪਰਦਾ, ਟਰਸਟ ਵਰਸਿਸ ਮਿਸ ਟਰਸਟ ਹੈਪਨ ਇਨਫੈਂਸੀ ਦੇ ਵਿੱਚ, ਅਰਲੀ ਚਾਈਲਡਹੁੱਡ ਵਿੱਚ, ਲੇਟਰ ਦੇ ਵਿੱਚ ਜਾਂ ਅਡੋਲੈਸੈਂਸ ਦੇ ਵਿੱਚ। ਜਦੋਂ ਬੱਚੇ ਨੂੰ ਕਦੇ ਵਿਸ਼ਵਾਸ ਹੁੰਦਾ, ਕਦੇ ਅਵਿਸ਼ਵਾਸ ਹੁੰਦਾ, ਤਾਂ ਉਹ ਕਦੋਂ ਹੁੰਦਾ? ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 1 ਆਊਗਾ। 0 ਤੋਂ 2 ਸਾਲ ਦੀ ਉਮਰ ਹੁੰਦੀ ਹੈ ਇਨਫੈਂਸੀ, ਠੀਕ ਹੈ ਜੀ। ਤਾਂ ਨਾਲ ਨਾਲ ਆਪਾਂ ਫੈਕਟ ਵੀ ਕਲੀਅਰ ਕਰਦੇ ਜਾਣਾ ਕਿ ਕਿੰਨੇ ਸਾਲ ਦੀ ਉਮਰ ਹੁੰਦੀ ਹੈ ਇਹ 0 ਤੋਂ 2 ਸਾਲ ਦੀ ਇਨਫੈਂਸੀ। ਜਦੋਂ ਬੱਚਾ ਬਿਲਕੁਲ ਛੋਟਾ ਹੁੰਦਾ, ਜਦੋਂ ਉਹਨੂੰ ਕੋਈ ਗੋਦ ਦੇ ਵਿੱਚ ਉਠਾਉਂਦਾ ਤਾਂ ਉਹ ਕਦੇ ਉਹਨੂੰ ਉਹ 'ਤੇ ਟਰਸਟ ਹੁੰਦਾ, ਕਦੇ ਮਿਸ ਟਰਸਟ ਹੁੰਦਾ, ਠੀਕ ਹੈ। ਤਾਂ ਇਹ ਇਨਫੈਂਸੀ ਦੇ ਵਿੱਚ ਵਾਪਰਦਾ, ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪਹਿਚਾਣ ਬਨਾਮ ਭੂਮਿਕਾ ਉਲਝਣ ਵਾਪਰਦੀ ਹੈ, ਆਈਡੈਂਟੀਟੀ ਵਰਸਸ ਰੋਲ ਕਨਫਿਊਜ਼ਨ ਓਕਰਸ ਇਨ ਅਰਲੀ ਚਾਈਲਡਹੁੱਡ, ਲੇਟਰ ਚਾਈਲਡਹੁੱਡ, ਅਡੋਲੈਸੈਂਸ ਜਾਂ ਇਨਫੈਂਸੀ। ਆਈਡੈਂਟੀਟੀ ਮਤਲਬ ਬੱਚਾ ਖੁਦ ਦੇ ਵਿੱਚ ਉਲਝਿਆ ਰਹਿੰਦਾ ਕਿ ਮੇਰੀ ਕੀ ਆਈਡੈਂਟੀਟੀ ਹੈ, ਠੀਕ ਹੈ ਜੀ, ਮੇਰਾ ਰੋਲ ਕੀ ਹੈ ਇੱਥੇ, ਠੀਕ ਹੈ ਜੀ। ਤਾਂ ਆਪਣੀ ਆਈਡੈਂਟੀਟੀ ਮਤਲਬ ਉਹਦੇ ਵਿੱਚ ਉਹ ਉਲਝਿਆ ਰਹਿੰਦਾ, ਆਪਣੀ ਆਈਡੈਂਟੀਟੀ ਨੂੰ ਪਹਿਚਾਣ ਨਹੀਂ ਪਾਉਂਦਾ। ਤਾਂ ਉਹ ਕਿਹੜੀ ਉਮਰ ਹੁੰਦੀ ਹੈ? ਇਸ ਕੁਐਸਚਨ ਦਾ ਜਿਹੜਾ ਆਨਸਰ ਨੰਬਰ 3 ਆਊਗਾ, ਕਿਸ਼ੋਰ ਅਵਸਥਾ, ਅਡੋਲੈਸੈਂਸ, ਠੀਕ ਹੈ ਜੀ। ਅਡੋਲੈਸੈਂਸ ਹੁੰਦੀ ਹੈ ਜਦੋਂ ਆਪਣੀ 18 ਸਾਲ ਦੀ ਉਮਰ ਹੁੰਦੀ ਹੈ, 17-18 ਸਾਲ ਦੀ। ਤਾਂ ਇਹਨੂੰ ਟ੍ਰਾਂਜ਼ੀਸ਼ਨਲ ਪੀਰੀਅਡ ਕਿਹਾ ਜਾਂਦਾ। ਇੱਥੋਂ ਬੱਚਾ ਵਿਗੜ ਵੀ ਸਕਦਾ, ਸੁਧਰ ਵੀ ਸਕਦਾ, ਠੀਕ ਹੈ ਜੀ। ਅਡੋਲੈਸੈਂਸ ਹੁੰਦੀ ਹੈ, ਇੱਥੇ ਉਹਨੂੰ ਐਨੈਗਜ਼ਾਈਟੀ ਹੁੰਦੀ ਹੈ, ਚਿੰਤਾ ਹੁੰਦੀ ਹੈ, ਠੀਕ ਹੈ, ਉਹਨੂੰ ਆਪਣੀ ਪਹਿਚਾਣ ਨਹੀਂ ਹੁੰਦੀ, ਠੀਕ ਹੈ, ਆਈਡੈਂਟੀਟੀ ਨਹੀਂ ਹੁੰਦੀ, ਰੋਲ ਕਨਫਿਊਜ਼ਨ ਕਿ ਮੈਂ ਕੀ ਰੋਲ ਨਿਭਾ ਰਿਹਾ। ਤਾਂ ਇਹ ਅਡੋਲੈਸੈਂਸ ਦੇ ਵਿੱਚ ਹੁੰਦਾ। ਇਹ ਤੂਫਾਨ ਦੀ ਉਮਰ ਵੀ ਇਹਨੂੰ ਕਿਹਾ ਸਟੈਨਲੀ ਹਾਲ ਨੇ, ਠੀਕ ਹੈ। ਇਹ ਆਪਾਂ ਅੱਗੇ ਵੀ ਕਰਾਂਗੇ। ਆਪਣੇ ਹਜੇ 54 ਕੁਐਸਚਨ ਕੰਪਲੀਟ ਹੋਏ ਨੇ, ਠੀਕ ਹੈ ਜੀ। ਆਪਾਂ 100 ਕੁਐਸਚਨ ਕੰਪਲੀਟ ਕਰਨਾ, ਠੀਕ ਹੈ ਜੀ। ਤਾਂ ਅਗਲਾ ਜਿਹੜਾ ਕੁਐਸਚਨ ਹੈ, ਬੋਝ ਤੋਂ ਬਿਨਾਂ ਸਿੱਖਣਾ ਕਿਹਦਾ ਨਾਅਰਾ ਹੈ? ਲਰਨਿੰਗ ਵਿਦਆਊਟ ਬਰਡਨ ਸਲੋਗਨ ਇਜ਼ ਗਿਵਨ ਬਾਏ ਵੁਡਸ ਡਿਸਪੈਚ, ਯਸ਼ਪਾਲ ਕਮੇਟੀ, ਸ਼ਾਰਦਾ ਕਮੇਟੀ ਜਾਂ NCF 2005। ਤਾਂ ਇਹ ਕਿਹੜੀ ਕਮੇਟੀ ਦਾ ਨਾਅਰਾ ਹੈ ਕਿ ਆਪਾਂ ਜਿਹੜਾ ਸਿੱਖਣਾ ਹੈ, ਜਿਹੜਾ ਆਪਾਂ ਲਰਨ ਕਰਨਾ ਹੈ, ਉਹ ਵਿਦਆਊਟ ਬੋਝ ਤੋਂ ਸਿੱਖਣਾ, ਆਪਣੇ 'ਤੇ ਕੋਈ ਬਰਡਨ ਨਾ ਹੋਵੇ। ਇਹ ਸਾਰੀਆਂ ਕਮੇਟੀਜ਼ ਆਪਣੀ ਐਜੂਕੇਸ਼ਨ ਨਾਲ ਰਿਲੇਟਡ ਕਮੇਟੀਜ਼ ਨੇ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 2 ਆਊਗਾ। ਯਸ਼ਪਾਲ ਕਮੇਟੀ ਨੇ ਇਹ ਨਾਅਰਾ ਦਿੱਤਾ ਕਿ ਜਿਹੜਾ ਜੋ ਵੀ ਆਪਾਂ ਸਿੱਖਣਾ ਉਹ ਆਪਾਂ ਬੋਝ ਤੋਂ ਬਿਨਾਂ ਸਿੱਖਣਾ, ਵਿਦਆਊਟ ਬਰਡਨ, ਯਸ਼ਪਾਲ ਕਮੇਟੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੌਧਿਕ ਵਿਕਾਸ ਦਾ ਕੀ ਅਰਥ ਹੈ? ਕੋਗਨਿਟਿਵ ਡਿਵੈਲਪਮੈਂਟ ਮੀਨਸ ਡਿਵੈਲਪਮੈਂਟ ਆਫ ਇੰਟੈਲੀਜੈਂਸ, ਡਿਵੈਲਪਮੈਂਟ ਆਫ ਏ ਚਾਈਲਡ, ਡਿਵੈਲਪਮੈਂਟ ਆਫ ਮੋਟਰ ਸਕਿੱਲ ਜਾਂ ਆਲ ਆਫ ਦੀ ਅਬਵ। ਬੌਧਿਕ ਵਿਕਾਸ ਕੀ ਹੈ ਆਪਣਾ? ਕੋਗਨਿਟਿਵ ਡਿਵੈਲਪਮੈਂਟ। ਇਹ ਸਾਰੀ ਜਿਹੜੀ ਮੈਂ ਮੈਰਾਥਨ ਹੈ, ਇਹ ਤੁਸੀਂ ਇਹ ਨਾ ਕਹੋ ਕਿ ਸਰ ਨੇ ਪਿਛਲੇ ਸੈਸ਼ਨ ਦੇ ਵਿੱਚੋਂ ਚੱਕ ਕੇ ਕੁਐਸਚਨ ਮਤਲਬ ਪਿਕ ਕਰਕੇ ਉੱਥੋਂ ਇਹਦੇ ਵਿੱਚ ਰੱਖਤੇ। ਇਹ A to Z ਕੁਐਸਚਨ ਮੈਂ 1 ਤੋਂ ਲੈ ਕੇ 100 ਤੱਕ ਜਿਹੜੇ ਕੁਐਸਚਨ ਹੈ ਉਹ ਮੈਂ ਖੁਦ ਬਕਾਇਦਾ ਅਲੱਗ ਟਾਈਪ ਕੀਤੇ ਨੇ, ਠੀਕ ਹੈ ਜੀ। ਹਾਂ, ਇਹਦੇ 'ਚ ਕੋਈ ਡਾਊਟ ਨਹੀਂ ਕਿ ਪਿਛਲੇ ਸੈਸ਼ਨ ਵਾਲੇ ਕੁਐਸਚਨ ਵੀ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ, ਬਟ ਇਹ ਨਹੀਂ ਕਿ ਮੈਂ ਉਹ ਟਾਈਪ ਕੀਤੇ ਹੋਏ ਕੁਐਸਚਨ ਇਹਦੇ ਵਿੱਚ ਰੱਖਦੇ। ਮੈਂ 1 ਤੋਂ ਲੈ ਕੇ 100 ਤੱਕ ਇਹ ਕੁਐਸਚਨ ਅਲੱਗ ਟਾਈਪ ਕੀਤੇ ਨੇ, ਮੈਰਾਥਨ ਦੇ ਕੁਐਸਚਨ ਮੈਂ ਅਲੱਗ ਟਾਈਪ ਕੀਤੇ ਨੇ, ਠੀਕ ਹੈ ਜੀ। ਤਾਂ ਇਹਦੇ ਲਈ ਮੈਂ ਇੱਕ ਅਲੱਗ ਮਿਹਨਤ ਕੀਤੀ ਹੈ, ਠੀਕ ਹੈ, ਇਹ ਤੁਸੀਂ ਯਾਦ ਰੱਖਿਓ। ਇਹ ਨਹੀਂ ਹੈਗਾ ਕਿ ਮੈਂ ਚੱਕ ਕੇ ਕੁਐਸਚਨ ਉਹਦੇ ਵਿੱਚੋਂ ਰੱਖਤੇ, ਠੀਕ ਹੈ ਜੀ। ਤਾਂ ਤੁਹਾਡੇ ਲਈ ਮੈਂ ਇਹ ਬਹੁਤ ਮਤਲਬ ਇੱਕ ਸਿਲੈਕਟ ਕਰਕੇ ਕੁਐਸਚਨ ਉਹਦੇ ਵਿੱਚੋਂ ਰੱਖੇ ਨੇ, ਠੀਕ ਹੈ ਜੀ। ਤਾਂ ਇਹ ਨਹੀਂ ਹੈਗਾ ਕਿ ਆਪਾਂ ਤੁਹਾਡਾ ਇੱਕ ਫੋਰਮੈਲਿਟੀ ਪੂਰੀ ਕਰਤੀ ਮੈਰਾਥਨ ਦੀ, ਫੋਰਮੈਲਿਟੀ ਨਹੀਂ ਇਹ ਹੈਗੀ, ਠੀਕ ਹੈ। ਇਹ ਬਹੁਤ ਇੰਪੋਰਟੈਂਟ ਕੁਐਸਚਨ ਨੇ ਤੁਹਾਡੇ ਲਈ ਸਾਰੇ, 100 ਦੇ 100। ਤਾਂ ਇਹਦੇ ਵਿੱਚ ਆਪਾਂ ਬੁੱਕਸ ਵੀ ਰੱਖੀਆਂ, ਸਭ ਕੁਛ ਤੁਹਾਡਾ ਇੱਕ ਟੌਪਿਕ CDP ਦਾ ਇਹਦੇ ਵਿੱਚ ਆਪਾਂ ਕਵਰ ਕਰਵਾਇਆ। ਇਹ ਮੈਂ ਵਾਰ-ਵਾਰ ਤੁਹਾਨੂੰ ਸਫਾਈ ਤਾਂ ਦੇ ਰਿਹਾ ਕਿ ਤੁਹਾਡੇ ਮਾਈਂਡ ਦੇ ਵਿੱਚ ਇਹ ਡਾਊਟ ਨਾ ਜਾਵੇ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 1 ਆਊਗਾ, ਡਿਵੈਲਪਮੈਂਟ ਆਫ ਇੰਟੈਲੀਜੈਂਸ। ਜਿਹੜਾ ਆਪਣਾ ਬੌਧਿਕ ਵਿਕਾਸ ਹੈ, ਬੌਧਿਕ ਵਿਕਾਸ ਦਾ ਕੀ ਮਤਲਬ ਹੈ? ਬੁੱਧੀ ਦਾ ਵਿਕਾਸ, ਸਿੰਪਲ ਹੈ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਪਣਾ ਇਹ ਕਿਹਦੇ ਨਾਲ ਰਿਲੇਟ ਕਰਦਾ? ਇੰਟੈਲੀਜੈਂਸ ਨਾਲ ਹੀ ਰਿਲੇਟ ਕਰੂਗਾ, ਠੀਕ ਹੈ ਜੀ। ਤਾਂ ਬੱਚੇ ਦਾ ਵਿਕਾਸ ਠੀਕ ਹੈ ਇਹਦੇ ਨਾਲ ਕਰਦਾ, ਬਟ ਇਹ ਨਹੀਂ ਹੈਗਾ ਕਿ ਸਿਰਫ ਇਹਦੇ ਨਾਲ ਹੀ ਕਰਦਾ। ਆਲ ਆਫ ਦੀ ਅਬਵ ਇਹਦਾ ਨਹੀਂ ਆ ਸਕਦਾ, ਮੋਟਰ ਸਕਿੱਲ ਦੇ ਵਿੱਚ ਨਹੀਂ ਆਉਣੀ, ਠੀਕ ਹੈ। ਤਾਂ ਬੌਧਿਕ ਵਿਕਾਸ ਹੈ ਸਿਰਫ ਬੁੱਧੀ ਦਾ ਵਿਕਾਸ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਨਿਮੋਨਿਕਸ ਧਾਰਨਾ ਕਿਸ ਨਾਲ ਸੰਬੰਧਿਤ? ਦੀ ਟਰਮ ਨਿਮੋਨਿਕਸ ਐਸੋਸੀਏਟਡ ਵਿਦ ਮੈਮਰੀ, ਬਿਹੇਵੀਅਰ,
ਫੀਲਿੰਗਸ ਜਾਂ ਹੈਬਿਟਸ। ਨਿਮੋਨਿਕਸ ਆਪਾਂ ਕਹਿ ਨਹੀਂ ਦਿੰਦੇ ਕਿ ਇਹਦਾ ਤੁਸੀਂ ਇੱਕ ਨਿਮੋਨਿਕਸ ਬਣਾ ਕੇ ਯਾਦ ਕਰ ਲਓ, ਠੀਕ ਹੈ। ਤਾਂ ਟੀਚਰਸ ਵੀ ਤੁਹਾਨੂੰ ਕਹਿ ਦਿੰਦੇ ਨੇ ਕਿ ਤੁਸੀਂ ਇਹਨੂੰ ਜੇ ਤੁਸੀਂ ਯਾਦ ਕਰਨਾ ਤਾਂ ਇਹਨੂੰ ਨਿਮੋਨਿਕਸ ਬਣਾ ਕੇ ਯਾਦ ਕਰ ਸਕਦੇ ਹੋ। ਤਾਂ ਇਹ ਨਿਮੋਨਿਕਸ ਦਾ ਕੀ ਮਤਲਬ ਹੈ, ਇਹ ਸੰਬੰਧ ਇਹਦਾ ਕਿਹਦੇ ਨਾਲ ਹੈ, ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਇਸ ਕੁਐਸਚਨ ਦਾ ਜਿਹੜਾ ਆਨਸਰ ਆਉਣਾ ਹੈ ਇਹ ਆਉਣਾ ਮੈਮਰੀ, ਠੀਕ ਹੈ ਜੀ। ਮੈਮਰੀ, ਯਾਦ ਸ਼ਕਤੀ ਜਿਹਨੂੰ ਆਪਾਂ ਕਹਿੰਦੇ ਹਾਂ। ਤਾਂ ਨਿਮੋਨਿਕਸ ਆਪਾਂ ਕਦੋਂ ਬਣਾਉਣੇ ਆ, ਜਦੋਂ ਆਪਾਂ ਕੋਈ ਵੀ ਚੀਜ਼ ਯਾਦ ਕਰਨੀ ਹੁੰਦੀ ਹੈ। ਤਾਂ ਇਹ ਤੋਂ ਤੁਸੀਂ ਯਾਦ ਰੱਖ ਲਿਓ ਕਿ ਜਦੋਂ ਆਪਾਂ ਕੋਈ ਵੀ ਚੀਜ਼ ਆਪਾਂ ਯਾਦ ਕਰਾਂਗੇ ਤਾਂ ਆਪਾਂ ਨਿਮੋਨਿਕ ਬਣਾ ਕੇ ਯਾਦ ਕਰਾਂਗੇ। ਨਿਮੋਨਿਕ ਦਾ ਕੀ ਮਤਲਬ ਹੋ ਗਿਆ ਫਿਰ, ਯਾਦ ਸ਼ਕਤੀ, ਠੀਕ ਹੈ। ਯਾਦ ਸ਼ਕਤੀ ਦੇ ਨਾਲ ਸੰਬੰਧ ਹੈ ਇਹਦਾ। ਤਾਂ ਨਿਮੋਨਿਕਸ ਆਪਾਂ ਕਿਹਨੂੰ ਆਖਾਂਗੇ, ਯਾਦ ਸ਼ਕਤੀ ਨੂੰ। ਬਿਹੇਵੀਅਰ ਵੀ ਨਹੀਂ ਇਹਦੇ ਵਿੱਚ ਆਉਣਾ, ਫੀਲਿੰਗਸ ਵੀ ਨਹੀਂ ਆਉਣਾ, ਹੈਬਿਟ ਵੀ ਨਹੀਂ ਆਉਣਾ, ਠੀਕ ਹੈ। ਇਹਦੇ ਨਾਲ ਇਹਦਾ ਕੋਈ ਸੰਬੰਧ ਨਹੀਂ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਗਿਫਟਡ ਬੱਚੇ ਹੁੰਦੇ ਨੇ, ਗਿਫਟਡ ਸਟੂਡੈਂਟਸ ਆਰ ਇੰਡੀਪੈਂਡੈਂਟ ਇਨ ਦੇਅਰ ਜਜਮੈਂਟਸ, ਇੰਟਰੋਵਰਟ ਇਨ ਨੇਚਰ, ਕਾਮ ਐਂਡ ਹੈਲਪਫੁਲ ਜਾਂ ਆਲ ਆਫ ਦੀ ਅਬਵ। ਜਿਹੜੇ ਗਿਫਟਡ ਬੱਚੇ ਹੁੰਦੇ ਨੇ ਆਪਣੇ, ਠੀਕ ਹੈ, ਸਪੈਸ਼ਲ ਮਤਲਬ ਡਿਸੇਬਿਲਿਟੀਜ਼ ਵਾਲੇ ਨਹੀਂ, ਗਿਫਟਡ ਹੁੰਦੇ ਨੇ ਜਿਹੜੇ ਮਤਲਬ ਬਹੁਤ ਇੰਟੈਲੀਜੈਂਟ ਹੁੰਦੇ ਨੇ, ਠੀਕ ਹੈ, ਜਿਨ੍ਹਾਂ ਦੇ ਵਿੱਚ ਇੱਕ ਅਲੱਗ ਤੋਂ ਸਕਿੱਲਸ ਹੁੰਦੀਆਂ ਨੇ। ਤਾਂ ਉਹ ਮਤਲਬ ਉਹਨਾਂ ਦੇ ਵਿੱਚ ਕੀ ਗੁਣ ਹੁੰਦਾ, ਅਲੱਗ ਕਿਉਂ ਹੁੰਦੇ ਨੇ ਉਹ। ਇੰਟਰੋਵਰਟ ਇਨ ਨੇਚਰ, ਅੰਤਰਮੁਖੀ ਸੁਭਾਅ ਦੇ ਹੁੰਦੇ ਨੇ ਕਿ ਆਪਣੇ ਆਪ ਦੇ ਵਿੱਚ ਹੀ ਰਹਿੰਦੇ ਨੇ, ਸਿਰਫ ਸ਼ਾਂਤ ਅਤੇ ਮਦਦਗਾਰ ਹੁੰਦੇ ਨੇ, ਜਾਂ ਸਾਰੇ ਹੁੰਦੇ ਨੇ, ਠੀਕ ਹੈ ਜੀ। ਆਲ ਆਫ ਦੀ ਅਬਵ ਇਹਦੇ ਵਿੱਚ ਆਉਣਾ ਨਹੀਂ, ਕਿਉਂ ਨਹੀਂ ਆਉਣਾ ਇਹ ਤੁਸੀਂ ਦੇਖ ਸਕਦੇ ਹੋ, ਕਿਉਂਕਿ ਇਹਦੇ ਵਿੱਚ ਨੈਗੇਟਿਵ ਆਨਸਰ ਪਏ ਨੇ, ਤਾਂ ਕਰਕੇ ਇਹਦੇ ਵਿੱਚ ਆਲ ਆਫ ਦੀ ਅਬਵ ਨਹੀਂ ਆ ਸਕਦਾ, ਠੀਕ ਹੈ ਜੀ। ਜਿਵੇਂ ਇੰਟਰੋਵਰਟ ਇਨ ਨੇਚਰ, ਅੰਤਰਮੁਖੀ ਸੁਭਾਅ ਦੇ ਹੁੰਦੇ ਨੇ, ਇਹ ਕੋਈ ਇਹਨਾਂ ਦਾ ਜ਼ਰੂਰੀ ਮਤਲਬ ਤੱਤ ਨਹੀਂ ਹੈਗਾ ਕਿ ਉਹ ਅੰਤਰਮੁਖੀ ਸੁਭਾਅ ਦੇ ਹੁੰਦੇ ਨੇ, ਠੀਕ ਹੈ ਜੀ। ਕਾਮ ਐਂਡ ਹੈਲਪਫੁਲ, ਠੀਕ ਹੈ, ਨੋ ਡਾਊਟ ਹੋ ਸਕਦੇ ਨੇ ਕਾਮ ਐਂਡ ਹੈਲਪਫੁਲ, ਬਟ ਇਹ ਦਾ ਬੈਸਟ ਆਨਸਰ ਨਹੀਂ ਹੈਗਾ, ਠੀਕ ਹੈ। ਤਾਂ ਆਲ ਆਫ ਦੀ ਅਬਵ ਨਹੀਂ ਇਹਦੇ ਵਿੱਚ ਆਉਣਾ, ਇਹ ਤੁਸੀਂ ਯਾਦ ਰੱਖਿਓ। ਤਾਂ ਗਿਫਟਡ ਬੱਚੇ ਕਿਹੜੇ ਹੁੰਦੇ ਨੇ, ਇਹਦਾ ਬਹੁਤ ਸਮਝਦਾਰੀ ਨਾਲ ਆਨਸਰ ਦੇਣਾ ਇਹੋ ਜਿਹੇ ਕੁਐਸਚਨਸ ਦਾ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 1 ਆਊਗਾ। ਇੰਡੀਪੈਂਡੈਂਟ ਇਨ ਦੇਅਰ ਜਜਮੈਂਟਸ, ਠੀਕ ਹੈ ਜੀ। ਉਹ ਆਪਣੇ ਫੈਸਲੇ ਲੈਣ ਦੇ ਵਿੱਚ ਸੁਤੰਤਰ ਹੁੰਦੇ ਨੇ, ਉਹ ਫੈਸਲਾ ਲੈਣ ਲਈ ਕਿਸੇ 'ਤੇ ਡਿਪੈਂਡੈਂਟ ਨਹੀਂ ਹੁੰਦੇ, ਉਹ ਜਿਹੜਾ ਆਪਣਾ ਫੈਸਲਾ ਉਹ ਖੁਦ ਲੈ ਸਕਦੇ ਨੇ, ਠੀਕ ਹੈ। ਇੰਡੀਪੈਂਡੈਂਟ ਹੁੰਦੇ ਨੇ, ਤਾਂ ਕਰਕੇ ਉਹ ਗਿਫਟਡ ਹੁੰਦੇ ਨੇ, ਠੀਕ ਹੈ। ਪੇਸ਼ੈਂਸ ਬਣਾ ਕੇ ਰੱਖਿਓ, 100 ਦਾ 100 ਕੁਐਸਚਨ ਆਪਾਂ ਕੰਪਲੀਟ ਕਰਨਾ, ਠੀਕ ਹੈ ਜੀ। 100 ਨਹੀਂ ਮਤਲਬ 100 ਦੇ ਨਾਲ ਆਪਾਂ ਫੈਕਟ ਵੀ ਕਲੀਅਰ ਕਰਨੇ ਆ। ਤਾਂ ਆਪਾਂ 150 ਕੁਐਸਚਨ ਅਪਰੋਕਸੀਮੇਟਲੀ ਆਪਾਂ 150 ਕਰ ਲਾਂਗੇ, ਠੀਕ ਹੈ ਜੀ। ਨਾਲ ਨਾਲ ਆਪਾਂ ਫੈਕਟ ਜਿਹੜੇ ਕਲੀਅਰ ਕਰਕੇ, ਇਹਨਾਂ ਵਿੱਚੋਂ ਕਿਹੜਾ ਸਿੱਖਿਆ ਦੀ ਉਪਜ ਨਹੀਂ ਹੈ, ਵਿਚ ਇਜ਼ ਨਾਟ ਅ ਪ੍ਰੋਡਕਟ ਆਫ ਲਰਨਿੰਗ, ਸਕਿੱਲ, ਨੌਲੇਜ, ਮੈਚੂਰੇਸ਼ਨ ਜਾਂ ਫਿਜ਼ੀਕਲ ਸਟਰਕਚਰ, ਜਿਹੜਾ ਆਪਾਂ ਸਿੱਖਦੇ ਹਾਂ ਉਹਦਾ ਪਾਰਟ ਨਹੀਂ ਹੈ। ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਆਊਗਾ, ਮੈਚੂਰੇਸ਼ਨ, ਠੀਕ ਹੈ ਜੀ। ਪਰਿਪੱਕਤਾ, ਜਿਹੜੀ ਮੈਚੂਰੇਸ਼ਨ ਹੈ ਇਹਦਾ ਸਿੱਖਣ ਨਾਲ ਮਤਲਬ ਕੋਈ ਲੈਣਾ ਦੇਣਾ ਨਹੀਂ, ਇਹ ਨੈਚੁਰਲ ਚੀਜ਼ ਹੈ, ਠੀਕ ਹੈ। ਮੈਚੋਰਿਟੀ ਆਪਣੇ 'ਚ ਇੱਕ ਏਜ 'ਤੇ ਆ ਕੇ ਆਪਣੇ 'ਚ ਮੈਚੋਰਿਟੀ ਆ ਜਾਂਦੀ ਹੈ, ਠੀਕ ਹੈ। ਤਾਂ ਜਦੋਂ ਮਤਲਬ ਮੈਚੋਰਿਟੀ ਜਦੋਂ ਆਪਣੇ 'ਚ ਆ ਜਾਂਦੀ ਤਾਂ ਆਪਾਂ ਸਿੱਖਣਾ ਜਿਹੜਾ ਆਪਣਾ ਉਹ ਥੋੜ੍ਹਾ ਜਿਹਾ ਹੋਰ ਜ਼ਿਆਦਾ ਵੱਧ ਜਾਂਦਾ, ਠੀਕ ਹੈ। ਮੈਚੋਰਿਟੀ ਦੇ ਵਿੱਚ ਆਪਾਂ ਵਧੀਆ ਸਿੱਖਣ ਲੱਗ ਜਾਂਦੇ ਹਾਂ। ਤਾਂ ਬਟ ਮੈਚੋਰਿਟੀ ਇਹਦਾ ਆਪਾਂ ਲਰਨਿੰਗ ਨਾਲ ਇਹ ਨਹੀਂ ਹੈਗਾ ਕਿ ਆਪਾਂ ਲਰਨਿੰਗ ਨਾਲ ਆਪਣੇ 'ਚ ਮੈਚੋਰਿਟੀ ਆਉਂਦੀ ਹੈ, ਇਹ ਨੈਚੁਰਲ ਪ੍ਰੋਡਕਟ ਹੈ, ਠੀਕ ਹੈ। ਤਾਂ ਇਹ ਸਿੱਖਿਆ ਦੀ ਉਪਜ ਨਹੀਂ ਹੈਗੀ, ਤਾਂ ਇਹ ਨੈਚੁਰਲ ਚੀਜ਼ ਹੈ, ਇਹ ਆਪਣੇ 'ਚ ਇੱਕ ਉਮਰ 'ਤੇ ਆ ਕੇ ਆਉਣੀ ਹੀ ਆਉਣੀ ਹੈ, ਠੀਕ ਹੈ। ਸਕਿੱਲ ਆਪਣੇ 'ਚ ਸਿੱਖਿਆ ਨਾਲ ਆਉਂਦੀ ਹੈ, ਨੌਲੇਜ ਵੀ ਆਪਾਂ ਨੂੰ ਸਿੱਖਿਆ ਨਾਲ ਆਉਂਦੀ ਹੈ। ਫਿਜ਼ੀਕਲ ਸਟਰਕਚਰ ਦਾ ਮਤਲਬ ਇਹ ਹੈ ਕਿ ਜਦੋਂ ਆਪਾਂ ਕੋਈ ਵੀ ਆਪਾਂ ਆਪਣੇ ਬੋਡੀ ਦੇ ਉੱਤੇ ਕੰਮ ਕਰਦੇ ਹਾਂ, ਠੀਕ ਹੈ, ਆਪਾਂ ਜਿੰਮ ਜਾਂਦੇ ਹਾਂ ਜਾਂ ਆਪਾਂ ਰਨਿੰਗ ਕਰਦੇ ਹਾਂ, ਉਹ ਆਪਾਂ ਸਿੱਖਦੇ ਹਾਂ, ਤਾਂ ਉਹਦੇ ਨਾਲ ਆਪਣਾ ਫਿਜ਼ੀਕਲ ਸਟਰਕਚਰ ਕਾਇਮ ਹੁੰਦਾ, ਉਹ ਵੀ ਆਪਣਾ ਇੱਕ ਲਰਨਿੰਗ ਦਾ ਪਾਰਟ ਹੈ, ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, NCF 2005 ਦੇ ਅਨੁਸਾਰ ਇੱਕ ਅਧਿਆਪਕ ਦੀ ਭੂਮਿਕਾ ਹੋਣੀ ਚਾਹੀਦੀ ਹੈ। ਅਕੋਰਡਿੰਗ ਟੂ NCF 2005 ਦੀ ਰੋਲ ਆਫ ਅ ਟੀਚਰ ਇਜ਼ ਅਥੋਰਿਟੀ, ਫੈਸਿਲੀਟੇਟਰ, ਪ੍ਰੈਮਿਸਿਵ ਜਾਂ ਡਿਕਟੇਟਰ। ਅਧਿਕਾਰੀ, ਸੁਵਿਧਾਜਨਕ, ਉਦਾਰ ਜਾਂ ਤਾਨਾਸ਼ਾਹ। ਤਾਨਾਸ਼ਾਹ ਤਾਂ ਇਹਦੇ ਵਿੱਚ ਨਹੀਂ ਆਉਣਾ, ਤਾਂ ਤੁਹਾਨੂੰ ਪਤਾ ਹੈ, ਕਿਉਂਕਿ CDP ਦੇ ਵਿੱਚ ਨੈਗੇਟਿਵ ਆਨਸਰ ਅਵੋਇਡ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਓ। ਡਿਕਟੇਟਰ ਆਪਾਂ ਕਦੇ ਵੀ ਨਹੀਂ ਇਹ ਤਾਂ ਆ ਸਕਦਾ, ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 2 ਆਊਗਾ। ਫੈਸਿਲੀਟੇਟਰ, ਸੁਵਿਧਾਜਨਕ ਹੋਣਾ ਚਾਹੀਦਾ ਕਿ ਮਤਲਬ ਸਟੂਡੈਂਟ ਨੂੰ ਉਹ ਹਰ ਇੱਕ ਸੁਵਿਧਾ ਪ੍ਰਦਾਨ ਕਰੇ, ਸਟੂਡੈਂਟ ਨੂੰ ਕੋਈ ਵੀ ਦਿੱਕਤ ਨਾ ਆਵੇ, ਠੀਕ ਹੈ। ਜਦੋਂ ਵੀ ਕੋਈ ਦਿੱਕਤ ਆਵੇ ਉਹ ਆਪਣੇ ਟੀਚਰ ਕੋਲ ਜਾਊ ਤਾਂ ਟੀਚਰ ਉਹਦੀ ਪ੍ਰੋਬਲਮ ਸੋਲਵ ਕਰੇ, ਤਾਂ ਉਹ ਸੁਵਿਧਾਜਨਕ ਹੋਣਾ ਚਾਹੀਦਾ, ਫੈਸਿਲੀਟੇਟਰ, ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜੀ ਸਿੱਖਣ ਸਮੱਸਿਆ ਪੜ੍ਹਨ ਵਿੱਚ ਮੁਸ਼ਕਲ ਨਾਲ ਸੰਬੰਧਿਤ ਹੈ। ਵਿਚ ਲਰਨਿੰਗ ਡਿਸੇਬਿਲਿਟੀ ਇਜ਼ ਰਿਲੇਟਡ ਟੂ ਰੀਡਿੰਗ ਡਿਸਆਰਡਰ, ਡਿਸਲੈਕਸੀਆ,
ਡਿਸਗ੍ਰਾਫੀਆ, ਡਿਸਕੈਲਕੁਲੀਆ ਜਾਂ ਆਲ ਆਫ ਦੀ ਅਬਵ। ਇਹ ਸਾਰੇ ਕੁਐਸਚਨ ਆਪਾਂ ਪਿਛਲੇ ਸੈਸ਼ਨ ਦੇ ਵਿੱਚ ਅਟੈਂਪਟ ਕੀਤੇ ਹੋਏ ਨੇ, ਬਟ ਇਹ ਬਹੁਤ ਇੰਪੋਰਟੈਂਟ ਨੇ, ਠੀਕ ਹੈ ਜੀ। ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਜਿਹੜੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਨੇ, ਜਿਹੜੀਆਂ ਡਾਇਰੈਕਟ ਕਈ ਵਾਰੀ ਪੁੱਛੀਆਂ ਗਈਆਂ ਅਤੇ ਇਹੀ ਤੁਹਾਨੂੰ ਵਾਰ-ਵਾਰ ਆਉਂਦੀਆਂ ਨੇ, ਠੀਕ ਹੈ ਜੀ। ਤਾਂ ਜਦੋਂ ਪੜ੍ਹਨ ਦੇ ਵਿੱਚ ਆਪਾਂ ਨੂੰ ਮੁਸ਼ਕਿਲ ਆਉਂਦੀ ਹੈ ਕਿਸੇ ਵੀ ਚੀਜ਼ ਨੂੰ, ਠੀਕ ਹੈ, ਤਾਂ ਉਹ ਆਪਣਾ ਕਿਹੜੀ ਡਿਸੇਬਿਲਿਟੀ ਹੈ, ਪੜ੍ਹਦੇ ਹਾਂ ਜਦੋਂ ਆਪਾਂ, ਪੜ੍ਹਨ ਦੇ ਵਿੱਚ ਆਪਾਂ ਨੂੰ ਮੁਸ਼ਕਿਲ ਆਉਂਦੀ ਹੈ, ਤਾਂ ਇਹਦਾ ਜਿਹੜਾ ਆਨਸਰ ਨੰਬਰ 1 ਆਊਗਾ। ਡਿਸਲੈਕਸੀਆ ਉਹਨੂੰ ਕਿਹਾ ਜਾਂਦਾ, ਠੀਕ ਹੈ ਜੀ। ਜਦੋਂ ਆਪਾਂ ਨੂੰ ਪੜ੍ਹਨ ਦੇ ਵਿੱਚ ਰੀਡਿੰਗ ਡਿਸਆਰਡਰ ਆਉਂਦਾ ਜਦੋਂ ਆਪਾਂ ਨੂੰ, ਤਾਂ ਉਹ ਕਿਹੜੀ ਪ੍ਰੋਬਲਮ ਹੁੰਦੀ ਹੈ, ਡਿਸਲੈਕਸੀਆ ਉਹਨੂੰ ਬੋਲਿਆ ਜਾਂਦਾ, ਡਿਸਲੈਕਸੀਆ। ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜੀ ਸਿੱਖਣ ਸਮੱਸਿਆ ਲਿਖਣ ਵਿੱਚ ਮੁਸ਼ਕਿਲ ਨਾਲ ਸੰਬੰਧ ਹੈ। ਵਿਚ ਲਰਨਿੰਗ ਡਿਸੇਬਿਲਿਟੀ ਇਜ਼ ਰਿਲੇਟਡ ਟੂ ਰਾਈਟਿੰਗ ਡਿਸਆਰਡਰ, ਡਿਸਲੈਕਸੀਆ, ਡਿਸਗ੍ਰਾਫੀਆ, ਡਿਸਕੈਲਕੁਲੀਆ ਜਾਂ ਆਲ ਆਫ ਦੀ ਅਬਵ। ਜਦੋਂ ਆਪਾਂ ਲਿਖਦੇ ਹਾਂ, ਲਿਖਣ ਦੇ ਵਿੱਚ ਆਪਾਂ ਨੂੰ ਮੁਸ਼ਕਿਲ ਆਉਂਦੀ ਹੈ, ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 2। ਗਰਾਫ ਬਣਾਉਣਾ, ਗਰਾਫ ਆਪਾਂ ਕਦੋਂ ਬਣਾਵਾਂਗੇ, ਆਪਾਂ ਲਿਖ ਕੇ ਬਣਾਵਾਂਗੇ ਨਾ ਗਰਾਫ। ਤਾਂ ਇਹਨੂੰ ਇਵੇਂ ਯਾਦ ਰੱਖ ਸਕਦੇ ਹੋ ਕਿ ਗਰਾਫ ਆਪਾਂ ਕਿਵੇਂ ਬਣਾਵਾਂਗੇ, ਆਪਾਂ ਪੈਨਸਲ ਨਾਲ ਆਪਾਂ ਗਰਾਫ ਬਣਾਵਾਂਗੇ ਲਿਖ ਕੇ, ਠੀਕ ਹੈ ਜੀ। ਤਾਂ ਲਿਖਣ ਦੇ ਵਿੱਚ ਆਪਾਂ ਨੂੰ ਜੇ ਮੁਸ਼ਕਿਲ ਆ ਰਹੀ ਹੈ ਤਾਂ ਕਿਹੜੀ ਸਮੱਸਿਆ ਆਪਾਂ ਨੂੰ, ਡਿਸਗ੍ਰਾਫੀਆ, ਠੀਕ ਹੈ ਜੀ। ਤਾਂ ਇਹਨੂੰ ਆਪਾਂ ਆਲਸੋ ਡਰਾਇੰਗ ਐਂਡ ਪੇਂਟਿੰਗ ਦੇ ਵਿੱਚ ਜੇ ਆਪਾਂ ਨੂੰ ਮੁਸ਼ਕਿਲ ਆਉਂਦੀ ਹੈ ਤਾਂ ਵੀ ਆਪਾਂ ਨੂੰ ਡਿਸਗ੍ਰਾਫੀਆ ਦੀ ਪ੍ਰੋਬਲਮ ਹੈ, ਠੀਕ ਹੈ। ਅੱਪਰ ਕੇਸ, ਲੋਅਰ ਕੇਸ ਜਿਹੜਾ ਆਪਾਂ ਨਹੀਂ ਸਮਝ ਰਹੇ, ਨਹੀਂ ਆਪਾਂ ਤੋਂ ਪੈ ਰਹੇ ਹੈ ਨਾ, ਕਿ ਆਪਾਂ ਕਿੱਥੇ ਪਾਉਣੇ ਆ, ਉਹ ਵੀ ਆਪਾਂ ਡਿਸਗ੍ਰਾਫੀਆ ਦੇ ਵਿੱਚ ਆਉਂਦਾ, ਠੀਕ ਹੈ। ਇਹ ਤੁਸੀਂ ਯਾਦ ਰੱਖਿਓ। ਤਾਂ ਜਿਹੜੀ ਪੜ੍ਹਨ ਨਾਲ ਹੈ ਉਹ ਡਿਸਲੈਕਸੀ ਹੈ, ਜਿਹੜੀ ਲਿਖਣ ਨਾਲ ਹੈ ਉਹ ਡਿਸਗ੍ਰਾਫੀ ਹੈ, ਠੀਕ ਹੈ, ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜੀ ਸਿੱਖਣ ਸਮੱਸਿਆ ਗਣਿਤ ਵਿੱਚ ਮੁਸ਼ਕਿਲ ਨਾਲ ਸੰਬੰਧ ਹੈ। ਵਿਚ ਲਰਨਿੰਗ ਡਿਸੇਬਿਲਿਟੀਜ਼ ਰਿਲੇਟਡ ਟੂ ਮੈਥ ਡਿਸਆਰਡਰ, ਡਿਸਲੈਕਸੀਆ, ਡਿਸਗ੍ਰਾਫੀਆ, ਡਿਸਕੈਲਕੁਲੀਆ ਜਾਂ ਆਲ ਆਫ ਦੀ ਅਬਵ। ਤਾਂ ਇਹ ਆਪਾਂ ਪਹਿਲਾਂ ਦੋਨੇ ਪੜ੍ਹ ਕੇ ਗਏ ਹਾਂ। ਡਿਸਲੈਕਸੀਆ ਪੜ੍ਹਨ ਨਾਲ, ਡਿਸਗ੍ਰਾਫੀਆ ਲਿਖਣ ਨਾਲ, ਅਤੇ ਡਿਸਕੈਲਕੁਲੀਆ ਰਹਿ ਗਈ ਆਪਣੇ ਕੋਲੇ। ਤਾਂ ਕੈਲਕੁਲੀਆ ਤੋਂ ਤੁਸੀਂ ਸਮਝ, ਕੈਲਕੂਲੇਟਰ, ਠੀਕ ਹੈ। ਕੈਲਕੂਲੇਟਰ ਆਪਾਂ ਕਾਹਦੇ ਲਈ ਯੂਜ਼ ਕਰਦੇ ਹਾਂ, ਗੁਣਾ ਭਾਗ ਕਰਨ ਦੇ ਲਈ, ਠੀਕ ਹੈ, ਜੋੜਨ ਦੇ ਲਈ। ਤਾਂ ਕੈਲਕੂਲੇਟਰ ਨਾਲ ਪ੍ਰੋਬਲਮ ਹੈ, ਮਤਲਬ ਆਪਾਂ ਨੂੰ ਕੈਲਕੂਲੇਸ਼ਨ ਦੇ ਵਿੱਚ ਪ੍ਰੋਬਲਮ, ਮੈਥ ਦੇ ਵਿੱਚ ਪ੍ਰੋਬਲਮ ਹੈ, ਤਾਂ ਡਿਸਕੈਲਕੁਲੀਆ, ਠੀਕ ਹੈ ਜੀ। ਤਾਂ ਕੈਲਕੂਲੇਸ਼ਨ ਦੇ ਵਿੱਚ ਆਪਾਂ ਜੋੜ ਨਹੀਂ ਕਰ ਸਕਦੇ, ਠੀਕ ਹੈ, ਆਪਾਂ ਨੂੰ ਗੁਣਾ ਨਹੀਂ ਕਰਨੀ ਆਉਂਦੀ, ਤਾਂ ਉਹ ਡਿਸਕੈਲਕੁਲੀਆ ਦੀ ਪ੍ਰੋਬਲਮ ਉਹਨੂੰ ਮੰਨਿਆ ਜਾਂਦਾ। ਇਹ ਡਿਸੇਬਿਲਿਟੀ ਹੈ, ਠੀਕ ਹੈ ਜੀ, ਲਰਨਿੰਗ ਡਿਸੇਬਿਲਿਟੀ। ਇਹ ਤਿੰਨ ਆਪਣੀਆਂ ਲਰਨਿੰਗ ਡਿਸੇਬਿਲਿਟੀਜ਼ ਨੇ, ਬਹੁਤ ਇੰਪੋਰਟੈਂਟ ਨੇ, ਠੀਕ ਹੈ ਜੀ। ਸਕੈਮਾਂ ਦੀ ਧਾਰਨਾ ਕਿਹਦੀ ਹੈ। ਸਕੈਮਾ ਇਜ਼ ਕੋਇਨਡ ਬਾਈ ਜੀਨ ਪਿਆਜ਼ੇ, ਵਾਈਗੋਸਕੀ, ਕੋਹਲਬਰਗ ਜਾਂ ਬਿਨੇ। ਤਾਂ ਤੁਹਾਡਾ ਇੱਕ ਵੀ ਪੱਖ ਆਪਾਂ CDP ਦਾ ਇਹਦੇ ਵਿੱਚ ਮਿਸ ਨਹੀਂ ਹੋਣ ਦਿੰਦੇ, ਸਾਰੇ ਪੱਖ ਆਪਾਂ ਇੱਕੋ ਮੈਰਾਥਨ ਸੈਸ਼ਨ ਦੇ ਵਿੱਚ ਕੰਪਲੀਟ ਕਰ ਦੇਣੇ ਆ, ਠੀਕ ਹੈ ਜੀ। 100 ਦਾ 100 ਕੁਐਸਚਨ ਆਪਣੇ ਨਾਲ ਪੜ੍ਹਿਓ, ਠੀਕ ਹੈ ਜੀ। ਤਾਂ ਪੇਸ਼ੈਂਸ ਬਣਾ ਕੇ ਰੱਖੋ। ਸਕੈਮਾ ਕਿਹਨੇ ਕੋਇਨ ਕੀਤਾ, ਕਿਸ ਦੀ ਧਾਰਨਾ ਇਹ, ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 1, ਜੀਨ ਪਿਆਜ਼ੇ ਦੀ, ਠੀਕ ਹੈ ਜੀ। ਸਕੈਮਾ ਵੈਸੇ ਹੁੰਦਾ ਕੀ ਹੈ, ਇਹਦਾ ਮੈਂ ਨੀਚੇ ਤੁਹਾਨੂੰ ਦਿੱਤਾ ਹੋਇਆ, ਠੀਕ ਹੈ। ਆਪਾਂ ਇੱਕ ਵੀ ਫੈਕਟ ਤੁਹਾਡਾ ਮਿਸ ਨਹੀਂ ਹੋਣ ਦਿੰਦੇ। ਸਕੈਮਾ ਕਿਹਨੂੰ ਕਹਿੰਦੇ ਨੇ, ਪੈਕੇਟ ਆਫ ਇਨਫੋਰਮੇਸ਼ਨ ਸਟੋਰਡ ਇਨ ਲੌਂਗ ਟਰਮ ਮੈਮਰੀ, ਠੀਕ ਹੈ ਜੀ। ਆਪਣੇ ਮਾਈਂਡ ਦੇ ਵਿੱਚ ਇੱਕ ਫੋਲਡਰ ਬਣ ਜਾਂਦੇ ਨੇ, ਪੈਕੇਟ ਜਿਹਨੂੰ ਆਪਾਂ ਕਹਿੰਦੇ ਹਾਂ। ਅਲੱਗ-ਅਲੱਗ ਜਿਹੜੀ ਮੈਮਰੀ ਆ ਉਹ ਫਿੱਟ ਹੋ ਜਾਂਦੀ ਹੈ, ਫੋਲਡਰ ਬਣ ਜਾਂਦੇ ਨੇ, ਅਤੇ ਉਹ ਲੰਬੇ ਸਮੇਂ ਤੱਕ ਆਪਣੇ ਦਿਮਾਗ ਦੇ ਵਿੱਚ ਪਈ ਰਹਿੰਦੀ ਹੈ, ਉਹਨੂੰ ਆਪਾਂ ਕਹਿੰਦੇ ਹਾਂ ਸਕੈਮਾ, ਠੀਕ ਹੈ ਜੀ। ਤਾਂ ਉਹਨੂੰ ਜੀਨ ਪਿਆਜ਼ੇ ਨੇ ਕਿਹਾ ਇਹ ਸਕੈਮਾ। ਜੀਨ ਪਿਆਜ਼ੇ ਇਹ ਆਪਣੀ ਟਰਮ ਲੈ ਕੇ ਆਇਆ ਸੀ ਸਕੈਮਾ ਦੀ, ਤਾਂ ਜੀਨ ਪਿਆਜ਼ੇ ਆਨਸਰ। ਅਗਲਾ ਜਿਹੜਾ ਆਪਣਾ ਕੁਐਸਚਨ, ਸਮਾਜਿਕ ਸਿਰਜਣਾ ਦੀ ਧਾਰਨਾ ਕਿਹਦੀ ਹੈ। ਦੀ ਟਰਮ ਸੋਸ਼ਲ ਕੰਸਟਰਕਟਿਵਿਜ਼ਮ ਇਜ਼ ਕੁਆਇਨਡ ਬਾਈ ਜੀਨ ਪਿਆਜ਼ੇ, ਵਾਈਗੋਸਕੀ, ਕੋਹਲਬਰਗ ਜਾਂ ਬਿਨੇ। ਸਮਾਜਿਕ ਸਿਰਜਣਾ, ਕੰਸਟਰਕਟਿਵਿਜ਼ਮ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਆਊਗਾ। ਜਿੱਥੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਗਿਆ ਕਿ ਜਿੱਥੇ ਸਮਾਜ ਵਾਲਾ ਆ ਗਿਆ ਨਾ, ਸਮਾਜ ਵਾਲਾ, ਠੀਕ ਹੈ, ਸਮਾਜਿਕ ਸਿਰਜਣਾ, ਤਾਂ ਸੋਸ਼ਲ ਕੰਸਟਰਕਟਿਵਿਜ਼ਮ ਦੀ ਧਾਰਨਾ ਕਿਹਦੀ ਹੈ, ਵਾਈਗੋਸਕੀ ਆਊਗਾ ਉੱਥੇ, ਠੀਕ ਹੈ ਜੀ। ਸਮਾਜਿਕ ਤੁਸੀਂ ਯਾਦ ਰੱਖੋ, ਜਿੱਥੇ ਸਮਾਜਿਕ ਆ ਗਿਆ ਤਾਂ ਉੱਥੇ ਵਾਈਗੋਸਕੀ ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿੱਖਣ ਬੌਧਿਕ ਵਿਕਾਸ ਉੱਪਰ ਆਧਾਰਿਤ ਹੈ। ਲਰਨਿੰਗ ਡਿਪੈਂਡ ਅਪੋਨ ਕੋਗਨੇਟਿਵ ਡਿਵੈਲਪਮੈਂਟ, ਹਮੇਸ਼ਾ, ਕਦੇ ਕਦੇ, ਕਦੇ ਨਹੀਂ, ਜਾਂ ਕੈਲਕੂਲੇਸ਼ਨ ਦੇ ਵਿੱਚ ਜਾਂ ਗਣਨਾ ਦੇ ਵਿੱਚ। ਤਾਂ ਜਿਹੜੀ ਆਪਣੀ ਲਰਨਿੰਗ ਹੈ ਉਹ ਆਪਣੇ ਕੋਗਨੇਟਿਵ ਡਿਵੈਲਪਮੈਂਟ ਦੇ ਉੱਤੇ ਆਧਾਰਿਤ ਹੈ। ਕਦੋਂ ਆਧਾਰਿਤ ਹੈ, ਤਾਂ ਇਹਦਾ ਆਨਸਰ ਆਊਗਾ 1, ਹਮੇਸ਼ਾ, ਆਲਵੇਜ਼, ਠੀਕ ਹੈ ਜੀ। ਤਾਂ ਉਹ ਹਮੇਸ਼ਾ ਆਪਾਂ ਨੂੰ ਪਤਾ ਹੀ ਹੈ, ਆਪਣੇ ਜਦੋਂ ਆਪਾਂ ਸਿੱਖਣਾ ਤਾਂ ਆਪਾਂ ਕਾਹਦੇ ਨਾਲ ਸਿੱਖਾਂਗੇ, ਆਪਾਂ ਦਿਮਾਗ ਨਾਲ ਸਿੱਖਾਂਗੇ। ਆਪਣਾ ਜੇ ਆਪਣੇ 'ਚ ਇੰਟੈਲੀਜੈਂਸ ਹੋਊ ਤਾਂ ਆਪਾਂ ਫੇਰ ਹੀ ਸਿੱਖਾਂਗੇ, ਠੀਕ ਹੈ ਜੀ। ਜੇ ਆਪਣਾ ਬੌਧਿਕ ਵਿਕਾਸ ਹੋਇਆ ਹੋਊ, ਜੇ ਆਪਣਾ ਦਿਮਾਗ ਦਾ ਵਿਕਾਸ ਹੋਇਆ ਹੋਊ, ਤਾਂ ਆਪਾਂ ਹਮੇਸ਼ਾ ਸਿੱਖਾਂਗੇ, ਠੀਕ ਹੈ ਜੀ। ਤਾਂ ਹਮੇਸ਼ਾ ਮਤਲਬ ਇਹਦੇ ਨਾਲ ਆਨਸਰ ਆਊਗਾ ਇਹਦਾ ਹਮੇਸ਼ਾ। ਤਾਂ ਹਮੇਸ਼ਾ ਹੀ ਇਹਦੇ ਨਾਲ ਸੰਬੰਧ ਹੈ ਆਪਣੇ ਬੌਧਿਕ ਵਿਕਾਸ ਦੇ ਨਾਲ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਕੈਫੋਲਡਿੰਗ ਸ਼ਬਦ ਦਾ ਸਭ ਤੋਂ ਪਹਿਲਾਂ ਪ੍ਰਯੋਗ ਕਿਹਨੇ ਕੀਤਾ। ਸਕੈਫੋਲਡਿੰਗ ਵਰਡ ਇਜ਼ ਫਸਟ ਯੂਜ਼ਡ ਬਾਏ ਬਰੂਨਰ, ਵਾਈਗੋਸਕੀ, ਜੀਨ ਪਿਆਜ਼ੇ ਜਾਂ ਕੋਹਲਬਰਗ। ਸਕੈਫੋਲਡਿੰਗ ਕੀ ਹੁੰਦਾ ਹੈ। ਸਕੈਫੋਲਡਿੰਗ ਇੱਕ ਟੈਂਪਰੇਰੀ ਹੈਲਪ ਹੁੰਦੀ ਹੈ। ਮੰਨ ਲਓ ਕਿਸੇ ਬੱਚੇ ਨੇ ਸਾਈਕਲ ਚਲਾਉਣਾ ਸਿੱਖਣਾ, ਠੀਕ ਹੈ ਜੀ। ਤਾਂ ਜਿੰਨਾ ਟਾਈਮ ਉਹ ਸਿੱਖਦਾ ਨਹੀਂ, ਤਾਂ ਆਪਾਂ ਉਹਨੂੰ ਸਾਈਕਲ ਨੂੰ ਫੜ ਕੇ, ਠੀਕ ਹੈ, ਤਾਂ ਉਹਨੂੰ ਸਾਈਕਲ ਦੇ ਉੱਤੇ ਚੜਾਉਂਦੇ ਹਾਂ, ਅਤੇ ਹੌਲੀ ਹੌਲੀ ਉਹ ਪੈਡਲ ਮਾਰਨੇ ਸਿੱਖਦਾ, ਹੌਲੀ ਹੌਲੀ ਸਿੱਖਦਾ, ਮਤਲਬ ਉਹ ਸਾਈਕਲ ਨੂੰ। ਤਾਂ ਜਿੰਨਾ ਟਾਈਮ ਉਹ ਸਿੱਖ ਨਹੀਂ ਪਾਉਂਦਾ,
ਉਹਨਾਂ ਟਾਈਮ ਜਿਹੜੀ ਆਪਾਂ ਹੈਲਪ ਉਹਨੂੰ ਦਿੰਦੇ ਹਾਂ ਉਹਨੂੰ ਸਕੈਫੋਲਡਿੰਗ ਕਿਹਾ ਜਾਂਦਾ, ਉਹਨੂੰ ਟੈਂਪਰੇਰੀ ਹੈਲਪ ਕਿਹਾ ਜਾਂਦਾ। ਠੀਕ ਹੈ ਜੀ, ਟੈਂਪਰੇਰੀ ਹੈਲਪ ਹੁੰਦੀ ਹੈ ਸਕੈਫੋਲਡਿੰਗ। ਤਾਂ ਜਦੋਂ ਉਹ ਸਿੱਖ ਜਾਂਦਾ ਤਾਂ ਉਦੋਂ ਉਹਨੂੰ ਹੈਲਪ ਦੀ ਲੋੜ ਨਹੀਂ ਪੈਂਦੀ, ਤਾਂ ਇਹ ਟੈਂਪਰੇਰੀ ਹੈਲਪ ਹੁੰਦੀ ਹੈ। ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 1 ਆਊਗਾ। ਬਰੂਨਰ ਨੇ ਇਹ ਸ਼ਬਦ ਦਾ ਸਭ ਤੋਂ ਪਹਿਲਾਂ ਪ੍ਰਯੋਗ ਕੀਤਾ ਸੀ, ਸਕੈਫੋਲਡਿੰਗ। ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਜਦੋਂ ਬੱਚਾ ਅੱਖ, ਕੰਨ ਅਤੇ ਹੱਥਾਂ ਦਾ ਦੌਰਾ ਸਿੱਖਦਾ ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ? ਵੈਨ ਅ ਚਾਈਲਡ ਲਰਨ ਵਿਦ ਆਈਜ਼, ਈਅਰਸ, ਹੈਂਡਸ ਐਟਸੈਟਰਾ। ਠੀਕ ਹੈ ਜੀ, ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ? ਸੈਂਸਰੀ ਮੋਟਰ, ਪ੍ਰੀ ਆਪਰੇਸ਼ਨਲ, ਅਡੋਲੇਸੈਂਸ ਜਾਂ ਅਡਲਟਹੁੱਡ। ਅੱਖ, ਕੰਨ ਅਤੇ ਹੱਥਾਂ ਦੌਰਾ ਮਤਲਬ ਛੂਹ ਕੇ ਸਿੱਖਦਾ, ਅੱਖਾਂ ਨਾਲ ਦੇਖ ਕੇ, ਕੰਨਾਂ ਨਾਲ ਸੁਣ ਕੇ, ਤਾਂ ਉਹ ਸੈਂਸਸ ਦੇ ਨਾਲ ਸਿੱਖ ਰਿਹਾ। ਠੀਕ ਹੈ, ਇੱਥੋਂ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 1 ਆਊਗਾ। ਸੈਂਸਰੀ ਮੋਟਰ ਜਿਹੜੀ ਆਪਣੀ ਹੁੰਦੀ ਹੈ ਜਦੋਂ ਬੱਚਾ ਛੋਟਾ ਹੁੰਦਾ ਬਿਲਕੁਲ, ਠੀਕ ਹੈ, ਤਾਂ ਉਹ ਜਿਹੜੀ ਸਟੇਜ ਹੁੰਦੀ ਹੈ ਉਦੋਂ ਬੱਚਾ ਅੱਖਾਂ, ਕੰਨਾਂ ਅਤੇ ਹੱਥਾਂ ਨਾਲ ਛੂਹ ਕੇ ਸਿੱਖਦਾ, ਸੈਂਸਸ ਦੁਆਰਾ ਸਿੱਖਦਾ। ਠੀਕ ਹੈ, ਜਿਹੜੇ ਆਪਣੇ ਸੈਂਸਰ ਨਹੀਂ ਹੁੰਦੇ, ਜਿਵੇਂ ਆਪਾਂ ਸੈਂਸਰ ਕਹਿ ਦਿੰਦੇ ਹਾਂ, ਤਾਂ ਉਹ ਬੱਚੇ ਦੇ ਸੈਂਸਰ ਹੁੰਦੇ ਨੇ, ਉਹਨਾਂ ਦੁਆਰਾ ਸਿੱਖਦਾ ਉਹ, ਤਾਂ ਉਹਨੂੰ ਸੈਂਸਰੀ ਮੋਟਰ ਸਕਿੱਲ ਕਿਹਾ ਜਾਂਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪਹਿਲਾਂ ਤੋਂ ਮੌਜੂਦ ਗਿਆਨ ਵਿੱਚ ਹੋਰ ਗਿਆਨ ਦਾਖਲ ਕਰਨਾ ਕੀ? ਫਿਟਿੰਗ ਨਿਊ ਸਕੈਮਾ ਇਨ ਐਗਜ਼ਿਸਟਿੰਗ ਨੌਲੇਜ ਇਜ਼ ਕਾਲਡ ਅਸਿਮੀਲੇਸ਼ਨ, ਅਕਮੋਡੇਸ਼ਨ, ਔਰਗੇਨਾਈਜੇਸ਼ਨ ਜਾਂ ਆਲ ਆਫ ਦੀ ਅਬਵ। ਮੰਨ ਲਓ ਪਹਿਲਾਂ ਆਪਣੇ ਕੋਲ ਇੱਕ ਗਿਆਨ ਦਾ ਪੈਕੇਟ ਪਿਆ, ਫੋਲਡਰ ਜਿਹਨੂੰ ਆਪਾਂ ਕਹਿੰਦੇ ਹਾਂ, ਆਪਣੇ ਦਿਮਾਗ 'ਚ ਬਣਿਆ ਪਿਆ, ਉਹਦੇ ਵਿੱਚ ਹੀ ਆਪਾਂ ਹੋਰ ਗਿਆਨ ਐਡ ਕਰ ਰਹੇ ਹਾਂ। ਠੀਕ ਹੈ, ਐਗਜ਼ਿਸਟਿੰਗ ਦੇ ਵਿੱਚ, ਐਗਜ਼ਿਸਟਿੰਗ ਮਤਲਬ ਜਿਹੜਾ ਪਹਿਲਾਂ ਤੋਂ ਪਿਆ, ਉਹਦੇ ਵਿੱਚ ਆਪਾਂ ਇੱਕ ਹੋਰ ਐਡ ਕਰ ਰਹੇ ਹਾਂ, ਤਾਂ ਉਹਨੂੰ ਕੀ ਕਿਹਾ ਜਾਂਦਾ? ਉਹਨੂੰ ਕਿਹਾ ਜਾਂਦਾ ਅਸਿਮੀਲੇਸ਼ਨ, ਸਮਾਈਕਰਨ ਜਿਹਨੂੰ ਕਹਿੰਦੇ। ਠੀਕ ਹੈ, ਉਹਨੂੰ ਉਹਦੇ ਵਿੱਚ ਸਮਾਉਣਾ, ਅਸਿਮੀਲੇਸ਼ਨ। ਠੀਕ ਹੈ, ਤੁਸੀਂ ਯਾਦ ਰੱਖਿਓ, ਉਹਨੂੰ ਅਸਿਮੀਲੇਸ਼ਨ ਕਿਹਾ ਜਾਂਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਜੈਨੇਟਿਕ ਗਿਆਨ ਵਿਗਿਆਨ ਦੀ ਧਾਰਨਾ ਕਿਹਦੀ ਹੈ? ਕਨਸੈਪਟ ਆਫ ਜੈਨੇਟਿਕ ਐਪੀਸਟੈਮੋਲੋਜੀ ਇਜ਼ ਗਿਵਨ ਬਾਏ ਜੀਨ ਪਿਆਜ਼ੇ, ਕੋਹਲਬਰਗ, ਵਾਈਗੋਸਕੀ ਜਾਂ ਵਿਨੇ। ਜੈਨੇਟਿਕ ਗਿਆਨ ਵਿਗਿਆਨ ਦੀ ਧਾਰਨਾ ਕਿਸ ਦੀ ਹੈ? ਤਾਂ ਆਪਾਂ ਇਸ ਮੈਰਾਥਨ ਸੈਸ਼ਨ ਦੇ ਵਿੱਚ ਤੁਹਾਡਾ CDP ਦਾ ਇੱਕ ਵੀ ਪੱਖ ਆਪਾਂ ਮਿਸ ਨਹੀਂ ਕਰਦੇ, ਤੁਸੀਂ ਖੁਦ ਦੇਖ ਰਹੇ ਹੋ। ਠੀਕ ਹੈ ਜੀ, ਕਿ ਆਪਾਂ CDP ਦਾ ਇੱਕ ਜਿਹੜਾ ਕੁਐਸਚਨ ਹੈ, ਇੱਕ ਜਿਹੜਾ ਤੁਹਾਡਾ ਕਨਸੈਪਟ ਹੈ ਉਹ ਕਲੀਅਰ ਹੁੰਦਾ ਜਾਂਦਾ ਨਾਲ ਦੀ ਨਾਲ। ਠੀਕ ਹੈ, ਤਾਂ ਜਿਹੜੀ ਜੈਨੇਟਿਕ ਐਪੀਸਟੈਮੋਲੋਜੀ ਹੈ, ਇਹਦਾ ਆਨਸਰ ਹੋਊਗਾ ਜੀਨ ਪਿਆਜ਼ੇ। ਇਹਦੀ ਜਿਹੜੀ ਧਾਰਨਾ ਕਿਹਨੇ ਕੁਆਇਨ ਕੀਤੀ ਹੈ? ਜੀਨ ਪਿਆਜ਼ੇ ਨੇ। ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਸ਼ਾ ਵਿੱਚ ਅਰਥ ਦੀ ਛੋਟੀ ਇਕਾਈ ਕਿਹੜੀ? ਅਰਥ ਦੀ ਪੁੱਛਿਆ, ਇਹ ਤੁਸੀਂ ਯਾਦ ਰੱਖਿਓ। ਠੀਕ ਹੈ, ਸਮਾਲੈਸਟ ਯੂਨਿਟ ਆਫ ਮੀਨਿੰਗ ਇਨ ਲੈਂਗੁਏਜ, ਮੋਰਫੀਮ, ਫਨੀਮ, ਸਿੰਟੈਕਸ ਜਾਂ ਪ੍ਰੈਗਮੈਟਿਕਸ। ਭਾਸ਼ਾ ਵਿੱਚ ਅਰਥ ਦੀ ਛੋਟੀ ਤੋਂ ਛੋਟੀ ਇਕਾਈ। ਠੀਕ ਹੈ ਜੀ, ਤਾਂ ਜਿਹੜੀ ਭਾਸ਼ਾ ਦੀ ਹੁੰਦੀ ਹੈ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀ ਹੁੰਦੀ ਹੈ? ਧੁਨੀ, ਜਿਹਨੂੰ ਆਪਾਂ ਕਹਿੰਦੇ ਹਾਂ ਫਨੀਮ। ਠੀਕ ਹੈ ਜੀ, ਤਾਂ ਇਹਦੇ 'ਚ ਆਪਾਂ ਨੂੰ ਅਰਥ ਦੀ ਪੁੱਛਿਆ, ਤਾਂ ਇਹਦਾ ਆਨਸਰ ਆਊਗਾ, ਆਨਸਰ ਨੰਬਰ 1 ਮੋਰਫੀਮ ਹੁੰਦੀ ਹੈ। ਠੀਕ ਹੈ, ਤੁਸੀਂ ਯਾਦ ਰੱਖਿਓ। ਇਹ ਡਾਇਰੈਕਟ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦਾ। ਇਹ ਸਾਰੇ ਕੁਐਸਚਨ ਆਪਣੇ ਡਾਇਰੈਕਟ ਪੇਪਰਾਂ ਦੇ ਵਿੱਚ ਆਏ ਹੋਏ ਕੁਐਸਚਨ, ਅਤੇ ਅੱਗੇ ਵੀ ਤੁਹਾਨੂੰ ਇਹੀ ਦੇਖਣ ਨੂੰ ਮਿਲਣਗੇ, ਕਿਉਂਕਿ ਸੇਮ ਹੀ ਕੁਐਸਚਨ ਵਾਰ-ਵਾਰ ਰਿਪੀਟ ਹੋਏ ਨੇ ਕਈ ਵਾਰੀ। ਤਾਂ ਅਰਥ ਦੀ ਛੋਟੀ ਇਕਾਈ ਕਿਹੜੀ ਹੈ? ਮੋਰਫੀਮ। ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਅਕਤੀਗਤ ਯੋਗਤਾਵਾਂ ਦਾ ਵਧਣਾ ਕੀ ਕਹਾਉਂਦਾ? ਐਕਸਪੈਂਸ਼ਨ ਆਫ ਐਨ ਇੰਡੀਵਿਜੂਅਲ ਕੈਪੈਸਿਟੀਜ਼ ਇਜ਼ ਕਾਲਡ। ਠੀਕ ਹੈ ਜੀ, ਜਿਹੜੀਆਂ ਆਪਣੀਆਂ ਯੋਗਤਾਵਾਂ ਵੱਧ ਰਹੀਆਂ ਨੇ। ਠੀਕ ਹੈ, ਯੋਗਤਾਵਾਂ ਵਧਣਾ ਕੀ ਕਹਾਉਂਦਾ? ਗਰੋਥ ਕਹਾਉਂਦੀ ਹੈ, ਡਿਵੈਲਪਮੈਂਟ, ਮੈਚੂਰੇਸ਼ਨ ਜਾਂ ਆਲ ਆਫ ਦੀ ਅਬਵ। ਇਹ ਤੁਹਾਡਾ ਕਾਮਨ ਸੈਂਸ ਬੇਸਡ ਕੁਐਸਚਨ ਹੈ। ਠੀਕ ਹੈ ਜੀ, ਕੈਪੈਸਿਟੀਜ਼ ਵੱਧਦੀਆਂ ਜਦੋਂ ਆਪਣੀਆਂ, ਠੀਕ ਹੈ, ਤਾਂ ਕੈਪੈਸਿਟੀਜ਼ ਆਪਣੀਆਂ ਯੋਗਤਾਵਾਂ ਵੱਧ ਰਹੀਆਂ। ਠੀਕ ਹੈ, ਤਾਂ ਇਹਨੂੰ ਆਪਾਂ ਕੀ ਕਹਾਂਗੇ? ਡਿਵੈਲਪਮੈਂਟ ਕਹਾਂਗੇ। ਇਹਦਾ ਆਨਸਰ ਆਊਗਾ 2, ਡਿਵੈਲਪਮੈਂਟ ਕਹਾਂਗੇ। ਠੀਕ ਹੈ, ਤਾਂ ਇਹ ਕਿਉਂਕਿ ਇਹ ਕੁਆਲੀਟੇਟਿਵ ਚੀਜ਼ਾਂ ਨੇ। ਜਿਹੜੀ ਚੀਜ਼ ਕੁਆਲੀਟੇਟਿਵ ਹੈ ਉਹ ਡਿਵੈਲਪਮੈਂਟ ਦੇ ਵਿੱਚ ਆਊਗੀ। ਜਿਹੜੀ ਚੀਜ਼ ਕੁਆਂਟੀਟੇਟਿਵ ਹੈ, ਜਿਹਦੇ ਵਿੱਚ ਆਪਾਂ ਜਿਹਨੂੰ ਮਿਣ ਤੋਲ ਸਕਦੇ ਹਾਂ, ਜਿਵੇਂ ਕਿ ਆਪਣਾ ਭਾਰ ਹੋ ਗਿਆ, ਆਪਣਾ ਕੱਦ ਹੋ ਗਿਆ, ਠੀਕ ਹੈ, ਤਾਂ ਉਹ ਸਾਰੇ ਗਰੋਥ ਦੇ ਵਿੱਚ ਆਉਣਗੇ। ਠੀਕ ਹੈ, ਤਾਂ ਜਿਹੜਾ ਕੁਆਲੀਟੇਟਿਵ ਚੇਂਜ ਆਊ ਉਹ ਆਪਣਾ ਡਿਵੈਲਪਮੈਂਟ ਦੇ ਵਿੱਚ ਆਊ, ਜਿਹੜਾ ਕੁਆਂਟੀਟੇਟਿਵ ਆਊ ਆਪਣਾ ਗਰੋਥ ਦੇ ਵਿੱਚ ਆਊ। ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕੱਦ ਭਾਰ ਦਾ ਵਧਣਾ ਕੀ ਕਹਾਉਂਦਾ? ਇਨਕਰੀਜ਼ ਆਫ ਹਾਈਟ ਐਂਡ ਵੇਟ ਇਜ਼ ਕਾਲਡ ਗਰੋਥ, ਡਿਵੈਲਪਮੈਂਟ, ਮੈਚੂਰੇਸ਼ਨ, ਆਲ ਆਫ ਦੀ ਅਬਵ। ਇਹ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਗਏ। ਮੈਰਾਥਨ ਦਾ ਮਤਲਬ ਇਹ ਨਹੀਂ ਕਿ ਮੈਂ ਤੁਹਾਡੇ ਅੱਗੇ 6-7 ਘੰਟਿਆਂ ਦੀ ਕਲਾਸ ਰੱਖਦਾ। ਠੀਕ ਹੈ, ਤਾਂ ਮੇਰੇ ਖਿਆਲ ਦੇ ਵਿੱਚ ਮੈਰਾਥਨ ਉਹ ਹੈ ਕਿ ਜਿਹਦੇ ਵਿੱਚ ਤੁਹਾਡੀ ਇੱਕੋ ਸਿਟਿੰਗ ਦੇ ਵਿੱਚ ਤੁਹਾਡਾ ਵਧੀਆ ਤਰੀਕੇ ਨਾਲ ਤੁਹਾਡੀ ਰਿਵੀਜ਼ਨ ਹੋ ਜੇ ਤੁਹਾਡੇ ਸਾਰੇ ਸਬਜੈਕਟ ਦੀ। ਠੀਕ ਹੈ, ਤਾਂ ਉਹ ਕਿੰਨਾ ਵੀ ਟਾਈਮ ਹੋ ਸਕਦਾ। ਟਾਈਮ ਲਿਮਿਟ ਉਹਨੂੰ ਆਪਾਂ ਮਿਣ ਨਹੀਂ ਸਕਦੇ ਕਿ ਆਪਾਂ ਇੰਨੀ ਟਾਈਮ ਲਿਮਿਟ ਰੱਖਣੀ ਹੈ। ਠੀਕ ਹੈ, ਤਾਂ ਜੇਕਰ ਮੈਂ ਤੁਹਾਡੇ ਲਈ ਟਾਈਮ ਲਿਮਿਟ ਰੱਖ ਕੇ ਮਤਲਬ ਪਹਿਲਾਂ ਤੋਂ ਸੈੱਟ ਕਰਕੇ ਤੁਹਾਡੇ ਲਈ ਵੀਡੀਓ ਲੈ ਕੇ ਆ ਰਿਹਾ, ਤਾਂ ਇਹਦਾ ਮਤਲਬ ਮੈਂ ਇੱਕ ਆਰਟੀਫਿਸ਼ੀਅਲ ਕੰਮ ਕਰ ਰਿਹਾ। ਠੀਕ ਹੈ ਜੀ, ਤਾਂ ਇਹਦਾ ਮਤਲਬ ਇਹ ਹੈ ਕਿ ਮੈਂ ਸਿਰਫ ਆਪਣਾ ਕੰਮ ਕਰ ਰਿਹਾ ਕਿ ਮੇਰਾ ਕੰਮ ਕਲੀਅਰ ਹੋ ਜੇ। ਠੀਕ ਹੈ, ਸਟੂਡੈਂਟਸ ਦਾ ਮੈਂ ਨਹੀਂ ਸੋਚ ਰਿਹਾ। ਬਟ ਮੈਨੂੰ ਇਹ ਹੈ ਕਿ ਤੁਹਾਡਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਹੋਵੇ। ਠੀਕ ਹੈ ਜੀ, ਕਲਾਸ ਦਾ ਕੋਈ ਟਾਈਮਿੰਗ ਨਹੀਂ, 1 ਘੰਟੇ ਦੀ ਵੀ ਰਹਿ ਸਕਦੀ ਹੈ, ਜ਼ਿਆਦਾ ਵੀ 10-20 ਮਿੰਟ ਜ਼ਿਆਦਾ ਹੋ ਸਕਦੇ ਨੇ। ਠੀਕ ਹੈ, ਤਾਂ ਮੈਂ ਘੱਟ ਤੋਂ ਘੱਟ ਟਾਈਮ ਲਿਮਿਟ ਰੱਖਦਾ ਹੁੰਦਾ ਕਿ ਬੱਚੇ ਬੋਰਿੰਗ ਨਾ ਹੋਣ ਅਤੇ ਫਾਇਦਾ ਉਹਨਾਂ ਦਾ ਜ਼ਿਆਦਾ ਤੋਂ ਜ਼ਿਆਦਾ ਹੋਵੇ ਇੱਕੋ ਸਿਟਿੰਗ ਦੇ ਵਿੱਚ।
ठीक है। मेरा मतलब थाउट प्रोसैस ये है, ठीक है जी। ਤਾਂ ਇਨਕਰੀਜ਼ ਆਫ ਹਾਈਟ ਐਂਡ ਵੇਟ ਇਹਨੂੰ ਕੀ ਕਹਿੰਦੇ ਨੇ, ਤਾਂ ਇਹ ਵਾਧਾ ਕਹਿੰਦੇ ਨੇ। ਮੈਂ ਤੁਹਾਨੂੰ ਪਿਛਲੇ ਕੁਐਸਚਨ ਦੇ ਵਿੱਚ ਵੀ ਕਲੀਅਰ ਕਰ ਗਿਆ ਕਿ ਜਿਹੜਾ ਆਪਣਾ ਭਾਰ ਵੱਧਦਾ, ਆਪਣਾ ਕੱਦ ਵੱਧਦਾ, ਉਹ ਵਾਧਾ ਕਹਾਉਂਦਾ, ਉਹ ਕੁਆਂਟੀਟੇਟਿਵ ਚੇਂਜ ਹੈ ਆਪਣੇ ਵਿੱਚ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਅਧਿਆਪਨ ਸਿੱਖਣ ਪ੍ਰਕਿਰਿਆ ਮੌਲਿਕ ਪੱਧਰ 'ਤੇ ਪੂਰੀ ਹੁੰਦੀ ਹੈ। ਟੀਚਿੰਗ ਲਰਨਿੰਗ ਪ੍ਰੋਸੈਸ ਇਜ਼ ਫੰਡਾਮੈਂਟਲੀ ਕੰਪਲੀਟਡ ਇਨ ਕਲਾਸਰੂਮ, ਹੋਮ, ਸੋਸਾਇਟੀ, ਸਕੂਲ। ਤਾਂ ਤੁਸੀਂ ਬੈਸਟ ਆਨਸਰ ਚੁਣਨਾ, ਠੀਕ ਹੈ ਜੀ। ਇਹ ਵੀ ਤੁਸੀਂ ਧਿਆਨ ਰੱਖਣਾ ਨਾਲ ਦੀ ਨਾਲ, ਬੈਸਟ ਆਨਸਰ ਤੁਹਾਡਾ ਹੋਣਾ ਚਾਹੀਦਾ। ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 1 ਆਊ, ਕਲਾਸਰੂਮ, ਠੀਕ ਹੈ ਜੀ। ਇਹਦੇ ਵਿੱਚ ਜੇ ਕਲਾਸਰੂਮ ਨਾ ਹੁੰਦਾ ਤਾਂ ਸਕੂਲ ਆਉਂਦਾ, ਠੀਕ ਹੈ ਜੀ। ਤਾਂ ਬੈਸਟ ਆਨਸਰ ਚੁਣਨਾ, ਕਿਉਂਕਿ ਸਕੂਲ ਤੋਂ ਬਾਅਦ ਅੱਗੇ ਦੀ ਚੀਜ਼ ਦਿੱਤੀ ਪਈ ਹੈ ਕਲਾਸਰੂਮ, ਠੀਕ ਹੈ। ਕਿਉਂਕਿ ਆਪਾਂ ਕਲਾਸਰੂਮ ਦੇ ਵਿੱਚ ਜਾ ਕੇ ਬੈਠਦੇ ਹਾਂ, ਉੱਥੇ ਆਪਣਾ ਇੰਟਰੈਕਸ਼ਨ ਹੁੰਦਾ ਟੀਚਰ ਦੇ ਨਾਲ, ਠੀਕ ਹੈ। ਉੱਥੇ ਆਪਾਂ ਕੁਐਸਚਨ ਆਨਸਰ ਉਹਨੂੰ ਪੁੱਟ ਕਰਦੇ ਹਾਂ, ਤਾਂ ਇਹਦਾ ਆਨਸਰ ਆਊਗਾ ਕਲਾਸਰੂਮ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਫੈਲੋਕੌਡਲ ਇੱਕ ਵਾਧੇ ਦੀ ਦਿਸ਼ਾ ਹੈ ਜੋ ਕਿਹੜੀ ਦਿਸ਼ਾ ਵਿੱਚ ਵਾਪਰਦੀ ਹੈ। ਸਫੈਲੋਕੌਡਲ ਇਜ਼ ਅ ਗਰੋਥ ਪ੍ਰੋਸੈਸ ਓਕਰਸ ਇਨ ਵਿਚ ਡਾਇਰੈਕਸ਼ਨ, ਹੈਡ ਟੂ ਟੋ, ਇਨਰ ਟੂ ਆਊਟਰ, ਲੈਫਟ ਟੂ ਰਾਈਟ, ਆਲ ਆਫ ਦੀ ਅਬਵ। ਸਫੈਲੋਕੌਡਲ ਮੈਂ ਤੁਹਾਨੂੰ ਧਾਰਨਾ ਪਹਿਲਾਂ ਵੀ ਸਮਝਾਈ ਹੈ, ਆਪਣੇ ਪਿਛਲੇ ਜਿੰਨੇ ਵੀ ਸੈਸ਼ਨ ਕੰਪਲੀਟ ਹੋਏ ਨੇ। ਵੈਸੇ ਤਾਂ ਸਾਰੇ ਕੁਐਸਚਨ ਹੀ ਆਪਾਂ ਉਹਦੇ ਵਿੱਚ ਮੋਸਟਲੀ ਕਰਵਾਏ ਹੋਏ ਨੇ, ਠੀਕ ਹੈ। ਤਾਂ ਇਹ ਮੈਂ ਤੁਹਾਨੂੰ ਵਾਰ-ਵਾਰ ਤਾਂ ਰਿਪੀਟ ਕਰਵਾ ਰਿਹਾ ਕਿਉਂਕਿ ਇਹੀ ਕੁਐਸਚਨ ਸੇਮ ਵਾਰ-ਵਾਰ ਪੁੱਛੇ ਜਾਂਦੇ ਨੇ। ਤਾਂ ਸਫੈਲੋਕੌਡਲ ਜਿਹੜੀ ਆਪਣੀ ਵਾਪਰਦੀ ਹੈ, ਹੈਡ ਟੂ ਟੋ ਵਾਪਰਦੀ ਹੈ, ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ, ਜਿਹਨੂੰ ਆਪਾਂ ਕਹਿੰਦੇ ਹਾਂ, ਇਹਨੂੰ ਸਫੈਲੋਕੌਡਲ ਕਹਿੰਦੇ ਨੇ। ਜਿਹੜੀ ਆਪਣੀ ਗਰੋਥ ਹੁੰਦੀ ਹੈ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪ੍ਰੋਕਸੀਮੋਡਿਸਟਲਿਕ ਵਾਧੇ ਦੀ ਦਿਸ਼ਾ ਜੋ ਕਿਹੜੀ ਦਿਸ਼ਾ ਵਿੱਚ ਵਾਪਰਦੀ ਹੈ। ਸਫੈਲੋਕੌਡਲ ਤੁਹਾਨੂੰ ਪਤਾ ਲੱਗ ਗਿਆ ਕਿ ਹੈਡ ਟੂ ਟੋ, ਤਾਂ ਜਿਹੜੀ ਇਹ ਵਾਪਰਦੀ ਹੈ ਹੁੰਦੀ ਹੈ ਇਨਰ ਟੂ ਆਊਟਰ, ਅੰਦਰ ਤੋਂ ਬਾਹਰ ਵੱਲ। ਜਿਹੜੀ ਪ੍ਰੋਕਸੀਮੋਡਿਸਟਲ ਹੁੰਦੀ ਹੈ ਇਹ ਅੰਦਰ ਤੋਂ ਬਾਹਰ ਵੱਲ ਵਾਪਰਦੀ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪਿਆਜ਼ੇ ਅਨੁਸਾਰ ਬੌਧਿਕ ਵਿਕਾਸ ਦਾ ਤੀਜਾ ਚਰਨ ਕਿਹੜਾ ਹੈ। ਦੀ ਥਰਡ ਸਟੇਜ ਆਫ ਕੋਗਨੀਟਿਵ ਡਿਵੈਲਪਮੈਂਟ ਅਕੋਰਡਿੰਗ ਟੂ ਪਿਆਜ਼ੇ, ਸੈਂਸਰੀ ਮੋਟਰ, ਪ੍ਰੀ ਓਪਰੇਸ਼ਨਲ, ਕੰਕਰੀਟ ਓਪਰੇਸ਼ਨਲ, ਫਾਰਮਲ ਓਪਰੇਸ਼ਨਲ, ਠੀਕ ਹੈ ਜੀ। ਤਾਂ ਇਹ ਚਾਰੋਂ ਸਟੇਜਸ ਇਹ ਕਿਸ ਦੀਆਂ ਸਟੇਜਸ ਨੇ, ਪਿਆਜ਼ੇ ਦੀਆਂ ਨੇ। ਇਹ ਤੁਸੀਂ ਯਾਦ ਰੱਖਿਓ, ਠੀਕ ਹੈ। ਇਹ ਐਗਜ਼ੈਕਟ 4 ਸਟੇਜਸ ਇਹਨੇ ਦਿੱਤੀਆਂ ਸੀਗੀਆਂ ਆਪਣੀਆਂ ਕੋਗਨੀਟਿਵ ਡਿਵੈਲਪਮੈਂਟ ਦੀਆਂ, ਇਹ ਤੁਸੀਂ ਯਾਦ ਰੱਖਿਓ, ਠੀਕ ਹੈ ਜੀ। ਤਾਂ ਇਹ ਪਿਆਜ਼ੇ ਦੀਆਂ ਹੀ ਸਟੇਜਸ ਨੇ, ਇਹ ਤੁਸੀਂ ਯਾਦ ਰੱਖਣਾ। ਤਾਂ ਉਹ ਕਿਹੜੀ ਸਟੇਜ ਹੈ, ਜਿਹੜਾ ਤੀਸਰਾ ਚਰਨ ਹੈ। ਤਾਂ ਕਈ ਵਾਰੀ ਤੁਹਾਨੂੰ ਕੁਐਸਚਨ ਇਹੋ ਜਿਹੇ ਵੀ ਆ ਜਾਂਦੇ ਜਿਹੜੇ ਸਿੰਪਲ ਹੁੰਦੇ ਨੇ, ਮਤਲਬ ਅਟੈਂਪਟ ਕਰਨੇ। ਅਤੇ ਇਹਦਾ ਆਨਸਰ ਆਊਗਾ ਆਨਸਰ ਨੰਬਰ 3, ਕੰਕਰੀਟ ਆਪਰੇਸ਼ਨਲ। ਇਹਨੇ ਐਗਜ਼ੈਕਟ ਹੀ ਪਾਈਆਂ ਪਈਆਂ, ਠੀਕ ਹੈ, ਸੀਰੀਜ਼ ਵਾਈਜ਼ ਹੀ ਪਾਈਆਂ ਪਈਆਂ ਆਪਸ਼ਨ ਦੇ ਵਿੱਚ। ਤਾਂ ਕੰਕਰੀਟ ਆਪਰੇਸ਼ਨਲ ਆਊਗਾ। 7 ਤੋਂ 11 ਸਾਲ ਦੀ ਜਿਹੜੀ ਉਮਰ ਹੁੰਦੀ ਹੈ ਆਪਣੀ, ਕੰਕਰੀਟ ਆਪਰੇਸ਼ਨਲ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿੱਖਿਆਰਥੀ ਕੇਂਦਰਿਤ ਪਹੁੰਚ ਕਿਹੜੀ ਹੈ। ਦੀ ਲਰਨਰ ਸੈਂਟਰ ਐਜੂਕੇਸ਼ਨ ਇਜ਼ ਲਰਨਿੰਗ ਬਾਈ ਲਿਵਿੰਗ, ਲਰਨਿੰਗ ਬਾਈ ਡੂਇੰਗ, ਬੋਥ ਆਫ ਦੀ ਅਬਵ ਜਾਂ ਨਨ ਆਫ ਦੀ ਅਬਵ। ਤਾਂ ਜਿਹੜੀ ਲਰਨਰ ਸੈਂਟਰਡ ਅਪਰੋਚ ਹੈ ਉਹ ਕਿਹੜੀ ਹੈ, ਇਹ ਤੁਸੀਂ ਯਾਦ ਰੱਖੋ ਕਿਹੜੀ ਹੈ। ਸਿੱਖਿਆਰਥੀ ਕੇਂਦਰਿਤ ਪਹੁੰਚ ਕਿਹੜੀ ਹੈ, ਦੀ ਲਰਨਰ ਸੈਂਟਰ ਅਪਰੋਚ। ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 3, ਬੋਥ ਆਫ ਦੀ ਅਬਵ, ਠੀਕ ਹੈ ਜੀ। ਤਾਂ ਦੋਨੋਂ ਨੇ ਇਹ, ਲਰਨਿੰਗ ਬਾਈ ਲਿਵਿੰਗ, ਠੀਕ ਹੈ, ਰਹਿ ਕੇ ਸਿੱਖਣਾ, ਅਤੇ ਲਰਨਿੰਗ ਬਾਈ ਡੂਇੰਗ, ਕਰਕੇ ਸਿੱਖਣਾ, ਠੀਕ ਹੈ ਜੀ। ਤਾਂ ਇਹ ਦੋਨੋਂ ਹੀ ਸਿੱਖਿਆਰਥੀ ਕੇਂਦਰਿਤ ਨੇ, ਕਿਉਂਕਿ ਇਹਦੇ ਵਿੱਚ ਖੁਦ ਹੀ ਹੋ ਰਹਿੰਦਾ ਅਤੇ ਖੁਦ ਹੀ ਹੋ ਕਰਕੇ ਸਿੱਖਦਾ। ਅਗਲਾ ਜਿਹੜਾ ਆਪਣਾ ਕੁਐਸਚਨ, ਇੱਕ ਅਧਿਆਪਕ ਨੂੰ ਬੱਚਿਆਂ ਨਾਲ ਵਿਵਹਾਰ ਕਰਨਾ ਚਾਹੀਦਾ। ਇਹ ਟੀਚਰ ਸ਼ੁੱਡ ਬਿਹੇਵ ਵਿਦ ਚਿਲਡਰਨ ਫਾਦਰ ਲਾਈਕ, ਫਰੈਂਡ ਲਾਈਕ, ਐਲਡਰ ਲਾਈਕ ਜਾਂ ਜਨਰਲ। ਕਿਵੇਂ ਉਹਨੂੰ ਵਿਵਹਾਰ ਕਰਨਾ ਚਾਹੀਦਾ। ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ, ਫਰੈਂਡ ਲਾਈਕ, ਠੀਕ ਹੈ ਜੀ। ਤਾਂ ਇੱਕ ਬੱਚੇ ਦਾ ਨਾ, ਮੈਨੂੰ ਇਹਦੇ ਵਿੱਚ ਮਤਲਬ ਜਿਹੜਾ ਆਪਾਂ ਪਿਛਲੇ ਸੈਸ਼ਨ ਦੇ ਵਿੱਚ ਇਹ ਕੁਐਸਚਨ ਅਟੈਂਪਟ ਕੀਤਾ, ਤਾਂ ਇਹ 'ਤੇ ਕੁਐਸਚਨ 'ਤੇ ਇੱਕ ਮਤਲਬ ਕਮੈਂਟ ਆਇਆ ਸੀ ਕਿ ਬੱਚਿਆਂ ਨਾਲ ਕਿ ਜੇ ਉਹ ਫਰੈਂਡ ਵਾਂਗੂ ਵਿਵਹਾਰ ਕਰੂਗਾ, ਠੀਕ ਹੈ, ਤਾਂ ਬੱਚੇ ਉਹਨੂੰ ਕੁਛ ਨਹੀਂ, ਮਤਲਬ ਉਹਨੂੰ ਲਾਈਟਲੀ ਸਮਝਣਗੇ। ਇਹਦਾ ਮਤਲਬ ਇਹ ਨਹੀਂ, ਫਰੈਂਡ ਲਾਈਕ ਇਹ ਨਹੀਂ ਕਿ ਆਪਾਂ ਜਿਵੇਂ ਆਪਣੇ ਦੋਸਤ ਆਪਾਂ ਰਹਿੰਦੇ ਹੁੰਦੇ ਹਾਂ ਕਿ ਉਸ ਟਾਈਪ। ਫਰੈਂਡ ਲਾਈਕ ਦਾ ਮਤਲਬ ਇਹ ਹੁੰਦਾ ਕਿ ਬੱਚੇ ਨੂੰ ਔਕਵਰਡ ਫੀਲ ਨਾ ਹੋਵੇ, ਠੀਕ ਹੈ ਜੀ। ਕਲਾਸ ਦੇ ਵਿੱਚ ਉਹ ਕੋਈ ਵੀ ਗੱਲ ਆਪਦੇ ਮਤਲਬ ਟੀਚਰ ਨਾਲ ਸ਼ੇਅਰ ਕਰ ਸਕੇ, ਉਹਨੂੰ ਮਤਲਬ ਇਹ ਬਰਡਨ ਫੀਲ ਨਾ ਹੋਵੇ ਕਿ ਇਹ ਗੱਲ ਮੈਂ ਆਪਣੇ ਟੀਚਰ ਨਾਲ ਕਿਵੇਂ ਸ਼ੇਅਰ ਕਰੂੰ, ਠੀਕ ਹੈ ਜੀ। ਤਾਂ ਦੋਸਤ ਵਾਂਗ ਦਾ ਮਤਲਬ ਇਹ ਹੈ ਕਿ ਕੋਈ ਵੀ ਗੱਲ ਉਹ ਆਪਣੇ ਜਿਹੜੇ ਟੀਚਰ ਨਾਲ ਹੈ ਉਹ ਸ਼ੇਅਰ ਕਰ ਸਕੇ, ਠੀਕ ਹੈ। ਤਾਂ ਇਹਦਾ ਬੈਸਟ ਆਨਸਰ ਇਹੀ ਹੈ, ਫਰੈਂਡ ਲਾਈਕ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਹਨਾਂ ਵਿੱਚੋਂ ਇੱਕ ਗਿਫਟਡ ਬੱਚੇ ਦੀ ਪਹਿਚਾਣ ਨਹੀਂ ਹੈ। ਵਿਚ ਇਜ਼ ਨਾਟ ਅ ਸਾਈਨ ਆਫ ਗਿਫਟਡ ਚਾਈਲਡ, ਇੰਟਰਸਟ ਇਨ ਰੀਡਿੰਗ, ਕਿਊਰੀਓਸਿਟੀ, ਕ੍ਰੀਏਟੀਵਿਟੀ, ਪੂਅਰ ਰਿਲੇਸ਼ਨ ਵਿਦ ਪੀਅਰਸ, ਠੀਕ ਹੈ ਜੀ। ਪੜ੍ਹਨ ਵਿੱਚ ਰੁਚੀ, ਉਤਸੁਕਤਾ, ਰਚਨਾਤਮਕਤਾ ਜਾਂ ਸਾਥੀਆਂ ਨਾਲ ਕੱਚਾ ਰਿਸ਼ਤਾ।
ਇੰਟਰਸਟ ਇਨ ਰੀਡਿੰਗ ਓਬਵੀਅਸਲੀ ਉਹਨੂੰ ਇੰਟਰਸਟ ਇਨ ਰੀਡਿੰਗ ਹੋਊਗਾ, ਠੀਕ ਹੈ ਜੀ। ਪੜ੍ਹਨ ਦੇ ਵਿੱਚ ਰੁਚੀ ਹੁੰਦੀ ਹੈ, ਜਿਹੜੇ ਗਿਫਟਡ ਬੱਚੇ ਹੁੰਦੇ ਨੇ। ਗਿਫਟਡ ਬੱਚੇ ਮਤਲਬ ਜਿਨ੍ਹਾਂ ਦੇ ਵਿੱਚ ਸਪੈਸ਼ਲ ਕੁਆਲਿਟੀਜ਼ ਹੁੰਦੀਆਂ ਨੇ, ਠੀਕ ਹੈ। ਤਾਂ ਪੜ੍ਹਨ ਦੇ ਵਿੱਚ ਤਾਂ ਓਬਵੀਅਸਲੀ ਉਹਨਾਂ ਦੀ ਰੁਚੀ ਹੁੰਦੀ ਆ, ਪੜ੍ਹਦੇ ਤਾਂ ਉਹ ਬਹੁਤ ਨੇ। ਕਰਿਓਸਿਟੀ ਵੀ ਹੁੰਦੀ ਹੈ ਉਹਨਾਂ ਨੂੰ। ਉਤਸੁਕਤਾ ਦਾ ਮਤਲਬ ਹੁੰਦਾ ਜਾਣਨ ਦੀ ਇੱਛਾ, ਠੀਕ ਹੈ ਜੀ। ਤਾਂ ਉਹ ਕਿਸੇ ਵੀ ਚੀਜ਼ ਨੂੰ ਜਾਣਨਾ ਚਾਹੁੰਦੇ ਨੇ, ਕਰਿਓਸਿਟੀ ਹੁੰਦੀ ਹੈ ਉਹਨਾਂ ਨੂੰ। ਕ੍ਰੀਏਟੀਵਿਟੀ ਉਹਨਾਂ 'ਚ ਹੁੰਦੀ ਹੈ, ਰਚਨਾਤਮਕਤਾ ਬਿਲਕੁਲ ਹੁੰਦੀ ਹੈ। ਤਾਂ ਪੂਅਰ ਰਿਲੇਸ਼ਨ ਵਿਦ ਪੀਅਰਸ, ਇਹਦਾ ਇਹ ਨੈਗੇਟਿਵ ਆਂਸਰ ਹੈ, ਠੀਕ ਹੈ ਜੀ। ਤਾਂ ਆਪਣੇ ਸਾਥੀਆਂ ਨਾਲ ਉਹਨਾਂ ਦਾ ਕੱਚਾ ਰਿਸ਼ਤਾ ਨਹੀਂ ਹੁੰਦਾ, ਇਹ ਉਹਨਾਂ ਦਾ ਕੋਈ ਮਤਲਬ ਪਹਿਚਾਣ ਨਹੀਂ ਹੈਗੀ, ਠੀਕ ਹੈ। ਤਾਂ ਸਾਥੀਆਂ ਨਾਲ ਕੋਈ ਕੱਚਾ ਰਿਸ਼ਤਾ, ਇਹ ਕੋਈ ਇਹਨਾਂ ਦਾ ਬੈਸਟ ਆਂਸਰ ਨਹੀਂ ਹੈਗਾ। ਤਾਂ ਇਹਦਾ ਆਂਸਰ ਆਊਗਾ ਆਂਸਰ ਨੰਬਰ 4, ਪੂਅਰ ਰਿਲੇਸ਼ਨ ਵਿਦ ਪੀਅਰਸ। ਇਹੋ ਜਿਹਾ ਇਹਨਾਂ 'ਚ ਕੁਛ ਨਹੀਂ ਹੁੰਦਾ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਦੀ ਪਲੇ-ਵੇ ਕਿਤਾਬ ਕਿਸ ਨੇ ਲਿਖੀ ਹੈ? ਦੀ ਪਲੇ-ਵੇ ਬੁੱਕ ਇਜ਼ ਰਿਟਨ ਬਾਏ ਜੀਨ ਪਿਆਜ਼ੇ, ਹੈਨਰੀ ਕੈਡਲਵੈਲ ਕੁੱਕ, ਵਾਈਗੋਸਕੀ ਜਾਂ ਫਰਾਇਡ, ਠੀਕ ਹੈ ਜੀ। ਇਹੋ ਜਿਹੇ ਕੁਐਸਚਨ ਵੀ ਤੁਹਾਨੂੰ ਕਿਤਾਬਾਂ ਦੇ ਵਿੱਚੋਂ ਵੀ ਆਉਂਦੇ ਨੇ, 1-2 ਕੁਐਸਚਨ, ਠੀਕ ਹੈ। 1-2 ਤਾਂ ਕਿਉਂ, ਮਤਲਬ ਉਹ ਤਾਂ ਜਿਹੜਾ ਬੰਦਾ ਪੇਪਰ ਸੈੱਟ ਕਰਦਾ ਉਹਦੇ ਮਤਲਬ ਉਹ ਖੁਦ ਪਾ ਸਕਦਾ, ਜ਼ਿਆਦਾ ਵੀ ਪਾ ਸਕਦਾ ਕੁਐਸਚਨ। ਇਹ ਨਹੀਂ ਕਿ ਉਹ 1-2 ਹੀ ਉਹਨੇ ਪਾਉਣੇ ਆ। ਤਾਂ ਬਟ ਇਹਦੇ ਵਿੱਚੋਂ ਆਉਂਦੇ ਜ਼ਰੂਰ ਹੈ ਕੁਐਸਚਨ, ਠੀਕ ਹੈ। ਤੁਹਾਨੂੰ ਪੁੱਛੀਆਂ ਜ਼ਰੂਰ ਜਾਂਦੀਆਂ, ਜਿਹੜੀਆਂ ਬੁੱਕ ਪੁੱਛੀਆਂ ਜਾਂਦੀਆਂ। ਦੀ ਪਲੇ-ਵੇ ਕਿਤਾਬ ਕਿਹਨੇ ਲਿਖੀ ਹੈ? ਜੀਨ ਪਿਆਜ਼ੇ, ਹੈਨਰੀ ਕੈਡਲਵੈਲ ਕੁੱਕ, ਵਾਈਗੋਸਕੀ ਜਾਂ ਫਰਾਇਡ। ਦਾ ਇਹਦਾ ਆਂਸਰ ਹੈ ਆਂਸਰ ਨੰਬਰ 2, ਹੈਨਰੀ ਕੈਡਲਵੈਲ ਕੁੱਕ, ਠੀਕ ਹੈ ਜੀ। ਇਹਨੇ ਇਹ ਕਿਤਾਬ ਲਿਖੀ ਹੈ, ਦੀ ਪਲੇ-ਵੇ ਬੁੱਕ। ਸਕੂਲ ਅਤੇ ਸਮਾਜ, ਦੀ ਬੁੱਕ ਸਕੂਲ ਐਂਡ ਸੁਸਾਇਟੀ, ਠੀਕ ਹੈ। ਸਕੂਲ ਐਂਡ ਸੁਸਾਇਟੀ ਬੁੱਕ ਕਿਹਦੀ ਹੈ? ਜੀਨ ਪਿਆਜ਼ੇ, ਜੌਨ ਡੈਵੀ, ਵਾਈਗੋਸਕੀ ਜਾਂ ਫਰਾਇਡ। ਤਾਂ ਬੁੱਕਸ ਤੁਹਾਨੂੰ ਪੁੱਛੀਆਂ ਜਾ ਸਕਦੀਆਂ, ਜਿਹੜੀਆਂ ਬਹੁਤ ਇੰਪੋਰਟੈਂਟ ਨੇ, ਜਿਹੜੀਆਂ ਤੁਹਾਡੀ ਸਾਈਕੋਲੋਜੀ ਦੇ ਨਾਲ ਰਿਲੇਟਡ ਨੇ। ਮੇਰੀ ਵੀਡੀਓ ਦੇ ਵਿੱਚ ਤੁਹਾਨੂੰ ਪੰਛੀਆਂ ਦੀਆਂ ਆਵਾਜ਼ਾਂ ਵੀ ਸੁਣਾਈ ਦਿੰਦੀਆਂ ਹੋਣਗੀਆਂ, ਠੀਕ ਹੈ ਜੀ। ਤਾਂ ਕਿਉਂਕਿ ਆਪਾਂ ਕੁਦਰਤ ਦੇ ਬਹੁਤ ਨੇੜੇ ਰਹਿੰਦੇ ਹਾਂ, ਇਹ ਤਾਂ ਕਰਕੇ ਸੁਣਾਈ ਦਿੰਦੀਆਂ ਤੁਹਾਨੂੰ, ਠੀਕ ਹੈ ਜੀ। ਤਾਂ ਸਕੂਲ ਅਤੇ ਸਮਾਜ ਕਿਤਾਬ ਕਿਹਨੇ ਲਿਖੀ ਹੈ? ਤਾਂ ਰਿਕਾਰਡਿੰਗ ਕਰਨ ਦੇ ਲਈ ਇਹ ਤੁਸੀਂ ਥੋੜ੍ਹਾ ਜਿਹਾ ਮੈਨੇਜ ਕਰਿਓ, ਕਿਉਂਕਿ ਸ਼ੋਰ ਸ਼ਰਾਬੇ ਤੋਂ ਬਾਹਰ ਆ ਕੇ ਰਿਕਾਰਡਿੰਗ ਕਰਨੀ ਪੈਂਦੀ ਹੈ। ਕਿਉਂਕਿ ਆਪਣੀ ਜਿਹੜੀ ਲੰਬੀ ਕਲਾਸ ਹੁੰਦੀ ਹੈ, ਜਦੋਂ ਉਹਦੇ ਵਿੱਚ ਥੋੜ੍ਹੀ ਜਿਹੀ ਡਿਸਟਰਬੈਂਸ ਹੋ ਜਾਏ, ਠੀਕ ਹੈ ਜੀ, ਤਾਂ ਕਲਾਸ ਹੈ ਜਿਹੜੀ ਉਹ ਅੱਧ ਦੇ ਵਿੱਚੋਂ ਕੱਟ ਕੇ ਫਿਰ ਦੁਬਾਰਾ ਰਿਕਾਰਡ ਕਰਨੀ ਬਹੁਤ ਔਖੀ ਹੁੰਦੀ ਹੈ, ਠੀਕ ਹੈ ਜੀ। ਤਾਂ ਕਰਕੇ ਇਹਨੂੰ ਤੁਸੀਂ ਮੈਨੇਜ ਕਰਿਓ, ਠੀਕ ਹੈ। ਪੰਛੀਆਂ ਦੀਆਂ ਆਵਾਜ਼ਾਂ ਨੂੰ ਸੁਣਿਓ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਂਸਰ ਹੈ ਆਂਸਰ ਨੰਬਰ 2 ਆਊਗਾ, ਜੌਨ ਡੈਵੀ, ਠੀਕ ਹੈ ਜੀ। ਜੌਨ ਡੈਵੀ ਦੀ ਲਿਖੀ ਹੋਈ ਹੈ। ਇੱਕ ਤਾਂ ਇਹ ਲਿਖੀ ਹੈ ਸਕੂਲ ਅਤੇ ਸਮਾਜ, ਠੀਕ ਹੈ ਜੀ। ਇੱਕ ਇਹਨੇ ਲਿਖੀ ਹੈ ਹਾਊ ਵੀ ਥਿੰਕ, ਇਹ ਵੀ ਇਹਦੀ ਇੱਕ ਬਹੁਤ ਇੰਪੋਰਟੈਂਟ ਬੁੱਕ ਹੈ, ਇਹ ਵੀ ਤੁਸੀਂ ਯਾਦ ਰੱਖਿਓ। ਹਾਊ ਵੀ ਥਿੰਕ, ਇਹ ਵੀ ਆਪਣੀ ਜੌਨ ਡੈਵੀ ਦੀ ਲਿਖੀ ਹੋਈ ਹੈ। ਅਤੇ ਇੱਕ ਸਕੂਲ ਅਤੇ ਸਮਾਜ, ਇਹ ਦੋਨੋਂ ਬੁੱਕ ਤੁਸੀਂ ਬਹੁਤ ਇੰਪੋਰਟੈਂਟ ਨੇ, ਯਾਦ ਰੱਖਿਓ। ਇਹਨਾਂ 'ਚੋਂ ਕੋਈ ਵੀ ਬੁੱਕ ਤੁਹਾਨੂੰ ਪੁੱਛੀ ਜਾ ਸਕਦੀ ਹੈ। ਦੀ ਰਿਪਬਲਿਕ ਕਿਤਾਬ ਕਿਹਨੇ ਲਿਖੀ ਹੈ? ਤਾਂ ਇੱਕ ਜਨਰਲ ਜੀ ਬੁੱਕ ਹੈ, ਬਹੁਤ ਇੰਪੋਰਟੈਂਟ ਬੁੱਕ ਹੈ, ਠੀਕ ਹੈ। ਬਹੁਤ ਪੇਪਰਾਂ ਦੇ ਵਿੱਚ ਵੈਸੇ ਵੀ ਪੁੱਛੀ ਜਾਂਦੀ ਹੈ ਇਹ, ਦੀ ਰਿਪਬਲਿਕ। ਪਲੈਟੋ, ਜੌਨ ਡੈਵੀ, ਵਾਈਗੋਸਕੀ ਜਾਂ ਫਰਾਇਡ। ਦੀ ਰਿਪਬਲਿਕ ਕਿਤਾਬ ਕਿਹਨੇ ਲਿਖੀ ਹੈ? ਇਸ ਕੁਐਸਚਨ ਦਾ ਜਿਹੜਾ ਆਂਸਰ ਹੈ ਆਂਸਰ ਨੰਬਰ 1 ਆਊਗਾ, ਪਲੈਟੋ ਨੇ ਲਿਖੀ ਹੋਈ ਹੈ ਦੀ ਰਿਪਬਲਿਕ, ਠੀਕ ਹੈ। ਤਾਂ ਵੈਸੇ ਵੀ ਪੁੱਛੀ ਜਾਂਦੀ ਹੈ ਬਹੁਤ ਪੇਪਰਾਂ ਦੇ ਵਿੱਚ, ਰਿਪੀਟ ਹੋਈ ਬੁੱਕ ਹੈ ਇਹ, ਠੀਕ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਸ਼ੋਰ ਅਵਸਥਾ ਕਿਤਾਬ ਕਿਸ ਨੇ ਲਿਖੀ ਹੈ? ਅਡੋਲੇਸੈਂਸ ਬੁੱਕ ਇਜ਼ ਰਿਟਨ ਬਾਈ ਸਟੈਨਲੀ ਹਾਲ, ਜੌਨ ਡੈਵੀ, ਵਾਈਗੋਸਕੀ ਜਾਂ ਫਰਾਇਡ। ਕਿਸ਼ੋਰ ਅਵਸਥਾ, ਅਡੋਲੇਸੈਂਸ ਬੁੱਕ ਦਾ ਨਾਮ ਹੈ, ਅਡੋਲੇਸੈਂਸ, ਠੀਕ ਹੈ ਜੀ। ਕਿਹਨੇ ਲਿਖੀ ਹੈ ਇਹ? ਬਹੁਤ ਬੱਚੇ ਮੈਨੂੰ ਵੀਡੀਓਜ਼ ਦੇ ਵਿੱਚ ਕਮੈਂਟ ਵੀ ਕਰ ਦਿੰਦੇ ਨੇ ਕਈ ਵਾਰੀ, ਕਿਉਂਕਿ ਜੇ ਪੰਛੀਆਂ ਦੀ ਆਵਾਜ਼ ਆਉਂਦੀ ਹੈ ਕਿ ਸਰ ਤੁਸੀਂ ਖੇਤ ਦੇ ਵਿੱਚ ਜਾ ਕੇ ਰਿਕਾਰਡ ਕਰ ਰਹੇ ਹੋ, ਠੀਕ ਹੈ ਜੀ। ਤਾਂ ਮੈਨੂੰ ਸ਼ੋਰ ਸ਼ਰਾਬੇ ਤੋਂ ਬਾਹਰ ਜਾ ਕੇ ਰਿਕਾਰਡ ਕਰਨੀ ਪੈਂਦੀ ਹੈ ਕਲਾਸ, ਕਿਉਂਕਿ ਵਿੱਚ ਡਿਸਟਰਬੈਂਸ ਹੁੰਦੀ ਹੈ, ਠੀਕ ਹੈ ਜੀ। ਤਾਂ ਕਲਾਸ ਨੂੰ ਕੱਟ ਕੇ ਦੁਬਾਰਾ ਰਿਕਾਰਡ ਕਰਨਾ ਬਹੁਤ ਔਖਾ ਹੋ ਜਾਂਦਾ। ਤਾਂ ਕਰਕੇ ਫਿਰ ਤੁਸੀਂ ਇੰਨਾ ਕੁ ਮੈਨੇਜ ਕਰਿਓ ਕਿ ਜਿਹੜੇ ਤੁਹਾਨੂੰ ਪੰਛੀਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਇਹਨਾਂ ਨੂੰ ਸੁਣੋ, ਇਹਨਾਂ ਨੂੰ ਵੀ ਨਾਲ, ਠੀਕ ਹੈ ਜੀ। ਕਿਉਂਕਿ ਆਪਾਂ ਕੁਦਰਤ ਦੇ ਬਹੁਤ ਨੇੜੇ ਹਾਂ, ਠੀਕ ਹੈ, ਤੁਸੀਂ ਇਹੀ ਸਮਝ ਲਿਓ। ਤਾਂ ਕਿਸ਼ੋਰ ਅਵਸਥਾ ਕਿਤਾਬ ਕਿਹਨੇ ਲਿਖੀ ਹੈ? ਇਹਦਾ ਜਿਹੜਾ ਆਂਸਰ ਹੈ ਆਂਸਰ ਨੰਬਰ 1 ਆਊਗਾ, ਸਟੈਨਲੀ ਹਾਲ ਨੇ ਲਿਖੀ ਹੈ, ਠੀਕ ਹੈ ਜੀ। ਅਡੋਲੇਸੈਂਸ, ਕਿਸ਼ੋਰ ਅਵਸਥਾ, ਅਡੋਲੇਸੈਂਸ ਜਿਹਨੂੰ ਆਪਾਂ ਕਹਿੰਦੇ ਹਾਂ, ਬੁੱਕ ਦਾ ਨਾਮ ਹੈ ਸਟੈਨਲੀ ਹਾਲ। ਇੱਕ ਚੀਜ਼ ਹੋਰ ਕਿ ਜਿਹੜੀ ਤੂਫਾਨ ਦੀ ਉਮਰ, ਇਹ ਆਪਾਂ ਨੂੰ ਪੁੱਛਿਆ ਜਾਂਦਾ ਕਿ ਅਡੋਲੇਸੈਂਸ ਨੂੰ ਏਜ ਆਫ ਸਟਰੋਮ ਕਿਹਨੇ ਕਿਹਾ? ਤੂਫਾਨ ਦੀ ਉਮਰ ਪੰਜਾਬੀ ਦੇ ਵਿੱਚ ਏਜ ਆਫ ਸਟਰੋਮ ਕਿਹਨੇ ਕਿਹਾ? ਉਹ ਵੀ ਸਟੈਨਲੀ ਹਾਲ ਨੇ ਕਿਹਾ, ਇਸੇ ਕਿਤਾਬ ਦੇ ਵਿੱਚ ਹੀ ਕਿਹਾ, ਠੀਕ ਹੈ। ਸਟੈਨਲੀ ਹਾਲ ਨੇ ਅਡੋਲੇਸੈਂਸ ਬੁੱਕ ਜਿਹੜੀ ਇਹਦੀ ਅਡੋਲੇਸੈਂਸ, ਇਹਦੇ ਵਿੱਚ ਹੀ ਇਹਨੇ ਕਹੀ ਹੈ ਕਿ ਜਿਹੜੀ ਅਡੋਲੇਸੈਂਸ ਹੈ ਤੂਫਾਨ ਦੀ ਉਮਰ ਹੈ, ਏਜ ਆਫ ਸਟਰੋਮ ਹੈ, ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੱਚੇ ਦਾ ਮਨੋਵਿਗਿਆਨ ਕਿਤਾਬ ਕਿਹਨੇ ਲਿਖੀ ਹੈ? ਦੀ ਸਾਈਕੋਲੋਜੀ ਆਫ ਅ ਚਾਈਲਡ ਬੁੱਕ ਇਜ਼ ਰਿਟਨ ਬਾਈ ਸਟੈਨਲੀ ਹਾਲ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਫਰਾਇਡ। ਇਹ ਸਾਰੀਆਂ ਬੁੱਕ ਤੁਸੀਂ ਪੂਰੇ ਡਿਟੇਲ ਦੇ ਵਿੱਚ ਕਰ ਲਿਓ, ਠੀਕ ਹੈ। ਤੁਹਾਨੂੰ ਪੁੱਛੀਆਂ ਜਾਣਗੀਆਂ ਆਪਣੇ 1 ਤੋਂ ਲੈ ਕੇ 100 ਤੱਕ। ਇਹ ਕਲਾਸ ਨੂੰ ਜੇ ਤੁਸੀਂ ਦੁਬਾਰਾ ਲਾ ਸਕਦੇ ਹੋ, ਠੀਕ ਹੈ। ਤਾਂ ਜੇ ਤੁਹਾਡੇ 'ਚ ਪੇਸ਼ੈਂਸ ਹੈਗੀ ਹੈ ਤਾਂ ਤੁਸੀਂ ਇਹਨੂੰ 2-3 ਵਾਰ ਰਿਪੀਟ ਕਰ ਲਿਓ,
ठीक है जी, ਤੁਹਾਨੂੰ ਬਹੁਤ ਫਾਇਦਾ ਦਿਓ ਇਹ ਕਲਾਸ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ, ਜੀਨ ਪਿਆਜ਼ੇ। ਠੀਕ ਹੈ ਜੀ, ਤਾਂ ਜੀਨ ਪਿਆਜ਼ੇ ਦੀਆਂ ਸਾਰੀਆਂ ਬੁੱਕ ਹੀ ਇੰਪੋਰਟੈਂਟ ਨੇ, ਮੈਂ ਤੁਹਾਨੂੰ ਸਾਰੀਆਂ ਇਹਦੇ ਵਿੱਚ ਕਵਰ ਕਰਵਾਈਆਂ ਹੋਈਆਂ, ਅੱਗੇ ਵੀ ਕਵਰ ਕਰਵਾਈਆਂ। ਦੀ ਸਾਈਕੋਲੋਜੀ ਆਫ ਅ ਚਾਈਲਡ, ਇੱਕ ਤਾਂ ਇਹਦੀ ਬੁੱਕ ਹੈ, ਇੱਕ ਹੈ ਸਾਈਕੋਲੋਜੀ ਐਂਡ ਐਪੀਸਟੈਮੋਲੋਜੀ। ਐਪੀਸਟੈਮੋਲੋਜੀ ਵਰਡ ਆਪਾਂ ਨੂੰ ਪਹਿਲਾਂ ਵੀ ਇੱਕ ਕੁਐਸਚਨ ਦੇ ਵਿੱਚ ਦੇਖਣ ਨੂੰ ਮਿਲਿਆ, ਇਹ ਵੀ ਜੀਨ ਪਿਆਜ਼ੇ ਨੇ ਦਿੱਤਾ। ਠੀਕ ਹੈ ਜੀ, ਤਾਂ ਸਾਈਕੋਲੋਜੀ ਐਂਡ ਐਪੀਸਟੈਮੋਲੋਜੀ। ਇੱਕ ਹੈ ਦੀ ਮੋਰਲ ਜਜਮੈਂਟ ਆਫ ਦੀ ਚਾਈਲਡ। ਠੀਕ ਹੈ ਜੀ, ਦੀ ਮੋਰਲ ਜਜਮੈਂਟ ਆਫ ਦੀ ਚਾਈਲਡ, ਇਹ ਵੀ ਜੀਨ ਪਿਆਜ਼ੇ ਦੀ ਲਿਖੀ ਹੈ। ਠੀਕ ਹੈ, ਇਹ ਸਾਰੀਆਂ ਬੁੱਕਸ ਜੀਨ ਪਿਆਜ਼ੇ ਦੀਆਂ, ਨੋਟ ਕਰ ਲਿਓ, ਬਹੁਤ ਇੰਪੋਰਟੈਂਟ ਨੇ, ਪੁੱਛੀਆਂ ਜਾ ਸਕਦੀਆਂ। ਅਗਲਾ ਜਿਹੜਾ ਆਪਣਾ ਕੁਐਸਚਨ, ਬੱਚੇ ਦੀ ਭਾਸ਼ਾ ਅਤੇ ਸੋਚਣਾ, ਕਿਤਾਬ ਕਿਹਨੇ ਲਿਖੀ ਹੈ? ਦੀ ਲੈਂਗੁਏਜ ਐਂਡ ਥਾਊਟ ਆਫ ਅ ਚਾਈਲਡ। ਠੀਕ ਹੈ, ਇਹ ਮੈਂ ਪੰਜਾਬੀ ਦੇ ਵਿੱਚ ਇਹਨੂੰ ਟਰਾਂਸਲੇਟ ਕਰਕੇ ਲਿਖਿਆ, ਕਈ ਵਾਰੀ ਥੋੜ੍ਹਾ ਮੋਟਾ ਗਲਤ ਵੀ ਹੋ ਸਕਦਾ, ਥੋੜ੍ਹਾ ਬਹੁਤ। ਠੀਕ ਹੈ, ਤਾਂ ਇਹ ਤੁਸੀਂ ਇੰਗਲਿਸ਼ ਦੇ ਵਿੱਚ ਪੜ੍ਹਿਓ ਕਿਤਾਬ ਨੂੰ। ਠੀਕ ਹੈ, ਦੀ ਲੈਂਗੁਏਜ ਐਂਡ ਥਾਊਟ ਆਫ ਅ ਚਾਈਲਡ, ਜ਼ਿਆਦਾਤਰ ਇੰਗਲਿਸ਼ ਦੇ ਵਿੱਚ ਮਤਲਬ ਤੁਹਾਨੂੰ ਯਾਦ ਹੋ ਜੂਗੀ। ਠੀਕ ਹੈ, ਦੀ ਲੈਂਗੁਏਜ ਐਂਡ ਥਾਊਟ ਆਫ ਅ ਚਾਈਲਡ ਬੁੱਕ ਇਹ ਕਿਹਨੇ ਲਿਖੀ ਹੈ? ਸਟੈਨਲੀ ਹਾਲ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਫਰਾਇਡ। ਤਾਂ ਇਹਦਾ ਜਿਹੜਾ ਆਨਸਰ ਨੰਬਰ 2 ਆਊਗਾ, ਜੀਨ ਪਿਆਜ਼ੇ ਦੀ ਹੈ ਇਹ ਬੁੱਕ। ਠੀਕ ਹੈ, ਦੀ ਲੈਂਗੁਏਜ ਐਂਡ ਥਾਊਟ ਆਫ ਅ ਚਾਈਲਡ, ਇਹ ਵੀ ਜੀਨ ਪਿਆਜ਼ੇ ਦੀ ਹੈ। ਸਾਰੀਆਂ ਮੈਂ ਜੀਨ ਪਿਆਜ਼ੇ ਦੀਆਂ ਇਹ 'ਚ ਕਲੀਅਰ ਕਰਵਾਈਆਂ ਹੋਈਆਂ ਬੁੱਕਸ। ਗੈਸਟਾਲਟ ਮਨੋਵਿਗਿਆਨ ਕਿਤਾਬ ਕਿਹਨੇ ਲਿਖੀ ਹੈ? ਗੈਸਟਾਲਟ ਸਾਈਕੋਲੋਜੀ ਬੁੱਕ ਇਜ਼ ਰਿਟਨ ਬਾਈ ਸਟੈਨਲੀ ਹਾਲ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਵੋਲਫਗੈਂਗ ਕੋਹਲਰ। ਇੱਕ ਇੱਕ ਕੁਐਸਚਨ ਆਪਣਾ ਪੂਰੇ ਡਿਟੇਲ ਦੇ ਵਿੱਚ ਕਰ ਲਿਓ। ਠੀਕ ਹੈ ਜੀ, ਤੁਹਾਨੂੰ ਪੇਪਰ ਦੇ ਵਿੱਚ ਬਹੁਤ ਫਾਇਦਾ ਦੇਊਗਾ। ਤਾਂ ਇਹਦਾ ਜਿਹੜਾ ਆਨਸਰ ਨੰਬਰ 4 ਆਊਗਾ, ਵੋਲਫਗੈਂਗ ਕੋਹਲਰ ਦੀ ਕਿਤਾਬ ਹੈ ਇਹ, ਗੈਸਟਾਲਟ। ਠੀਕ ਹੈ ਜੀ, ਗੈਸਟਾਲਟ ਮਨੋਵਿਗਿਆਨ, ਗੈਸਟਾਲਟ ਸਾਈਕੋਲੋਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿੱਖਿਆ ਮਨੋਵਿਗਿਆਨ ਕਿਤਾਬ ਕਿਹਨੇ ਲਿਖੀ ਹੈ? ਐਜੂਕੇਸ਼ਨਲ ਸਾਈਕੋਲੋਜੀ। ਐਜੂਕੇਸ਼ਨਲ ਸਾਈਕੋਲੋਜੀ ਬੁੱਕ ਕਿਹਦੀ ਹੈ? ਥੋਰਨਡਾਈਕ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਵੋਲਫਗੈਂਗ ਕੋਹਲਰ। ਇਸ ਕੁਐਸਚਨ ਦਾ ਜਿਹੜਾ ਆਨਸਰ ਨੰਬਰ 1 ਆਊਗਾ, ਥੋਰਨਡਾਈਕ ਦੀ ਹੈ। ਠੀਕ ਹੈ ਜੀ, ਸਿੱਖਿਆ ਮਨੋਵਿਗਿਆਨ, ਐਜੂਕੇਸ਼ਨਲ ਸਾਈਕੋਲੋਜੀ, ਥੋਰਨਡਾਈਕ ਦੀ ਕਿਤਾਬ ਹੈ। ਠੀਕ ਹੈ ਜੀ, ਜਿੰਨੇ ਵੀ ਆਪਣੇ ਫੇਮਸ ਵਿਦਵਾਨ ਨੇ, ਇਹਨਾਂ ਦੀਆਂ ਸਾਰਿਆਂ ਦੀਆਂ ਕਿਤਾਬਾਂ ਮੈਂ ਇਹਦੇ ਵਿੱਚ ਕਲੀਅਰ ਕਰਵਾਈਆਂ ਹੋਈਆਂ। ਜਾਨਵਰਾਂ ਦੀ ਬੁੱਧੀ ਕਿਤਾਬ ਕਿਹਨੇ ਲਿਖੀ ਹੈ? ਐਨੀਮਲ ਇੰਟੈਲੀਜੈਂਸ, ਜਿਹਨੂੰ ਆਪਾਂ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ ਐਨੀਮਲ ਇੰਟੈਲੀਜੈਂਸ, ਇਹ ਕਿਤਾਬ ਕਿਹਨੇ ਲਿਖੀ ਹੈ? ਥੋਰਨਡਾਈਕ, ਜੀਨ ਪਿਆਜ਼ੇ, ਵਾਈਗੋਸਕੀ, ਵੋਲਫਗੈਂਗ ਕੋਹਲਰ। ਇਸ ਕੁਐਸਚਨ ਦਾ ਜਿਹੜਾ ਆਨਸਰ ਨੰਬਰ 1 ਆਊਗਾ, ਥੋਰਨਡਾਈਕ, ਇਹ ਵੀ ਥੋਰਨਡਾਈਕ ਨੇ ਲਿਖੀ ਹੈ। ਅਤੇ ਪਿਛਲੀ ਇੱਕ ਇਹਦੀ ਕਿਤਾਬ ਸੀਗੀ ਐਜੂਕੇਸ਼ਨਲ ਸਾਈਕੋਲੋਜੀ, ਇਹ ਵੀ ਥੋਰਨਡਾਈਕ ਦੀ, ਅਤੇ ਐਨੀਮਲ ਇੰਟੈਲੀਜੈਂਸ ਵੀ ਥੋਰਨਡਾਈਕ ਦੀ। ਇਹ ਤੁਸੀਂ ਦੋਨੋਂ ਯਾਦ ਰੱਖਿਓ। ਵਿਚਾਰ ਅਤੇ ਭਾਸ਼ਾ, ਥਾਊਟ ਐਂਡ ਲੈਂਗੁਏਜ ਬੁੱਕ। ਠੀਕ ਹੈ, ਇਹ ਕਿਹਦੀ ਲਿਖੀ ਹੈ? ਥੋਰਨਡਾਈਕ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਵੋਲਫਗੈਂਗ ਕੋਹਲਰ। ਇਹ ਸਾਰੀਆਂ ਬੁੱਕਸ ਵਧੀਆ ਤਰੀਕੇ ਨਾਲ ਯਾਦ ਕਰ ਲਿਓ। ਇਹਦਾ ਜਿਹੜਾ ਆਨਸਰ ਨੰਬਰ 3 ਆਊਗਾ, ਵਾਈਗੋਸਕੀ, ਵਿਚਾਰ ਅਤੇ ਭਾਸ਼ਾ, ਥਾਊਟ ਐਂਡ ਲੈਂਗੁਏਜ। ਇਹ ਕਿਹਦੀ ਲਿਖੀ ਹੋਈ ਹੈ? ਵਾਈਗੋਸਕੀ ਦੀ ਲਿਖੀ ਹੋਈ ਕਿਤਾਬ ਹੈ ਇਹ, ਥਾਊਟ ਐਂਡ ਲੈਂਗੁਏਜ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਹੰਕਾਰ ਅਤੇ ਇੱਦ ਕਿਤਾਬ ਕਿਹਨੇ ਲਿਖੀ ਹੈ? ਈਗੋ ਐਂਡ ਇੱਦ। ਥੋਰਨਡਾਈਕ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਸਿਗਮੰਡ ਫਰਾਇਡ। ਬਹੁਤ ਇੰਪੋਰਟੈਂਟ ਬੁੱਕਸ ਨੇ ਇਹ, ਈਗੋ ਐਂਡ ਇੱਦ। ਇਹਦੇ ਵਿੱਚ ਆਪਣੀ ਈਗੋ ਬਾਰੇ ਦੱਸਿਆ ਗਿਆ। ਠੀਕ ਹੈ ਜੀ, ਇਹਦਾ ਜਿਹੜਾ ਆਨਸਰ ਨੰਬਰ 4 ਆਊਗਾ, ਸਿਗਮੰਡ ਫਰਾਇਡ। ਇੱਕ ਆਪਾਂ ਨੂੰ ਸਾਈਕੋਸੈਕਸ਼ੁਅਲ ਥਿਊਰੀ ਵੀ ਇਹਨੇ ਦਿੱਤੀ। ਆਪਾਂ ਪਿਛਲੇ ਕੁਐਸਚਨ ਦੇ ਵਿੱਚ, ਜਿੰਨੇ ਆਪਾਂ ਪਿਛਲੇ ਕੁਐਸਚਨ ਜਿਹੜੇ ਆਪਣੇ ਕੀਤੇ ਨੇ, ਇਹਨਾਂ ਦੇ ਵਿੱਚ ਆਪਾਂ ਇੱਕ ਕੁਐਸਚਨ ਅਟੈਂਪਟ ਕੀਤਾ ਜਿਹੜੀ ਸਾਈਕੋਸੈਕਸ਼ੁਅਲ ਥਿਊਰੀ ਹੈ। ਠੀਕ ਹੈ, ਤਾਂ ਇਹ ਆਪਾਂ ਨੂੰ ਦਿੱਤੀ ਹੈ ਸਿਗਮੰਡ ਫਰਾਇਡ ਨੇ, ਇਹ ਵੀ ਤੁਸੀਂ ਯਾਦ ਰੱਖਿਓ। ਠੀਕ ਹੈ, ਈਗੋ ਅਤੇ ਇੱਦ ਵੀ ਕਿਤਾਬ ਇਹਦੀ ਹੈ, ਅਤੇ ਸਾਈਕੋਸੈਕਸ਼ੁਅਲ ਥਿਊਰੀ ਵੀ ਸਿਗਮੰਡ ਫਰਾਇਡ ਦੀ ਹੈ। ਅਗਲਾ ਜਿਹੜਾ ਆਪਣਾ ਕੁਐਸਚਨ, ਸਿੱਖਿਆ ਦਾ ਵਰਗੀਕਰਨ ਕਿਤਾਬ ਕਿਸ ਨੇ ਲਿਖੀ ਹੈ? ਟੈਕਸੋਨੋਮੀ ਆਫ ਐਜੂਕੇਸ਼ਨ ਬੁੱਕ ਇਜ਼ ਰਿਟਨ ਬਾਈ ਥੋਰਨਡਾਈਕ, ਜੀਨ ਪਿਆਜ਼ੇ, ਵਾਈਗੋਸਕੀ ਜਾਂ BS ਬਲੂਮ। ਟੈਕਸੋਨੋਮੀ ਆਫ ਐਜੂਕੇਸ਼ਨ, ਇਹ ਸਾਰੀਆਂ ਬੁੱਕਸ ਬਹੁਤ ਇੰਪੋਰਟੈਂਟ ਨੇ, ਨਿਚੋੜ ਕੱਢ ਕੇ ਲਿਖੀਆਂ ਹੋਈਆਂ ਇਹ ਮੈਂ ਸਾਰੀਆਂ। ਠੀਕ ਹੈ ਜੀ, ਜਿਹੜੀਆਂ ਤੁਹਾਨੂੰ ਪੁੱਛੀਆਂ ਜਾ ਸਕਦੀਆਂ ਨੇ ਡਾਇਰੈਕਟ। ਟੈਕਸੋਨੋਮੀ ਆਫ ਐਜੂਕੇਸ਼ਨ, ਇਹਦਾ ਜਿਹੜਾ ਆਨਸਰ ਨੰਬਰ 4 ਆਊਗਾ, BS ਬਲੂਮ ਦੀ ਲਿਖੀ ਹੋਈ ਕਿਤਾਬ ਹੈ। ਠੀਕ ਹੈ ਜੀ, BS ਬਲੂਮ ਦੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬਾਲ ਮਨੋਵਿਗਿਆਨ ਕਿਤਾਬ ਕਿਹਦੀ ਹੈ? ਚਾਈਲਡ ਸਾਈਕੋਲੋਜੀ, ਥੋਰਨਡਾਈਕ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਸਕਿਨਰ। ਚਾਈਲਡ ਸਾਈਕੋਲੋਜੀ, ਇਹਦਾ ਜਿਹੜਾ ਆਨਸਰ ਨੰਬਰ 4 ਆਊਗਾ, ਸਕਿਨਰ ਦੀ ਲਿਖੀ ਹੋਈ ਹੈ। ਚਾਈਲਡ ਸਾਈਕੋਲੋਜੀ ਜਿਹੜੀ ਕਿਤਾਬ ਹੈ, ਸਕਿਨਰ ਦੀ ਲਿਖੀ ਹੋਈ ਹੈ। ਬਾਲ ਮਨੋਵਿਗਿਆਨ ਸਕਿਨਰ ਦੀ ਕਿਤਾਬ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਨੈਤਿਕ ਵਿਕਾਸ ਦਾ ਦਰਸ਼ਨ ਕਿਤਾਬ, ਦੀ ਫਿਲੋਸਫੀ ਆਫ ਮੋਰਲ ਡਿਵੈਲਪਮੈਂਟ ਬੁੱਕ ਇਜ਼ ਰਿਟਨ ਬਾਈ ਥੋਰਨਡਾਈਕ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਕੋਹਲਬਰਗ। ਨੈਤਿਕ ਵਿਕਾਸ ਦਾ ਦਰਸ਼ਨ, ਫਿਲੋਸਫੀ ਆਫ ਮੋਰਲ ਡਿਵੈਲਪਮੈਂਟ, ਇਹਦਾ ਜਿਹੜਾ ਆਨਸਰ ਨੰਬਰ 4 ਆਊਗਾ, ਕੋਹਲਬਰਗ। ਕਿਉਂਕਿ ਮੋਰਲ ਡਿਵੈਲਪਮੈਂਟ ਜਿਹੜਾ ਸਿਧਾਂਤ ਹੈ ਉਹ ਕੋਹਲਬਰਗ ਨੇ ਦਿੱਤਾ ਆਪਾਂ ਨੂੰ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਤਾਂ ਇਹ ਕੋਹਲਬਰਗ ਦੀ ਕਿਤਾਬ ਹੈ, ਦੀ ਫਿਲੋਸਫੀ ਆਫ ਮੋਰਲ ਡਿਵੈਲਪਮੈਂਟ।
ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੁੱਧੀ ਦਾ ਮਨੋਵਿਗਿਆਨ ਕਿਤਾਬ ਕਿਹਨੇ ਲਿਖੀ ਹੈ? ਦੀ ਸਾਈਕੋਲੋਜੀ ਆਫ ਇੰਟੈਲੀਜੈਂਸ ਬੁੱਕ ਇਜ਼ ਰਿਟਨ ਬਾਈ ਥੋਰਨਡਾਈਕ, ਜੀਨ ਪਿਆਜ਼ੇ, ਵਾਈਗੋਸਕੀ ਜਾਂ ਕੋਹਲਬਰਗ। ਬੁੱਧੀ ਦਾ ਮਨੋਵਿਗਿਆਨ। ਇਸ ਕੁਐਸਚਨ ਦਾ ਜਿਹੜਾ ਆਨਸਰ ਨੰਬਰ 2 ਆਊਗਾ, ਜੀਨ ਪਿਆਜ਼ੇ। ਠੀਕ ਹੈ, ਦ ਸਾਈਕੋਲੋਜੀ ਆਫ ਇੰਟੈਲੀਜੈਂਸ ਬੁੱਕ। ਠੀਕ ਹੈ, ਜੀਨ ਪਿਆਜ਼ੇ ਦੀਆਂ ਸਾਰੀਆਂ ਬੁੱਕਸ ਤੁਸੀਂ, ਜੀਨ ਪਿਆਜ਼ੇ ਨਹੀਂ, ਸਾਰੇ ਜਿੰਨੇ ਵੀ ਮੈਂ ਇਹ ਕਰਵਾਏ ਹੈ ਵਿਦਵਾਨ, ਸਾਰੇ ਇੰਪੋਰਟੈਂਟ ਹੈ, ਸਾਰਿਆਂ ਦੀਆਂ ਕਿਤਾਬਾਂ ਚੰਗੀ ਤਰ੍ਹਾਂ ਪੜ੍ਹ ਲਿਓ। ਠੀਕ ਹੈ, ਦੀ ਸਾਈਕੋਲੋਜੀ ਆਫ ਇੰਟੈਲੀਜੈਂਸ ਕਿਹਦੀ ਲਿਖੀ ਹੈ? ਜੀਨ ਪਿਆਜ਼ੇ ਦੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ZPD ਕਿਸ ਨਾਲ ਸੰਬੰਧ ਹੈ? ZPD ਦਾ ਜਿਹੜੀ ਫੁੱਲ ਫਾਰਮ ਆ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਇਜ਼ ਰਿਲੇਟਡ ਟੂ ਅਡਲਟ ਗਾਈਡੈਂਸ, ਸੈਲਫ ਗਾਈਡੈਂਸ, ਸਕੈਫੋਲਡਿੰਗ ਜਾਂ ਨਨ ਆਫ ਦੀ ਅਬਵ। ZPD ਆਪਾਂ ਕਿਸ ਨਾਲ ਇਹਨੂੰ ਰਿਲੇਟ ਕਰਦੇ ਹਾਂ? ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ, ਅਡਲਟ ਗਾਈਡਲਾਈਨ। ਜਦੋਂ ਆਪਾਂ ਨੂੰ ਕੋਈ ਵੱਡਾ ਆਪਾਂ ਨੂੰ ਗਾਈਡੈਂਸ ਦਿੰਦਾ, ਜਦੋਂ ਆਪਾਂ ਨੂੰ ਕੋਈ ਬਾਲਗ ਇੱਕ ਬੱਚੇ ਨੂੰ ਨਿਰਦੇਸ਼ ਦਿੰਦਾ, ਉਹਨੂੰ ZPD ਕਹਿੰਦੇ ਨੇ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਠੀਕ ਹੈ ਜੀ, ਤਾਂ ਅਡਲਟ ਗਾਈਡੈਂਸ ਇਹਨੂੰ ਆਪਾਂ ਇਹਦੇ ਨਾਲ ਰਿਲੇਟ ਕਰਦੇ ਹਾਂ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਗੱਲਬਾਤ ਵਿੱਚ ਵਾਰੀ ਲੈਣਾ। ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ, ਜੇ ਇੱਕ ਗੱਲ ਦੂਸਰਾ ਬੰਦਾ ਕਰ ਰਿਹਾ ਅਤੇ ਸੇਮ ਟਾਈਮ 'ਤੇ ਗੱਲ ਮੈਂ ਕਰ ਰਿਹਾ, ਠੀਕ ਹੈ, ਤਾਂ ਉਹ ਗੱਲ ਕਿਸੇ ਨੂੰ ਸਮਝ ਨਹੀਂ ਆਊਗੀ। ਠੀਕ ਹੈ ਜੀ, ਤਾਂ ਆਪਾਂ ਵਾਰੀ ਲੈਂਦੇ ਹੁੰਦੇ ਹਾਂ, ਮਤਲਬ ਪਹਿਲਾਂ ਤਾਂ ਆਪਾਂ ਅਗਲੇ ਦੀ ਗੱਲ ਧਿਆਨ ਨਾਲ ਸੁਣਦੇ ਹਾਂ, ਫਿਰ ਆਪਾਂ ਆਪਣੀ ਗੱਲ ਅੱਗੇ ਰੱਖਦੇ ਹਾਂ, ਤਾਂ ਉਹ ਵਾਰੀ ਲੈਣਾ ਹੁੰਦਾ। ਜਦੋਂ ਉਹਨੇ ਗੱਲ ਖਤਮ ਕਰਤੀ, ਉਹ ਤੋਂ ਬਾਅਦ ਆਪਾਂ ਆਪਣੀ ਗੱਲ ਸ਼ੁਰੂ ਕਰਾਂਗੇ। ਠੀਕ ਹੈ ਜੀ, ਤਾਂ ਉਹਨੂੰ ਕੀ ਕਹਿੰਦੇ ਨੇ? ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਆਊਗਾ, ਪ੍ਰੈਗਮੈਟਿਕਸ ਕਹਿੰਦੇ ਨੇ ਇਹਨੂੰ। ਠੀਕ ਹੈ ਜੀ, ਪ੍ਰੈਗਮੈਟਿਕਸ ਕਹਿੰਦੇ ਨੇ ਜਦੋਂ ਆਪਾਂ ਗੱਲਬਾਤ ਦੇ ਵਿੱਚ ਵਾਰੀ ਲੈਂਦੇ ਹਾਂ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਮਰਦ ਅਤੇ ਔਰਤ ਵਿਵਹਾਰ ਨੂੰ ਕੀ ਕਿਹਾ ਜਾਂਦਾ? ਮੇਲ ਐਂਡ ਫੀਮੇਲ ਬਿਹੇਵੀਅਰ, ਜੈਂਡਰ ਰੋਲ, ਜੈਂਡਰ ਟਾਈਪਸ, ਜੈਂਡਰ ਆਈਡੈਂਟੀਟੀ ਜਾਂ ਆਲ ਆਫ ਦੀ ਅਬਵ। ਮਰਦ ਅਤੇ ਔਰਤ। ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ, ਜੈਂਡਰ ਰੋਲ ਕਿਹਾ ਜਾਂਦਾ ਉਹਨੂੰ, ਲਿੰਗ ਭੂਮਿਕਾ ਕਿਹਾ ਜਾਂਦਾ। ਭੂਮਿਕਾ ਦਾ ਮਤਲਬ ਕਿ ਮਰਦ ਨੇ ਇਹ ਕੰਮ ਕਰਨੇ ਆ, ਔਰਤ ਨੇ ਇਹ ਕੰਮ ਕਰਨੇ ਆ। ਠੀਕ ਹੈ, ਇਹਨਾਂ ਦੇ ਇੱਕ ਰੋਲ ਮਤਲਬ ਵੰਡੇ ਹੋਏ ਨੇ ਸਮਾਜ ਨੇ। ਠੀਕ ਹੈ ਜੀ, ਇਹਨੂੰ ਲਿੰਗ ਭੂਮਿਕਾ ਕਿਹਾ ਜਾਂਦਾ। ਠੀਕ ਹੈ ਜੀ, ਤਾਂ ਇਹਦਾ ਜਿਹੜਾ ਆਨਸਰ ਆਊਗਾ, ਜੈਂਡਰ ਰੋਲ ਆਊਗਾ। ਇਹ ਤੁਸੀਂ ਯਾਦ ਰੱਖਿਓ, ਮੇਲ ਐਂਡ ਫੀਮੇਲ ਕੀ ਹੈ? ਜੈਂਡਰ ਰੋਲ ਨੇ। ਇਹਦਾ ਜਿਹੜਾ ਆਨਸਰ ਹੈ 1 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਉਹ ਹੈ ਮੋਰੋਨ ਦਾ IQ ਲੈਵਲ ਕਿੰਨਾ ਹੁੰਦਾ? ਮੋਰੋਨ ਇਹ ਇੱਕ ਮਤਲਬ ਸਪੈਸ਼ਲ ਟਾਈਪ ਦੇ ਬੱਚੇ ਹੁੰਦੇ ਨੇ, ਇਹਨਾਂ ਦਾ IQ ਲੈਵਲ ਇੱਕ ਸਪੈਸ਼ਲ ਟਾਈਪ ਦਾ ਹੁੰਦਾ ਹੈਗਾ। ਠੀਕ ਹੈ, ਇਹ ਤੁਸੀਂ ਯਾਦ ਰੱਖਿਓ, ਇਹ ਸਾਈਕੋਲੋਜੀ ਦੇ ਵਿੱਚ ਇੱਕ ਟਰਮ ਹੈ ਮੋਰੋਨ। ਠੀਕ ਹੈ, ਤਾਂ ਇਹ ਕੁਐਸਚਨ ਡਾਇਰੈਕਟ ਪੁੱਛਿਆ ਗਿਆ ਕਈ ਵਾਰੀ, ਤਾਂ ਇਹ ਤੁਸੀਂ ਵਧੀਆ ਤਰੀਕੇ ਨਾਲ ਕਰਿਓ। ਇਹਦਾ ਜਿਹੜਾ ਆਨਸਰ ਆਊਗਾ, ਉਹ ਆਊਗਾ ਆਨਸਰ ਨੰਬਰ 1, 51 ਤੋਂ 70 ਤੱਕ। ਠੀਕ ਹੈ ਜੀ, 51 ਤੋਂ 70 ਤੱਕ ਹੁੰਦਾ, ਇੱਕ ਸਪੈਸੀਫਿਕ ਹੁੰਦਾ, ਇਹ ਤੁਸੀਂ ਯਾਦ ਰੱਖਿਓ। ਠੀਕ ਹੈ, 51 ਤੋਂ 70 ਤੱਕ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ, ਇੱਥੇ ਆਪਾਂ ਮੈਰਾਥਨ ਹੈ ਜਿਹੜੀ ਆਪਣੀ ਕੰਪਲੀਟ ਕਰ ਦਿੱਤੀ ਹੈ। ਠੀਕ ਹੈ ਜੀ, ਇਹਨਾਂ ਵਿੱਚੋਂ ਕਿਹੜਾ ਸਿੱਖਣ ਦੇ ਸਟਾਈਲ ਨਾਲ ਸੰਬੰਧਿਤ ਨਹੀਂ ਹੈ? ਦੀ ਟਰਮ ਡਜ਼ਨਟ ਰਿਲੇਟ ਟੂ ਸਟਾਈਲ ਆਫ ਲਰਨਿੰਗ, ਕੰਟੀਨਿਊਅਸ, ਔਰਲ, ਕੰਪੈਰੇਟਿਵ ਜਾਂ ਰੋਟ ਲਰਨਿੰਗ। ਸਿੱਖਣ ਦਾ ਜਿਹੜਾ ਸਟਾਈਲ ਹੈ, ਇਹਨਾਂ ਵਿੱਚੋਂ ਸਟਾਈਲ ਦੇ ਨਾਲ ਸੰਬੰਧਿਤ ਨਹੀਂ ਹੈਗੀ ਕਿਹੜੀ ਚੀਜ਼? ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਆਉਣਾ। ਠੀਕ ਹੈ ਜੀ, ਰੋਟ ਲਰਨਿੰਗ। ਕੰਟੀਨਿਊਸ, ਬਿਲਕੁਲ ਕੰਟੀਨਿਊਸ ਹੁੰਦਾ, ਨਿਰੰਤਰ ਚੱਲਦਾ ਰਹਿੰਦਾ ਜਿਹੜਾ ਸਿੱਖਣ ਹੁੰਦਾ ਆਪਣਾ। ਔਰਲ ਵੀ ਹੁੰਦਾ, ਕੰਪੈਰੇਟਿਵ ਵੀ ਹੁੰਦਾ, ਆਪਾਂ ਕੰਪੈਰੀਜ਼ਨ ਵੀ ਕਰਦੇ ਹਾਂ। ਠੀਕ ਹੈ, ਬਟ ਰੱਟਦੇ ਨਹੀਂ ਆਪਾਂ ਕਿਸੇ ਵੀ ਚੀਜ਼ ਨੂੰ। ਰੱਟਣਾ ਮਤਲਬ ਲਰਨਿੰਗ ਦਾ ਸਹੀ ਤਰੀਕਾ ਨਹੀਂ ਹੈਗਾ, ਰੱਟਣਾ ਕਿਸੇ ਵੀ ਚੀਜ਼ ਨੂੰ। ਠੀਕ ਹੈ, ਤਾਂ ਇਹਦਾ ਆਨਸਰ ਆਊਗਾ 4। ਤਾਂ ਅੱਜ ਦੀ ਜਿਹੜੀ ਆਪਣੀ ਮੈਰਾਥਨ ਸੈਸ਼ਨ ਹੈ, ਉਹ ਇੱਥੇ ਕੰਪਲੀਟ ਕਰਦੇ ਹਾਂ ਆਪਾਂ। ਕਲਾਸ ਨੂੰ 2-3 ਵਾਰੀ ਰਿਵਾਈਜ਼ ਕਰ ਲਿਓ। ਠੀਕ ਹੈ ਜੀ, ਅਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਬਹੁਤ ਵਧੀਆ ਕੰਟੈਂਟ ਹੈ ਜਿਹੜਾ ਤੁਹਾਡੇ ਲਈ ਔਨ ਦੀ ਵੇ ਹੈ। ਪੰਜਾਬ ਦੇ, ਇੰਡੀਆ ਲੈਵਲ ਦੇ ਜਿੰਨੇ ਵੀ ਪੇਪਰ ਹੋਣਗੇ, ਸਾਰਿਆਂ ਲਈ ਆਪਣੀਆਂ ਵੀਡੀਓ ਬਹੁਤ ਇੰਪੋਰਟੈਂਟ ਨੇ। ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ, ਠੀਕ ਹੈ, ਜਿਹਦੇ ਵਿੱਚ ਪੋਲਿਟੀ, ਜੋਗਰਾਫੀ, ਹਿਸਟਰੀ, ਪੰਜਾਬ GK ਆਉਂਦੀ ਹੈ, ਉਹ ਵੀ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰਕੇ ਤਿਆਰੀ ਕਰ ਸਕਦੇ ਹੋ। ਠੀਕ ਹੈ ਜੀ, ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ। ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਇਹਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਠੀਕ ਹੈ ਜੀ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਠੀਕ ਹੈ ਜੀ, ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਲਾਈਕ ਕਰਨ ਦੇ ਨਾਲ ਸਾਨੂੰ ਐਪਰੀਸੀਏਸ਼ਨ ਮਿਲਦੀ ਹੈ, ਅਤੇ ਆਪਣੇ ਸੁਝਾਅ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਆ ਕਰੋ। ਠੀਕ ਹੈ ਜੀ, ਜੇ ਤੁਹਾਨੂੰ ਕੋਈ ਕੁਐਸਚਨ ਦੇ ਵਿੱਚ ਕਿਸੇ ਵਿੱਚ ਡਾਊਟ ਹੈ, ਠੀਕ ਹੈ, ਤਾਂ ਆਪਾਂ ਅੱਗੇ ਉਹਨੂੰ ਹੋਰ ਵਧੀਆ ਤਰੀਕੇ ਨਾਲ ਉਹਨੂੰ ਆਪਾਂ ਤੁਹਾਡੇ ਅੱਗੇ ਪ੍ਰੈਜੈਂਟ ਕਰ ਸਕੀਏ। ਠੀਕ ਹੈ ਜੀ, ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ। ਤਾਂ ਜਿੰਨੇ ਵੀ ਟਾਈਮ ਦੀ ਬਣੀ, ਆਪਣੀ ਕੋਈ ਟਾਈਮ ਲਿਮਿਟ ਨਹੀਂ ਸੀ ਕਿ ਆਪਾਂ ਕਿੰਨੇ ਟਾਈਮ ਦੀ ਬਣਾਉਣੀ ਹੈ। ਠੀਕ ਹੈ ਜੀ, ਅਪਰੋਕਸੀਮੇਟ ਇਹ 1.5 ਘੰਟੇ ਦੀ ਵੀਡੀਓ ਆਪਣੀ ਬਣ ਗਈ, ਜਿਹਨੂੰ ਆਪਾਂ ਇਹ ਨਹੀਂ ਹੈਗਾ ਕਿ ਕੋਈ 6-7 ਘੰਟਿਆਂ ਦੀ ਵੀਡੀਓ ਹੀ ਮੈਰਾਥਨ ਹੁੰਦੀ ਹੈ। ਠੀਕ ਹੈ, ਮੈਰਾਥਨ ਦਾ ਮਤਲਬ ਇਹ ਹੈ ਕਿ ਤੁਹਾਡੀ ਇੱਕੋ ਸਿਟਿੰਗ ਦੇ ਵਿੱਚ ਜਿਹੜਾ ਤੁਹਾਡਾ ਕੁਆਲਿਟੀ ਆਫ ਟਾਈਮ ਹੈ, ਠੀਕ ਹੈ, ਤੁਹਾਡਾ ਮਤਲਬ ਇੱਕੋ ਸਿਟਿੰਗ ਦੇ ਵਿੱਚ ਤੁਹਾਨੂੰ ਸਾਰਾ ਸਿਲੇਬਸ ਤੁਹਾਡਾ ਵਧੀਆ ਤਰੀਕੇ ਨਾਲ ਕਵਰ ਹੋ ਜੇ। ਠੀਕ ਹੈ ਜੀ, ਤਾਂ ਆਪਾਂ ਉਹ ਪੂਰੀ ਕੋਸ਼ਿਸ਼ ਕੀਤੀ ਹੈ।
ਮੈਨੂੰ ਪੂਰੀ ਆਸ ਹੈ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਊਗੀ। ਠੀਕ ਹੈ, ਤੁਹਾਨੂੰ ਪੇਪਰ ਦੇ ਵਿੱਚ ਬਹੁਤ ਇਹਦਾ ਫਾਇਦਾ ਹੋਊਗਾ। ਠੀਕ ਹੈ ਜੀ, ਤਾਂ ਵੀਡੀਓ ਨੂੰ ਵਧੀਆ ਤਰੀਕੇ ਨਾਲ ਲਗਾਇਓ। ਠੀਕ ਹੈ ਜੀ, ਤਾਂ ਤੁਹਾਨੂੰ ਬਹੁਤ ਫਾਇਦਾ ਦੇਊਗੀ। ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।